हाँ जी दोस्तों, एक बार फिर ਤੁਹਾਡਾ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਅੱਜ ਦੇ ਇਸ ਸੈਟਰਡੇ ਲਾਈਵ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਹਫਤੇ ਅਸੀਂ ਇਹਦਾ 100ਵਾਂ ਪ੍ਰੋਗਰਾਮ ਕੀਤਾ ਸੀ ਤੇ ਹੁਣ 101ਵਾਂ ਪ੍ਰੋਗਰਾਮ ਹੈ, ਜਿਹਨੂੰ ਸਾਡੇ ਸੱਭਿਆਚਾਰ ਦੇ ਵਿੱਚ ਕੋਤਰਸੋ ਕਿਹਾ ਜਾਂਦਾ ਹੈ। ਤੇ ਕੋਤਰਸੋ ਵੀ ਆਪਣੇ ਆਪ ਦੇ ਵਿੱਚ ਸ਼ਗਨਾਂ ਵਾਲਾ ਡਿਜਿਟ ਹੈ। ਜਦੋਂ 100 ਹਫ਼ਤੇ ਅਸੀਂ ਮੁਕੰਮਲ ਕੀਤੇ ਸੀ, ਉਹ ਤੁਸੀਂ ਚਾਹੁੰਦੇ ਸੀ ਕਿ ਕੁਝ ਖਾਸ ਕੀਤਾ ਜਾਵੇ ਤੇ ਉਹ ਖਾਸ ਇਹ ਸੀ ਕਿ ਅਸੀਂ ਸਟੇਟ ਅਵਾਰਡੀ ਅਧਿਆਪਕਾਂ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਪਿਛਲੇ ਹਫ਼ਤੇ 5 ਅਵਾਰਡੀ ਅਧਿਆਪਕਾਂ ਨੂੰ ਅਸੀਂ ਇਸ 100ਵੇਂ ਐਪੀਸੋਡ ਦੇ ਵਿੱਚ ਸ਼ਾਮਲ ਕੀਤਾ ਸੀ ਤੇ ਇਸ ਵਾਰੀ ਜਿਹੜਾ 7100 ਐਪੀਸੋਡ ਹੈ ਸਾਡਾ, ਜਿਹੜਾ 101ਵਾਂ ਐਪੀਸੋਡ ਹੈ, ਇਹਦੇ ਵਿੱਚ ਫਿਰ ਅਸੀਂ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਹੋਰ 5 ਅਧਿਆਪਕ ਸ਼ਾਮਲ ਕੀਤੇ ਨੇ, ਜਿਨ੍ਹਾਂ ਵਿੱਚ ਬਹੁਤ ਸਤਿਕਾਰਯੋਗ ਸੁਖਪਾਲ ਸਿੰਘ ਸਿੱਧੂ ਜੀ, ਪਰਮਿੰਦਰ ਤਾਂਗੜੀ ਜੀ, ਤੇਜਿੰਦਰ ਸਿੰਘ, ਵਿਕਾਸ ਕਪਲਾ ਤੇ ਹਿਮਾਂਸ਼ੂ ਸਿੰਗਲਾ। ਇਹ ਪੰਜੇ ਅਧਿਆਪਕ ਇਸ ਵਾਰ ਦੇ ਸਟੇਟ ਅਵਾਰਡੀ ਅਧਿਆਪਕ ਨੇ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਾਡੀ ਜ਼ਿੰਦਗੀ ਦੇ ਵਿੱਚ ਹੱਲਾਸ਼ੇਰੀ ਦੀ ਮਹੱਤਤਾ। ਦੋਸਤੋ, ਜਦੋਂ ਆਪਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦੇ ਹਾਂ ਤਾਂ ਉਹ ਕੰਮ ਕਰਨਾ ਭਾਵੇਂ ਸਾਡੀ ਡਿਊਟੀ ਹੁੰਦੀ ਹੈ, ਪਰ ਡਿਊਟੀ ਨਾਲ ਇਸ਼ਕ ਹੋ ਜਾਣਾ, ਡਿਊਟੀ ਨੂੰ ਪੈਸ਼ਨ ਦੇ ਤੌਰ ਤੇ ਲੈ ਲੈਣਾ ਤੇ ਉਸ ਡਿਊਟੀ ਪ੍ਰਤੀ ਸਮਰਪਿਤ ਹੋ ਜਾਣਾ, ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਅਕਸਰ ਅਸੀਂ ਡਿਊਟੀਆਂ ਨੂੰ ਬਹੁਤ ਫਾਰਮਲੀ ਲੈਨੇ ਆ ਤੇ ਉਹਦੇ ਵਿੱਚ ਉਹਨਾਂ ਕੀ ਕੰਮ ਕਰਦੇ ਆ ਜਿੰਨੇ ਕੁ ਨਾਲ ਸਾਡਾ ਗੁਜ਼ਾਰਾ ਹੁੰਦਾ ਹੈ। ਪਰ ਹਮੇਸ਼ਾ ਹਰ ਦੌਰ ਦੇ ਵਿੱਚ ਸਮਾਜ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਆਪਣੇ ਕੰਮ ਨੂੰ ਆਪਣਾ ਪੈਸ਼ਨ ਬਣਾ ਲੈਂਦੇ ਨੇ, ਆਪਣੇ ਪ੍ਰੋਫੈਸ਼ਨ ਨੂੰ ਆਪਣਾ ਪੈਸ਼ਨ ਬਣਾ ਲੈਂਦੇ ਨੇ, ਆਪਣੇ ਅਕੀਦੇ ਨੂੰ, ਆਪਣੇ ਕੰਮ ਨੂੰ ਆਪਣਾ ਇਸ਼ਕ ਬਣਾ ਲੈਂਦੇ ਨੇ। ਤੇ ਜਿਹੜੇ ਕੰਮ ਦੇ ਵਿੱਚ ਤੁਸੀਂ ਅੰਦਰੋਂ ਇਨਵੋਲਵ ਹੁੰਦੇ ਹੋ, ਉਸ ਕੰਮ ਦੇ ਵਿੱਚ ਹਮੇਸ਼ਾ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਨੇ। ਕਹਿੰਦੇ ਨੇ ਕਿ ਜਿੱਥੇ ਕੁਝ ਕਰਨ ਦੀ ਚਾਹ ਹੁੰਦੀ ਹੈ, ਉੱਥੇ ਰਾਹ ਆਪਣੇ ਆਪ ਲੱਭਦੇ ਨੇ। ਕੋਈ ਦੌਰ ਚੰਗਾ ਨਹੀਂ ਹੁੰਦਾ ਤੇ ਕੋਈ ਦੌਰ ਮਾੜਾ ਨਹੀਂ ਹੁੰਦਾ। ਹਰ ਚੰਗੇ ਦੌਰ ਦੇ ਵਿੱਚ ਕੁਝ ਮਾੜੇ ਇਨਸਾਨ ਹੁੰਦੇ ਨੇ ਤੇ ਹਰ ਮਾੜੇ ਦੌਰ ਦੇ ਵਿੱਚ ਕੁਝ ਨਾ ਕੁਝ ਚੰਗੇ ਇਨਸਾਨ ਹੁੰਦੇ ਨੇ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਚੰਗੇ ਇਨਸਾਨਾਂ ਨੂੰ ਲੱਭਿਆ ਜਾਵੇ, ਉਹਨਾਂ ਨੂੰ ਸਿਰਜਣਾਤਮਕ ਸਿੱਖਿਆ ਦੇ ਇਸ ਪਲੇਟਫਾਰਮ ਰਾਹੀਂ ਤੁਹਾਡੇ ਰੂਬਰੂ ਕੀਤਾ ਜਾਵੇ, ਉਹਨਾਂ ਨਾਲ ਗੱਲਾਂ ਕੀਤੀਆਂ ਜਾਣ, ਜਿਹਦੇ ਨਾਲ ਉਹਨਾਂ ਨੂੰ ਵੀ ਹੱਲਾਸ਼ੇਰੀ ਮਿਲੇ ਤੇ ਬਹੁਤ ਸਾਰੇ ਦੂਜਿਆਂ ਨੂੰ ਪ੍ਰੇਰਨਾ ਮਿਲੇ ਕੁਝ ਹੋਰ ਨਵਾਂ ਕਰਨ ਦੀ। ਇਸ 100 ਹਫ਼ਤਿਆਂ ਦੇ ਵਿੱਚ ਅਸੀਂ ਲਗਭਗ 200-300 ਦੇ ਕਰੀਬ ਅਧਿਆਪਕਾਂ ਨੂੰ ਸ਼ਾਮਲ ਕੀਤਾ ਹੈ, ਜਿਹੜੇ ਵਿਦਿਆ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕਰ ਰਹੇ ਨੇ। ਖਾਸ ਤੌਰ ਤੇ ਜਿਹੜੇ ਅਧਿਆਪਕ ਸਟੇਟ ਅਵਾਰਡੀ ਨੇ, ਜਿਨ੍ਹਾਂ ਨਾਲ ਅਸੀਂ ਪਿਛਲੇ ਹਫ਼ਤੇ ਤੋਂ ਡਾਇਲੌਗ ਕਰ ਰਹੇ ਹਾਂ ਤੇ ਪਿਛਲੇ ਸਾਲ ਵੀ ਕੀਤਾ ਸੀ। ਇਹ ਸਾਰੇ ਅਧਿਆਪਕ ਉਸ ਦੌਰ ਦੇ ਵਿੱਚੋਂ ਲੰਘ ਕੇ ਆਏ ਨੇ ਜਿਹਨੂੰ ਅਸੀਂ ਇਸ ਸਦੀ ਦਾ ਵੱਡਾ ਸੰਕਟ ਕਹਿੰਦੇ ਆ, ਜਾਂ ਪਿਛਲੀ ਸਦੀ ਦਾ ਵੀ ਇਹ ਵੱਡਾ ਸੰਕਟ ਸੀ, ਕਰੋਨਾ ਦਾ ਦੌਰ। ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਿੱਥੇ ਸੰਕਟ ਹੁੰਦੇ ਨੇ, ਜਿੱਥੇ ਚੁਣੌਤੀਆਂ ਹੁੰਦੀਆਂ ਨੇ, ਉੱਥੇ ਪਰਖ ਹੁੰਦੀ ਹੈ। ਤੇ ਜਦੋਂ ਪਰਖ ਹੁੰਦੀ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਔਖੇ ਵੇਲਿਆਂ ਦੇ ਵਿੱਚ ਕਿਹੜਾ ਇਨਸਾਨ ਉਹਨਾਂ ਚੁਣੌਤੀਆਂ ਦੇ ਸਾਹਮਣੇ ਖੜਦਾ ਹੈ। ਤੇ ਮੈਂ ਬਹੁਤ ਖੁਸ਼ ਹਾਂ ਇਸ ਗੱਲ ਦੇ ਉੱਤੋਂ ਕਿ ਜਿਹੜੇ 5 ਅਧਿਆਪਕ ਅੱਜ ਅਸੀਂ ਰੂਬਰੂ ਕਰ ਰਹੇ ਹਾਂ, ਜਿਨ੍ਹਾਂ ਨੂੰ ਇਹਨਾਂ ਨੇ ਉਹਨਾਂ ਔਖੇ ਵੇਲਿਆਂ ਦੇ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਅਸੀਂ ਸਾਰਿਆਂ ਨੇ ਕਰੋਨਾ ਦਾ ਉਹ ਦੌਰ ਹੰਢਾਇਆ ਜਦੋਂ ਮਨੁੱਖ ਘਰਾਂ ਦੇ ਵਿੱਚ ਕੈਦ ਹੋ ਗਿਆ ਸੀ ਤੇ ਝੀਤਾਂ ਰਾਹੀਂ ਦੇਖਣ ਤੋਂ ਵੀ ਡਰਦਾ ਸੀ ਕਿ ਕਿਤੇ ਬਿਮਾਰੀ ਅੰਦਰ ਨਾ ਆ ਜਾਏ। ਉਸ ਦੌਰ ਦੇ ਵਿੱਚ ਇਹ ਸਾਰੇ ਦੋਸਤ ਜਿਨ੍ਹਾਂ ਨੇ ਆਪਣੇ ਆਪਣੇ ਸਕੂਲ ਦੇ ਵਿੱਚ, ਆਪਣੇ ਆਪਣੇ ਦਾਇਰੇ ਦੇ ਵਿੱਚ ਬਹੁਤ ਲਾਜਵਾਬ ਕੰਮ ਕੀਤਾ, ਉਸ ਕੰਮ ਦੀਆਂ ਬਹੁਤ ਸਾਰੀਆਂ ਵੈਰਾਈਟੀਜ਼ ਨੇ, ਉਸ ਕੰਮ ਦੀਆਂ ਬਹੁਤ ਸਾਰੀਆਂ ਪਰਤਾਂ ਨੇ। ਕਿਸੇ ਨੇ ਇਨਫਰਾਸਟ੍ਰਕਚਰ ਤੇ ਕੰਮ ਕੀਤਾ, ਕਿਸੇ ਨੇ
ਵੀਡੀਓ ਮੇਕਿੰਗ ਤੇ ਕੰਮ ਕੀਤਾ, ਕਿਸੇ ਨੇ ਸਲਮਸ ਦੇ ਵਿੱਚ ਕੰਮ ਕੀਤਾ, ਕਿਸੇ ਨੇ ਬੱਚਿਆਂ ਦੇ ਵਿੱਚ ਸਿਰਜਣਾਤਮਕ ਰੁਚੀਆਂ ਪੈਦਾ ਕਰਨ ਵਾਸਤੇ ਕੰਮ ਕੀਤਾ, ਕਿਸੇ ਨੇ ਸੁਸਾਇਟੀ ਨੂੰ ਸਕੂਲ ਦੇ ਵਿੱਚ ਇਨਵੋਲਵ ਕਰਨ ਦੇ ਵਿੱਚ ਕੰਮ ਕੀਤਾ। ਇਹ ਸਾਰੀਆਂ ਅਨੇਕ ਪਰਤਾਂ ਨੇ। ਮੈਂ ਇਕੱਲੇ ਦੀ ਕਿਸੇ ਪਰਤ ਬਾਰੇ ਗੱਲ ਨਹੀਂ ਕਰੂੰਗਾ। ਮੈਂ ਸਾਰੇ 5 ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਆਪਾਂ ਗੱਲਬਾਤ ਦੀ ਅਗਲੀ ਲੜੀ ਦੇ ਵਿੱਚ ਸਾਡੇ ਜਿਹੜੇ ਇੰਟਰੋਡਕਸ਼ਨ ਦੇਣ ਵਾਲੇ ਸਾਡੇ ਐਡਮਿਨ ਟੀਮ ਹੈ, ਉਹ ਇਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਗੱਲਬਾਤ ਕਰਨਗੇ ਤੇ ਇਹ ਸਾਰੇ ਸਾਥੀ ਆਪਣੀਆਂ ਪ੍ਰਾਪਤੀਆਂ ਬਾਰੇ ਤੇ ਆਪਣੇ ਜੀਵਨ ਦੇ ਵਿੱਚ ਮਿਲੀ ਹੱਲਾਸ਼ੇਰੀ ਬਾਰੇ ਖਾਸ ਤੌਰ ਤੇ ਇਹ ਸਾਰੇ ਗੱਲਬਾਤ ਕਰਨਗੇ। ਤੇ ਜਿਹੜੇ ਸਾਥੀਆਂ ਨੇ ਗੱਲਬਾਤ ਕਰਨੀ ਹੈ ਸਾਡੀ ਐਡਮਿਨ ਟੀਮ ਦੇ ਵਿੱਚ, ਸੁਖਪਾਲ ਸਿੰਘ ਸਿੱਧੂ ਹੋਰਾਂ ਦੀ ਇੰਟਰੋਡਕਸ਼ਨ ਸਾਡੇ ਬਹੁਤ ਸੀਨੀਅਰ ਐਡਮਿਨ ਨੇ ਜਿਹੜੇ, ਜੋ ਆਪਣੇ ਆਪ ਦੇ ਵਿੱਚ ਵਿਦਿਆ ਖੇਤਰ ਦੀ ਵੱਡੀ ਹਸਤੀ ਨੇ, ਗੁਰਨੈਬ ਹੋਰਾਂ ਨੇ ਕਰਨੀ ਹੈ। ਪਰਮਿੰਦਰ ਤਾਂਗੜੀ ਹੋਰਾਂ ਦੀ ਜਿਹੜੀ ਇੰਟਰੋਡਕਸ਼ਨ ਹੈ ਉਹ ਸਾਡੇ ਐਡਮਿਨ ਨਵਨੀਤ ਕੱਕੜ ਨੇ ਕਰਨੀ ਹੈ। ਤੇਜਿੰਦਰ ਸਿੰਘ ਦੀ ਇੰਟਰੋਡਕਸ਼ਨ ਮੈਡਮ ਬਲਜਿੰਦਰ ਕੌਰ ਹੋਰਾਂ ਨੇ ਕਰਨੀ ਹੈ। ਵਿਕਾਸ ਕਪਲਾ ਦੀ ਜਾਣ ਪਛਾਣ ਮੈਡਮ ਮਨਦੀਪ ਰਿੰਪੀ ਨੇ ਕਰਾਉਣੀ ਹੈ ਤੇ ਹਿਮਾਂਸ਼ੂ ਸਿੰਗਲਾ ਹੋਰਾਂ ਦੀ ਜਾਣ ਪਛਾਣ ਸਾਡੇ ਐਡਮਿਨ ਰੁਪਿੰਦਰ ਨੇ ਕਰਾਉਣੀ ਹੈ। ਸੋ ਮੈਂ ਆਸ ਕਰੂੰਗਾ ਕਿ ਅਗਲੀ ਗੱਲਬਾਤ ਸਾਡੀ ਬਹੁਤ ਖੂਬਸੂਰਤ ਰਹੂਗੀ। ਇੱਕ ਵਾਰੀ ਫੇਰ ਮੈਂ ਸਾਡੇ ਇਹਨਾਂ ਸਾਰੇ ਜਿਹੜੇ ਹੋਸਟ ਨੇ ਤੇ ਜਿਹੜੇ ਸਾਡੇ 5 ਗੈਸਟ ਨੇ, ਜਿਨ੍ਹਾਂ ਦਾ ਮੇਰੇ ਮਨ ਦੇ ਵਿੱਚ ਬਹੁਤ ਸਤਿਕਾਰ ਹੈ ਤੇ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ, ਜਿਨ੍ਹਾਂ ਨੂੰ ਮੈਂ ਬਹੁਤ ਸ਼ਾਬਾਸ਼ ਵੀ ਦਿੰਦਾ। ਸੋ ਆਓ ਆਪਾਂ ਇਹਨਾਂ ਨਾਲ ਗੱਲਬਾਤ, ਇਹਨਾਂ ਨਾਲ ਸੰਵਾਦ ਦਾ ਸਿਲਸਿਲਾ ਸ਼ੁਰੂ ਕਰੀਏ। ਮੈਂ ਰਿਕੁਐਸਟ ਕਰੂੰਗਾ ਗੁਰਨੈਬ ਮੰਘਾਣੀਆਂ ਨੂੰ, ਜਿਹੜੇ ਸੁਖਪਾਲ ਸਿੰਘ ਸਿੱਧੂ ਹੋਰਾਂ ਬਾਰੇ ਉਹਨਾਂ ਦੀ ਸੰਖੇਪ ਇੰਟਰੋਡਕਸ਼ਨ ਦੇਣਗੇ ਤੇ ਉਸ ਤੋਂ ਬਾਅਦ 5-7 ਮਿੰਟ 10 ਮਿੰਟ ਸੁਖਪਾਲ ਸਿੰਘ ਸਿੱਧੂ ਹੋਰੀ ਜੋ ਇਹਨਾਂ ਦੇ ਮਨ ਦੇ ਬਲਬਲੇ ਨੇ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਹੱਲਾਸ਼ੇਰੀ ਕਿੱਥੋਂ ਮਿਲੀ ਤੇ ਅੱਗੋਂ ਇਹਨੇ ਕਿੰਨਿਆਂ ਕੁ ਨੂੰ ਹੱਲਾਸ਼ੇਰੀ ਦਿੱਤੀ, ਉਹਦੇ ਬਾਰੇ ਗੱਲਬਾਤ ਆਪ ਕਰਨਗੇ। ਸੋ ਆਓ ਸੁਣਦੇ ਹਾਂ ਗੁਰਨੈਬ ਮੰਘਾਣੀਆਂ ਰਾਹੀਂ ਕਿ ਕੌਣ ਨੇ ਸੁਖਪਾਲ ਸਿੰਘ ਸਿੱਧੂ। ਗੁਰਨੈਬ। ਹਾਂਜੀ, ਸਭ ਤੋਂ ਪਹਿਲਾਂ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਵੱਲੋਂ ਸਾਡੇ ਸਾਰੇ ਹੀ ਇਹਨਾਂ ਸਤਿਕਾਰਤ ਅਧਿਆਪਕਾਂ ਦਾ ਸਵਾਗਤ ਹੈ। ਅੱਜ ਦੀ ਇਸ ਪ੍ਰੋਗਰਾਮ ਦੀ ਲੜੀ ਦੇ ਵਿੱਚ ਮੈਨੂੰ ਇੱਕ ਸ਼ੇਅਰ ਯਾਦ ਆ ਰਿਹਾ ਸੀਗਾ, ਜਿਹੜਾ ਕਿ ਸਾਡੇ ਇਹਨਾਂ 5 ਅਧਿਆਪਕਾਂ ਵਾਸਤੇ ਹੀ ਹੈ ਕਿ ਉਹ ਸੰਦਲੀ ਪਾਰਦਰਸ਼ੀ ਜਾਂ ਸੁਨਹਿਰੀ ਹੈ, ਨਦੀ ਦੀ ਤੋਰ ਦੱਸ ਦਿੰਦੀ ਹੈ ਉਹ ਕਿੰਨੀ ਕੁ ਗਹਿਰੀ ਹੈ। ਬਹੁਤ ਅੱਛਾ। ਤੋ ਇਹ ਸਾਰੀਆਂ ਸਾਡੀਆਂ ਗਹਿਰੀਆਂ ਨਦੀਆਂ ਨੇ, ਜਿਨ੍ਹਾਂ ਨੇ ਵੱਖਰੇ ਵੱਖਰੇ ਫੀਲਡ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਦੇ ਉੱਤੇ ਵੱਖਰੇ ਵੱਖਰੇ ਰੰਗ ਬਖੇਰੇ ਹੈ। ਸੋ ਸੁਖਪਾਲ ਸਿੰਘ ਸਿੱਧੂ ਜੀ ਬਾਰੇ ਜੇ ਮੈਂ ਗੱਲ ਸੰਖੇਪ ਦੇ ਵਿੱਚ ਕਰਾਂ, ਕਿਉਂਕਿ ਗੱਲਾਂ ਉਹਨਾਂ ਬਾਰੇ ਜਦੋਂ ਮੈਂ ਪੜ੍ਹ ਰਿਹਾ ਸੀਗਾ ਤਾਂ ਇੰਨੀ ਹੈ ਕਿ ਇਕੱਲੇ ਇੱਕੋ ਹੀ ਪ੍ਰੋਗਰਾਮ ਉਹਨਾਂ ਤੇ ਹੋ ਸਕਦਾ ਹੈ ਜਾਂ ਸਾਰੇ ਸਾਥੀਆਂ ਤੇ ਸਾਡਿਆਂ ਤੇ ਇਹਨਾਂ ਤੇ ਹੋ ਸਕਦਾ ਹੈ, ਪਰ ਪ੍ਰੋਗਰਾਮ ਦੀ ਮਰਿਆਦਾ ਨੂੰ ਤੇ ਸਮੇਂ ਦੀ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਮੈਂ ਸੰਖੇਪ ਦੇ ਵਿੱਚ ਸੁਖਪਾਲ ਸਿੰਘ ਸਿੱਧੂ ਜੀ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਸੁਖਪਾਲ ਸਿੰਘ ਸਿੱਧੂ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਦੇ ਜੰਪਲ ਨੇ। ਪਿੰਡਾਂ ਦੇ ਵਿੱਚੋਂ ਜਾਂ ਛੋਟੇ ਛੋਟੇ ਪਰਿਵਾਰਾਂ ਦੇ ਵਿੱਚੋਂ ਜਦੋਂ ਆਪਣੀ ਮਿਹਨਤ ਦੇ ਬਲਬੂਤੇ ਕੋਈ ਅਧਿਆਪਕ, ਕੋਈ ਸ਼ਖਸੀਅਤ ਇੱਥੋਂ ਤੱਕ ਪਹੁੰਚਦੀ ਹੈ, ਏਡੇ ਵੱਡੇ ਮਾਨਾਂ ਸਨਮਾਨਾਂ ਤੱਕ ਪਹੁੰਚਦੀ ਹੈ, ਤਾਂ ਵਾਕਈ ਖੁਸ਼ੀ ਦਾ ਸਰੂਰ ਹੈ ਜਿਹੜਾ ਉਹ ਵੀ ਦੁੱਗਣਾ ਚੌਗਣਾ ਹੁੰਦਾ ਹੈ। ਸੁਖਪਾਲ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਬੀਰਾਪੱਤੀ ਬ੍ਰਾਂਚ ਤੋਂ ਜਿਹੜੀ ਆਪਣੀ ਸੇਵਾ ਸ਼ੁਰੂ ਕੀਤੀ ਸੀ। ਸਟਾਫ ਦੀ ਮਦਦ ਦੇ ਨਾਲ ਸਭ ਤੋਂ ਪਹਿਲਾਂ ਉਹ ਛੱਪੜਨਮਾ ਸਕੂਲ ਨੂੰ ਜਿਹੜਾ ਸੀ ਉਹਦੀ 4 ਦੀਵਾਰੀ ਬਣਾਉਣ ਤੋਂ ਲੈ ਕੇ ਕੰਮ ਸਿੱਧਾ ਆਰੰਭਿਆ ਤੇ ਉਸ ਤੋਂ ਬਾਅਦ ਉਸ ਸਕੂਲ ਨੂੰ ਸਮਾਰਟ ਬਣਾਉਣ ਤੱਕ ਦਾ ਸਫ਼ਰ ਹੈ ਜਿਹੜਾ ਉਹਨਾਂ ਦਾ ਜਾਰੀ ਰਿਹਾ। ਉਹ ਸਕੂਲ ਦੇ ਵਿੱਚ ਉਹਨਾਂ ਦੀ ਮਿਹਨਤ ਦੇ ਬਦੌਲਤ ਵਿਦਿਆਰਥੀਆਂ ਦੀ ਗਿਣਤੀ ਸੀ ਜਿਹੜੀ ਉਹ 80 ਤੋਂ ਵੱਧ ਕੇ 174 ਤੇ ਪਹੁੰਚੀ, ਜਿਹੜੀ ਕਿ ਵੱਡੀ ਪ੍ਰਾਪਤੀ ਸਾਡੇ ਸਰਕਾਰੀ ਸਕੂਲਾਂ ਦੀ ਗਿਣੀ ਜਾਂਦੀ ਹੈ। 2016 ਵਿੱਚ ਬਦਲੀ ਉਹਨਾਂ ਦੀ ਨਥਾਣੇ ਹੋਈ। ਹਾਲਾਤ ਕੋਈ ਉੱਥੇ ਵੀ ਜ਼ਿਆਦਾ ਕਾਰਗਰ ਨਹੀਂ ਸੀਗੇ, ਉਸੇ ਤਰ੍ਹਾਂ ਉੱਥੇ ਵੀ ਚਾਰੇ ਪਾਸੇ ਰੇਤਾ ਹੀ ਰੇਤਾ। ਉੱਥੇ ਵੀ ਸੁਖਪਾਲ ਸਿੰਘ ਸਿੱਧੂ ਜੀ ਨੇ ਸਮੁਦਾਇ ਤੇ ਮਾਪਿਆਂ ਦੀ ਮਦਦ ਦੇ ਨਾਲ ਸਕੂਲ ਲਈ ਲੋੜੀਂਦੀਆਂ ਸਹੂਲਤਾਂ ਨੂੰ ਸਭ ਤੋਂ ਪਹਿਲਾਂ ਪੂਰਾ ਕੀਤਾ ਤੇ ਹੌਲੀ ਹੌਲੀ ਉਹਨਾਂ ਦੀ ਤੇ ਉਹਨਾਂ ਦੇ ਸਟਾਫ ਦੀ ਮਿਹਨਤ ਇਸ ਸਕੂਲ ਨੂੰ ਸਮਾਰਟ ਸਕੂਲ ਵਿੱਚ ਬਦਲ ਸਕੀ, ਤਬਦੀਲ ਕੀਤਾ। ਉਹਨਾਂ ਦੀ ਇਸ ਮਿਹਨਤ ਦੇ ਕਰਕੇ, ਉਹਨਾਂ ਦੇ ਇਸ ਯਤਨਾਂ ਦੇ ਕਰਕੇ ਉਹਨਾਂ ਦੇ ਸਕੂਲ ਦੇ ਵਿੱਚ ਅੱਜ LKG ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਸਾਰੀਆਂ ਜਮਾਤਾਂ ਸਮਾਰਟ ਕਲਾਸਰੂਮ ਦੇ ਵਿੱਚ ਤਬਦੀਲ ਨੇ, ਜਿਨ੍ਹਾਂ ਦੇ ਵਿੱਚ LED ਲੱਗੀ ਹੋਈ ਹੈ, ਜਿਨ੍ਹਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਨੇ। ਸੁਖਪਾਲ ਸਿੰਘ ਸਿੱਧੂ ਜੀ ਦਾ ਸਕੂਲ ਬਠਿੰਡੇ ਜ਼ਿਲ੍ਹੇ ਦਾ ਪਹਿਲਾ ਫੁੱਲੀ AC ਤੇ ਸਮਾਰਟ ਸਕੂਲ ਹੈ
ਜਿਹੜਾ ਕਿ ਉਹਨਾਂ ਦੀ ਮਿਹਨਤ ਦੇ ਬਲਬੂਤੇ ਇਸ ਨਾਮ ਤੇ ਆਇਆ ਹੈ। ਪਹਿਲ ਕਦਮੀਆਂ ਦੇ ਵਿੱਚ ਉਹਨਾਂ ਨੇ ਸਕੂਲ ਨੂੰ ਰੇਲ ਗੱਡੀ ਦੀ ਸ਼ਕਲ ਦੇ ਕੇ ਤੇ ਬਿਲਡਿੰਗ ਨੂੰ ਬਾਲਾ ਵਰਕ ਦੇ ਤੌਰ ਤੇ ਬੱਚਿਆਂ ਵਾਸਤੇ ਉਹ ਰੌਚਕ ਬਣਾਇਆ, ਜਿੱਥੇ ਆ ਕੇ ਬੱਚਿਆਂ ਦਾ ਦਿਲ ਲੱਗਦਾ ਹੈ, ਜਿੱਥੇ ਆ ਕੇ ਬੱਚੇ ਖੁਸ਼ ਹੁੰਦੇ ਆ। ਇਸੇ ਤਰ੍ਹਾਂ ਗਣਿਤ ਵਰਗੇ ਵਿਸ਼ਿਆਂ ਨੂੰ ਸਮਝਾਉਣ ਦੇ ਲਈ ਜਾਂ ਸਾਇੰਸ ਵਰਗੇ ਵਿਸ਼ਿਆਂ ਨੂੰ ਸਮਝਾਉਣ ਦੇ ਲਈ ਵਿਦਿਅਕ ਪਾਰਕਾਂ ਦੀ ਸਥਾਪਨਾ ਕੀਤੀ, ਜਿਹੜਾ ਕਿ ਬੱਚਿਆਂ ਦੇ ਸਾਹਮਣੇ ਰੋਜ਼ਾਨਾ ਇੱਕ ਸਕੂਲ ਮਾਡਲ ਨੇ, ਜਿਨ੍ਹਾਂ ਦੇ ਵਿੱਚ ਬੱਚਾ ਰੋਜ਼ਾਨਾ ਘੁੰਮਦਾ ਹੈ, ਫਿਰਦਾ ਹੈ, ਦੇਖਦਾ ਹੈ, ਸਿੱਖਦਾ ਹੈ। ਇਸੇ ਤਰ੍ਹਾਂ ਇੱਕ ਹੋਰ ਪ੍ਰਾਪਤੀ ਕਿ ਸਾਡਾ ਇਤਿਹਾਸ ਨੂੰ ਸਾਡੇ ਬੱਚਿਆਂ ਤੋਂ ਜਾਣੂ ਕਰਾਉਣਾ, ਜਾਂ ਇਤਿਹਾਸ ਨੂੰ ਸਿਰਫ ਕਿਤਾਬਾਂ ਦੇ ਵਿੱਚ ਪੜ੍ਹਾਉਣ ਦੀ ਬਜਾਏ ਜਲਿਆਂਵਾਲੇ ਬਾਗ ਦੀ ਯਾਦਗਾਰ ਹੈ ਉਹਨਾਂ ਨੇ ਪੂਰੀ ਦੀ ਪੂਰੀ ਆਪਣੇ ਸਕੂਲ ਦੇ ਵਿੱਚ ਬਣਵਾਈ। ਸ਼ਹੀਦੀ ਲਾਟ ਇਸੇ ਤਰ੍ਹਾਂ ਬਣਵਾਈ, ਖੂਨੀ ਖੂਹ ਦੀਆਂ ਤਸਵੀਰਾਂ ਜਿਹੜੀਆਂ ਉਸੇ ਤਰ੍ਹਾਂ ਡਿਜ਼ਾਈਨ ਕੀਤੀਆਂ, ਜਿਹੜੀਆਂ ਕਿ ਬੱਚਿਆਂ ਨੂੰ ਉਹਨਾਂ ਦਾ ਵਿਰਸਾ ਤੇ ਉਹਨਾਂ ਦਾ ਇਤਿਹਾਸ ਹਰ ਵੇਲੇ ਚੇਤੇ ਕਰਾਉਂਦੀਆਂ ਰਹਿੰਦੀਆਂ। ਇਸੇ ਤਰ੍ਹਾਂ ਸਮਾਰਟ ਪੈਨਲ ਬੋਰਡ ਦੀ ਸਥਾਪਨਾ ਕਰਕੇ ਉਹਨਾਂ ਨੇ ਪੂਰੇ ਦੇ ਪੂਰੇ ਸਕੂਲ ਨੂੰ ਸਮਾਰਟ ਕਲਾਸਰੂਮ ਦੇ ਵਿੱਚ ਤਬਦੀਲ ਕੀਤਾ। ਲਿਸਨਿੰਗ ਲੈਬ ਆਪਣੇ ਸਕੂਲ ਦੇ ਵਿੱਚ ਬਣਾਈ। ਅੰਗਰੇਜ਼ੀ ਮਾਧਿਅਮ ਸਕੂਲ, ਜਿਹੜੀ ਕਿ ਅੱਜ ਦੇ ਸਮਿਆਂ ਦੀ ਮੁੱਖ ਲੋੜ ਹੈ ਜਾਂ ਸਾਡੇ ਮਾਪਿਆਂ ਦੀ ਵਿਸ਼ੇਸ਼ ਤੌਰ ਤੇ ਡਿਮਾਂਡ ਹੈ, ਉਹਨੂੰ ਪਹਿਲ ਦੇ ਆਧਾਰ ਤੇ ਸ਼ੁਰੂ ਕੀਤਾ। ਇਸੇ ਤਰ੍ਹਾਂ ਵੱਖਰੀਆਂ ਪ੍ਰਾਪਤੀਆਂ ਵਿੱਚੋਂ ਉਹਨਾਂ ਦੇ ਬੱਚੇ ਆ ਜਿਹੜੇ ਸਕਾਊਟ ਐਂਡ ਗਾਈਡਸ ਦੀ ਅਗਵਾਈ ਦੇ ਵਿੱਚ 40 ਵਿਦਿਆਰਥੀਆਂ ਨੂੰ ਪ੍ਰਾਇਮਰੀ ਪੱਧਰ ਤੇ ਸਭ ਤੋਂ ਵੱਡੇ ਕੌਮੀ ਅਵਾਰਡ ਗੋਲਡਨ ਐਰੋ ਮਿਲ ਚੁੱਕਾ ਹੈ ਉਹਨਾਂ ਦੇ ਵਿਦਿਆਰਥੀਆਂ ਨੂੰ। ਇਸ ਸਾਲ ਪੂਰੇ ਪੰਜਾਬ ਦੇ ਵਿੱਚ ਇਹ ਅਵਾਰਡ ਹੈ ਜਿਹੜਾ 102 ਵਿਦਿਆਰਥੀਆਂ ਨੂੰ ਮਿਲਿਆ, ਤੇ ਜਿਹਦੇ ਵਿੱਚ ਨਥਾਣਾ ਸਕੂਲ ਦੇ ਸੁਖਪਾਲ ਸਿੰਘ ਸਿੱਧੂ ਜੀ ਦੇ ਸਕੂਲ ਦੇ 19 ਵਿਦਿਆਰਥੀ ਸ਼ਾਮਲ ਸੀ। ਸ਼ਾਨਦਾਰ ਲਾਇਬ੍ਰੇਰੀ ਦੀ ਸਥਾਪਨਾ ਉਹਨਾਂ ਨੇ ਆਪਣੇ ਸਕੂਲ ਦੇ ਵਿੱਚ ਵਿਦਿਆਰਥੀਆਂ ਅੰਦਰ ਲਿਟਰੇਰੀ ਰੁਚੀਆਂ ਪੈਦਾ ਕਰਨ ਵਾਸਤੇ ਬਣਾਈ ਹੈ। ਮਲਟੀਮੀਡੀਆ ਸਾਊਂਡ ਸਿਸਟਮ ਉਹਨਾਂ ਦੇ ਸਕੂਲ ਦੇ ਵਿੱਚ ਮੌਜੂਦ ਹੈ। CCTV ਕੈਮਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਉਹਨਾਂ ਦੇ ਸਕੂਲ ਦੇ ਵਿੱਚ ਤਾਇਨਾਤ ਨੇ। ਇਹਨਾਂ ਕੰਮਾਂ ਦੇ ਨਾਲ ਨਾਲ ਜਾਂ ਬੱਚਿਆਂ ਦੀ ਸੇਵਾ ਦੇ ਨਾਲ ਨਾਲ ਸੁਖਪਾਲ ਸਿੰਘ ਸਿੱਧੂ ਨੂੰ ਕਲਾਕਾਰੀ ਦਾ ਵੀ ਸ਼ੌਂਕ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਦੇ 5 ਗੀਤ ਵੀ ਰਿਕਾਰਡ ਹੋ ਚੁੱਕੇ ਹੈ। ਕਈ ਲਘੂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਇਸੇ ਤਰ੍ਹਾਂ ਇਸੇ ਕਲਾਕਾਰੀ ਨੂੰ ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਲਿਆਂਦਾ। ਜਦੋਂ ਕਰੋਨਾ ਦੌਰ ਦੇ ਦੌਰਾਨ ਨੰਨੇ ਉਸਤਾਦ ਜਾਂ ਨਵੀਆਂ ਪੈੜਾਂ ਵਰਗੇ ਪ੍ਰੋਗਰਾਮ TV ਦੇ ਉੱਤੇ ਚੱਲੇ ਤਾਂ ਉਹਨਾਂ ਦੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੇਖਣਯੋਗ ਹੁੰਦੀਆਂ ਸੀ, ਕਮਾਲ ਦੀਆਂ ਹੁੰਦੀਆਂ ਸੀਗੀਆਂ। ਇਸੇ ਤਰ੍ਹਾਂ ਹੋਰ ਉਪਲਬਧੀਆਂ ਦੇ ਵਿੱਚ ਨਥਾਣਾ ਸਕੂਲ ਦੇ ਵਿੱਚ ਸਵਿਤਰੀ ਬਾਈ ਫੂਲੇ, ਜਿਹਨੂੰ ਅਸੀਂ ਪਹਿਲੀ ਅਧਿਆਪਕਾ ਮੰਨਦੇ ਹਾਂ, AC ਆਡੀਟੋਰੀਅਮ ਦੀ ਸਥਾਪਨਾ ਉਹਨਾਂ ਨੇ ਕੀਤੀ, ਜੋ ਕਿ ਬੜਾ ਕਮਾਲ ਦਾ ਕੰਮ ਹੈ ਉਸ ਪੱਖ ਦੇ ਉੱਤੋਂ। ਸੋ ਕਰੋਨਾ ਦੌਰਾਨ ਜਿਵੇਂ ਸਰ ਨੇ ਸਟਾਰਟ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੇ ਸਿਰੜੀ ਲੋਕ, ਸਾਡੇ ਸਿਰੜੀ ਯੋਧੇ, ਜਿਨ੍ਹਾਂ ਨੇ ਮਾੜੇ ਦੌਰ ਦੇ ਵਿੱਚ ਵੀ ਬੱਚਿਆਂ ਨਾਲ ਵੀ ਜੁੜੇ ਰਹੇ, ਬੱਚਿਆਂ ਤੋਂ ਬਾਹਰ ਸੁਸਾਇਟੀ ਨਾਲ ਵੀ ਉਹਨਾਂ ਨੇ ਬੜਾ ਕੁਝ ਕੀਤਾ। ਸੁਖਪਾਲ ਸਿੱਧੂ ਵੀ ਉਹਨਾਂ ਵਿੱਚੋਂ ਸ਼ਾਮਲ ਨੇ, ਜਿਨ੍ਹਾਂ ਨੇ ਉਸ ਸਮੇਂ ਦੌਰਾਨ ਵੱਡੇ ਵੱਡੇ ਲੰਗਰ ਲਾਏ, ਉਸ ਸਮੇਂ ਦੌਰਾਨ ਮਾਸਕ ਵੱਡੀ ਪੱਧਰ ਤੇ ਵੰਡੇ। ਸੋ ਕਰੋਨਾ ਦੇ ਦੌਰਾਨ ਵੀ ਉਹਨਾਂ ਨੇ ਜਿੱਥੇ ਬੱਚਿਆਂ ਨਾਲ ਜੁੜੇ ਰਹੇ, ਬੱਚਿਆਂ ਨੂੰ ਵੀਡੀਓ ਰਾਹੀਂ, ਜ਼ੂਮ ਰਾਹੀਂ ਪੜ੍ਹਾਈ ਕਰਾਉਂਦੇ ਰਹੇ, ਉੱਥੇ ਸੁਸਾਇਟੀ ਦੇ ਨਾਲ ਵੀ, ਸੁਸਾਇਟੀ ਦੇ ਪੱਖ ਤੋਂ ਜੁੜੇ ਰਹੇ। ਸੋ ਸਿਰਜਣਾਤਮਕ ਸਿੱਖਿਆ ਸੰਸਾਰ ਸੁਖਪਾਲ ਸਿੰਘ ਸਿੱਧੂ ਜੀ ਦੇ ਇਹਨਾਂ ਕਾਰਜਾਂ ਨੂੰ ਸਲਾਮ ਕਰਦਾ ਹੈ, ਤੇ ਅਸੀਂ ਉਹਨਾਂ ਨੂੰ ਇਸ ਅਵਸਰ ਦੇ ਮੌਕੇ ਸਟੇਟ ਅਵਾਰਡ ਦੇ ਤੌਰ ਤੇ ਨਵਾਜੇ ਜਾਣ ਤੇ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦੇ ਹਾਂ। ਤੇ ਹੁਣ ਉਹਨਾਂ ਦਾ ਸਵਾਗਤ ਹੈ ਕਿ ਸੁਖਪਾਲ ਸਿੰਘ ਸਿੱਧੂ ਜੀ ਆਪਣੇ ਬਾਰੇ ਤੇ ਆਪਣੇ ਕੰਮਾਂ ਬਾਰੇ ਆਪ ਜਾਣਕਾਰੀ ਦੇਣਗੇ। ਜੀ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਬਹੁਤ ਧੰਨਵਾਦ ਕਰਦਾ ਜੀ ਸਾਰੀ ਸਿਰਜਣਾਤਮਕ ਟੀਮ ਦਾ, ਡਾਕਟਰ ਕੁਲਦੀਪ ਜੀ, ਸੁਖਜੀਵਨ ਜੀ, ਗੁਰਨੈਮ ਮਘਾਣੀਆ ਜੀ, ਜਿਨ੍ਹਾਂ ਨੇ ਸਾਨੂੰ ਇਸ ਪਲੇਟਫਾਰਮ ਦੇ ਉੱਪਰ ਅੱਜ ਬੁਲਾ ਕੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ, ਤੇ ਮੈਂ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹੈਗਾ। ਜਦੋਂ ਅਸੀਂ 2004 ਦੇ ਵਿੱਚ ਇਸ ਨੌਕਰੀ ਦੇ ਵਿੱਚ ਆਏ ਸੀਗੇ ਤਾਂ ਉਸ ਟਾਈਮ ਜਿਹੜੇ ਸਕੂਲਾਂ ਦਾ ਹਾਲ ਕੋਈ ਬਹੁਤਾ ਵਧੀਆ ਨਹੀਂ ਸੀਗਾ। ਚਲੋ ਹੌਲੀ ਹੌਲੀ ਕੰਮ ਕੀਤਾ, ਪਰ ਜਦੋਂ ਇਹ ਸੇਵਾ ਸ਼ੁਰੂ ਕੀਤੀ ਸੀਗੀ ਉਦੋਂ ਮਨ ਦੇ ਵਿੱਚ ਕੋਈ ਇਹ ਨਹੀਂ ਸੀਗਾ ਵੀ ਅਸੀਂ ਕੋਈ ਸਟੇਟ ਅਵਾਰਡ ਵਾਸਤੇ ਇਹ ਕੰਮ ਕਰ ਰਹੇ ਸੀਗੇ। ਅਵਾਰਡ ਦੀ ਕੋਈ ਕਦੇ ਸੁਪਨਾ ਵੀ ਨਹੀਂ ਲਿਆ ਸੀ ਵੀ ਆਪਾਂ ਅਵਾਰਡ ਲੈਣਾ ਜਾਂ ਆਪਾਂ ਨੂੰ ਅਵਾਰਡ ਮਿਲੇਗਾ, ਪਰ ਹੌਲੀ ਹੌਲੀ ਕੰਮ ਕਰਦੇ ਗਏ। 2014 ਦੇ ਤੋਂ ਲੈ ਕੇ ਅੱਜ ਤੱਕ ਲਗਾਤਾਰ 8 ਸਾਲ ਸਿੱਖਿਆ ਦੇ ਨਾਲ ਨਾਲ ਮੈਂ ਸਮਾਜ ਸੇਵਾ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਜੀ। ਸਭ ਤੋਂ ਪਹਿਲਾਂ ਸਾਡੇ ਇੱਥੇ ਨਥਾਣੇ ਦੇ ਵਿੱਚ ਇੱਕ ਅਨਾਥ ਬੱਚੇ ਹੈ ਜੀ, ਡਾਕਟਰ ਸਾਹਿਬ, ਉੱਥੇ 15-16 ਬੱਚੇ ਹੈ ਜੀ। ਇੱਕ ਆਸ਼ਰਮ ਬਣਿਆ ਹੋਇਆ ਗੰਗਾ ਤੇ ਨਥਾਣੇ ਪਿੰਡ ਦੇ ਵਿਚਕਾਰ ਜੀ। ਤੇ ਉਹ ਬੱਚਿਆਂ ਜਦੋਂ ਉੱਥੇ ਬੱਚੇ ਆਏ 15-16 ਜੀ, ਉਹ ਬੱਚੇ ਸਾਰੇ ਮੈਂ ਆਪਣੇ ਕੋਲੇ ਦੱਸ ਕਰਵਾਏ ਪਹਿਲਾਂ ਤੇ, ਮੇਰੇ ਕੋਲ ਸਕੂਲ 'ਚ ਪੜ੍ਹ ਰਹੇ ਉਸ ਟਾਈਮ ਤੋਂ ਸਾਰੇ ਬੱਚੇ।
ਤਾਂ ਮੈਂ ਉਹਨਾਂ ਬੱਚਿਆਂ ਦੇ ਸਭ ਤੋਂ ਪਹਿਲਾਂ ਜਨਮ ਦਿਨ ਮਨਾਉਣੇ ਸ਼ੁਰੂ ਕੀਤੇ। ਮੈਨੂੰ ਲੱਗਿਆ ਵੀ ਮੈਂ ਆਪਦੇ ਬੱਚੇ ਦਾ ਬਰਥਡੇ ਮਨਾਉਣ ਗਿਆ 14 ਦੇ ਵਿੱਚ ਪਹਿਲੀ ਵਾਰੀ ਉੱਥੇ, ਤਾਂ ਮੈਨੂੰ ਇਹ ਲੱਗਿਆ, ਮੈਂ ਕਿਹਾ ਵੀ ਆਪਾਂ ਆਪਦੇ ਬੱਚਿਆਂ ਦੇ ਆਪਾਂ ਬਰਥਡੇ ਮਨਾ ਰਹੇ ਹੈਗੇ, ਵੀ ਜਿਹੜੇ ਬੱਚੇ 15-16 ਹੈਗੇ ਇਹਨਾਂ ਨੇ ਕੇਕ ਖਾ ਲਿਆ, ਪੇਸਟਰੀ ਖਾ ਲਈ, ਪਰ ਇਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਗੱਲ ਤਾਂ ਜ਼ਰੂਰ ਹੋਊਗੀ ਵੀ ਸਰ ਆਏ ਹੈਗੇ, ਸਰ ਨੇ ਆਪਦੇ ਬੱਚੇ ਦਾ ਕੇਕ ਕੱਟ ਲਿਆ, ਵੀ ਜੇ ਸਾਡੇ ਕੋਈ ਮਾਪਿਓ ਹੁੰਦੇ, ਵੀ ਜਾਂ ਸਾਡੇ ਪੇਰੈਂਟਸ ਹੁੰਦੇ, ਜਾਂ ਸਾਡਾ ਵੀ ਕੋਈ ਜਨਮ ਦਿਨ ਹੈਗਾ ਵੀ ਉਹ ਵੀ ਕੋਈ ਕੇਕ ਕੱਟੇ। ਤਾਂ ਸਰ 14 ਦੇ ਵਿੱਚ ਮੈਂ ਮਈ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਦੇ ਉਸ ਕਮੇਟੀ ਨਾਲ ਗੱਲਬਾਤ ਕੀਤੀ, ਮੈਂ ਇਹਨਾਂ ਬੱਚਿਆਂ ਦੇ ਜਨਮ ਦਿਨ ਮਨਾਉਣਾ ਚਾਹੁੰਦਾ ਹੈਗਾ। ਤਾਂ ਜਿਹੜੀ ਮੇਰੇ ਮਨ ਦੇ ਵਿੱਚ ਜਿਹੜੀ ਸੇਵਾ ਗਈ ਉਹ 14 ਤੋਂ ਉਸ ਆਸ਼ਰਮ ਤੋਂ ਸ਼ੁਰੂ ਹੋਈ ਉਹ ਬੱਚਿਆਂ ਤੋਂ। ਫਿਰ ਉਸ ਤੋਂ ਬਾਅਦ ਮੈਂ ਆਪਦੇ ਸਕੂਲ ਦੇ ਜਿਹੜੇ ਮੇਰੀ ਜਮਾਤ ਦੇ ਬੱਚੇ ਸੀਗੇ 25-30 ਬੱਚੇ ਜੋ ਆਪਣੀ ਕਲਾਸ ਦੇ ਵਿੱਚ ਪੜ੍ਹਦੇ ਆ, ਮੈਂ ਉਹਨਾਂ ਦੇ ਬਰਥਡੇ ਵੀ ਨੋਟ ਕੀਤੇ, ਕਿਉਂਕਿ ਆਪਣੇ ਕੋਲੇ ਜਿਹੜੇ ਬੱਚੇ ਸਰ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਆ, ਆਪਾਂ ਨੂੰ ਪਤਾ ਵੀ ਕਿਹੋ ਜਿਹੇ ਹਾਲਾਤਾਂ 'ਚੋਂ ਆਉਂਦੇ ਆ, ਕਿਹੋ ਜਿਹੇ ਘਰਾਂ 'ਚੋਂ ਆਉਂਦੇ ਹੈਗੇ। ਤਾਂ ਉਹਨਾਂ ਬੱਚਿਆਂ ਤੋਂ ਹੀ, ਜਾਂ ਅਸੀਂ ਸੁੱਖ ਸੇਵਾ ਸੁਸਾਇਟੀ ਸਾਡੀ ਪੰਜਾਬ ਦੀ ਇੱਕ ਰਜਿਸਟਰ ਕਰਾਈ ਸੰਸਥਾ ਸਾਡੀ ਬਠਿੰਡੇ ਦੇ ਵਿੱਚ, ਜਿਹਨੇ ਲਾਕਡਾਊਨ ਦੇ ਵਿੱਚ ਲਗਾਤਾਰ ਪਹਿਲੇ 2020 ਦੇ ਵਿੱਚ ਅਸੀਂ ਲੰਗਰਾਂ ਦੀ ਸੇਵਾ ਕੀਤੀ। ਅਗਲੇ ਸਮੇਂ ਦੇ ਵਿੱਚ 2021 ਦੇ ਵਿੱਚ ਮਾਰਚ ਦੇ ਵਿੱਚ ਜਦੋਂ 5ਵੀਂ ਦੇ ਪੇਪਰ ਚੱਲ ਰਹੇ ਸੀਗੇ, ਤਾਂ ਮੈਨੂੰ ਸਰ ਕਰੋਨਾ ਹੋ ਗਿਆ ਜੀ। ਉਧਰੋਂ ਪੇਪਰ ਸੀ ਪਹਿਲਾਂ 5ਵੀਂ ਦਾ, ਤੇ 2 ਦਿਨਾਂ ਬਾਅਦ ਮੇਰੀ ਵਾਈਫ ਨੂੰ ਹੋ ਗਿਆ। ਤਾਂ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਠੀਕ ਹੋ ਗਏ ਜੀ। ਅਸੀਂ ਆਯੁਰਵੈਦਿਕ ਤਰੀਕੇ ਦੇ ਨਾਲ, ਜੜੀ ਬੂਟੀਆਂ ਦੇ ਨਾਲ, ਦੇਸੀ ਦੇ ਨਾਲ ਅਸੀਂ ਠੀਕ ਹੋਏ। ਤਾਂ ਫਿਰ ਅਸੀਂ ਉਹ ਠੀਕ ਹੋਣ ਤੋਂ ਬਾਅਦ ਲਗਾਤਾਰ ਜਿੰਨੇ ਵੀ ਬਠਿੰਡੇ ਦੇ ਹਸਪਤਾਲ ਸੀਗੇ ਉਹਨਾਂ ਦੇ ਵਿੱਚ ਵੀ ਅਸੀਂ ਉਹ ਕਾੜਾ ਜਿਹੜਾ ਅਸੀਂ ਉਹ ਬਣਾ ਕੇ ਦਿੰਦੇ ਰਹੇ, ਹਰ ਰੋਜ਼ 100 ਤੋਂ 150 ਜਿਹੜੇ ਮਰੀਜ਼ ਸੀ ਉਹਨਾਂ ਨੂੰ ਦਿੰਦੇ ਰਹੇ। ਸੈਕੰਡ ਦੌਰ ਆਇਆ ਜੀ ਕਰੋਨਾ ਦਾ, ਤਾਂ ਉਹਦੇ ਵਿੱਚ ਅਸੀਂ ਜੇ ਕੋਈ ਆਕਸੀਜਨ ਦੀ ਥੋੜ ਪਈ ਤਾਂ ਉਹ ਆਕਸੀਜਨ ਵੀ ਅਸੀਂ ਮੁਹੱਈਆ ਕਰਵਾਈ ਸੁਸਾਇਟੀ ਦੇ ਨਾਲ ਮਿਲ ਕੇ। ਤੇ ਇਸੇ ਤਰ੍ਹਾਂ ਹੀ ਵਰਲਡ ਕੈਂਸਰ ਕੇਅਰ ਸੰਸਥਾ ਕੀ ਡਾਕਟਰ ਕੁਲਵੰਤ ਧਾਲੀਵਾਲ ਜੀ, ਉਹਨਾਂ ਦੇ ਨਾਲ ਮਿਲ ਕੇ ਮੈਂ ਪੂਰੇ ਮਾਲਵੇ ਦੇ ਵਿੱਚ ਆਪਣੀ ਐਜੂਕੇਸ਼ਨ ਦੇ ਨਾਲ ਨਾਲ ਉਹ ਕੈਂਪ ਲਵਾਏ ਹੈਗੇ। ਉਹ ਵੀ ਇੱਕ ਮਤਲਬ ਗੱਲ ਕੀ ਹੈ ਜੀ, ਜਿਹੜੇ ਇਹ ਬੇਸ ਬਣਿਆ ਮੇਰਾ ਉਹ ਬੱਚਿਆਂ ਤੋਂ ਬਣਿਆ। ਜੇ ਅੱਜ ਅਸੀਂ ਬਠਿੰਡਾ ਦੇ ਵਿੱਚ ਡਾਕਟਰ ਸਾਹਿਬ 22 ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇ ਰਹੇ ਹਾਂ ਸਰ ਫੁੱਟਪਾਥ ਦੇ ਉੱਪਰ। ਉਹ ਫੁੱਟਪਾਥ ਦੇ ਉੱਪਰ ਕੀ ਸੀ ਜੀ, ਜੂਨ ਦੇ ਵਿੱਚ ਅਸੀਂ ਲੰਘ ਰਹੇ ਸੀ ਉੱਥੋਂ ਦੀ, ਤਾਂ ਬੱਚੇ ਮੈਂ ਦੇਖੇ ਵੀ ਗੱਡੀ ਦੇ ਸ਼ੀਸ਼ੇ ਸਾਫ਼ ਕਰਨੇ ਉਹਨਾਂ ਨੇ। ਪਰ ਇੱਕ ਵਾਰੀ ਮੇਰੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਡਾਕਟਰ ਸਾਹਿਬ ਵੀ ਜਿਹੜੇ ਬੱਚੇ ਆ ਜੇ ਆਪਾਂ ਇਹਨਾਂ ਨੂੰ ਪੜ੍ਹਾਉਣ ਲੱਗ ਗਏ ਵੀ ਕਦੇ ਕੋਈ ਆਪਾਂ ਨੂੰ ਆਪਣੇ ਡਿਪਾਰਟਮੈਂਟ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਕਿੰਤੂ ਪਰੰਤੂ ਨਾ ਹੋ ਜੇ। ਮੇਰੇ ਮਨ ਦੇ ਵਿੱਚ ਇੱਕ ਡਰ ਬਣ ਗਿਆ ਵੀ ਆਪਾਂ ਇੱਕ ਸਰਕਾਰੀ ਮੁਲਾਜ਼ਮ ਆ, ਵੀ ਏਦਾਂ ਦੀ ਕੋਈ ਗੱਲਬਾਤ ਨਾ ਹੋ ਜੇ। ਤਾਂ ਉਸ ਤੋਂ ਬਾਅਦ ਸਰ 21 ਜੂਨ ਨੂੰ ਇੱਕ ਫੰਕਸ਼ਨ ਸੀਗਾ ਡੀਸੀ ਸਾਹਿਬ ਵੱਲੋਂ ਆਪਣੇ ਸਾਰੇ ਪੰਜਾਬ ਦੇ ਵਿੱਚ ਸੀਗਾ ਵੀ ਸਵੱਛ ਵਿਦਿਆਲਿਆ ਅਧੀਨ ਆਪਣੇ ਸਕੂਲਾਂ ਨੂੰ ਪੁਰਸਕਾਰ ਦਿੱਤੇ ਗਏ ਸੀਗੇ ਜੀ। ਉੱਥੇ ਸਾਡੇ ਸਕੂਲ ਨੂੰ ਵੀ ਮਿਲਿਆ ਸੀ ਉਹ ਪੁਰਸਕਾਰ। ਤਾਂ ਉੱਥੇ ਜਦੋਂ ਡੀਸੀ ਸਾਹਿਬ ਨੇ ਗੱਲ ਰੱਖੀ ਵੀ ਕੋਈ ਅਧਿਆਪਕ ਜੇ ਸਵੈ ਇੱਛਾ ਨਾਲ ਜਿਹੜੇ ਬੱਚੇ ਹੈਗੇ ਕਾਰਾਂ ਦੀ ਸ਼ੀਸ਼ੇ ਸਾਫ਼ ਕਰਦੇ ਆ, ਭੀਖ ਵਗੈਰਾ ਮੰਗਦੇ ਹੈਗੇ, ਵੀ ਇਹਨਾਂ ਨੂੰ ਜੇ ਕੋਈ ਐਜੂਕੇਸ਼ਨ ਦੇਣਾ ਚਾਹਵੇ, ਤਾਂ ਸਰ ਉਹ ਮੇਰਾ ਮਨ ਦਾ ਜਿਹੜਾ ਸੁਪਨਾ ਸੀਗਾ ਉਹ ਤਾਂ ਨਾਲ ਦੀ ਨਾਲ ਉੱਥੇ ਹੀ ਪੂਰਾ ਹੋ ਗਿਆ। ਤੇ ਮੈਂ ਸਭ ਤੋਂ ਪਹਿਲਾਂ ਡੀਸੀ ਸਾਹਿਬ ਨੂੰ ਕਿਹਾ ਵੀ ਸਰ ਮੈਂ ਇਹ ਕੰਮ ਕਰਨ ਵਾਸਤੇ ਰੈਡੀ ਹੈਗਾ। ਤਾਂ ਸਰ ਅਸੀਂ ਉਸ ਤੋਂ ਬਾਅਦ ਲਗਾਤਾਰ ਅੱਜ ਸਾਨੂੰ ਲਗਭਗ 3 ਮਹੀਨੇ ਹੋ ਗਏ ਆ, ਅਸੀਂ ਉਹਨਾਂ ਬੱਚਿਆਂ ਨੂੰ ਫੁੱਟਪਾਥ ਦੇ ਉੱਪਰ ਹੀ ਬਲੈਕ ਬੋਰਡ ਤੇ ਸਲੇਖਾਂ ਲੈ ਕੇ ਲਗਾਤਾਰ ਐਜੂਕੇਸ਼ਨ ਦੇ ਰਹੇ ਹੈਗੇ। ਭਾਰਤ ਸਕਾਊਟ ਐਂਡ ਗਾਈਡ ਦਾ ਗਰੁੱਪ ਮੈਂ 4 ਸਾਲ ਪਹਿਲਾਂ ਸਕੂਲ ਦੇ ਵਿੱਚ ਸ਼ੁਰੂ ਕੀਤਾ ਸੀਗਾ ਜੀ, ਜਿਹਦਾ ਕਿ ਇੱਕ ਬੱਚੇ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈਗਾ। ਤੇ ਅੱਜ ਮੇਰੇ 40 ਬੱਚਿਆਂ ਨੂੰ ਉਹ ਨੈਸ਼ਨਲ ਅਵਾਰਡ ਮਿਲ ਚੁੱਕਿਆ। ਹੁਣ ਮੈਂ ਤੁਹਾਡੇ ਜਿਹੜਾ ਅੱਜ ਦਾ ਪ੍ਰੋਗਰਾਮ ਆ, ਆਪਾਂ ਹੱਲਾਸ਼ੇਰੀ ਦੀ ਗੱਲ ਕਰਦੇ ਹਾਂ ਜੀ, ਕੰਮ ਕਰ ਰਹੇ ਹਾਂ ਆਪਾਂ। ਜੇ ਆਪਾਂ ਇੱਕ ਬੱਚਾ ਜੀ ਜੇ ਆਪਾਂ ਨੂੰ ਵੈਰੀ ਗੁੱਡ ਦੇ ਦਾਂਗੇ ਜਾਂ ਕੋਈ ਸਟਾਰ ਦੇ ਦਾਂਗੇ ਜਾਂ ਆਈਸਕ੍ਰੀਮ ਜਾਂ ਟੌਫੀ ਬਣਾ ਕੇ ਦੇ ਦਾਂਗੇ, ਸਰ ਉਹ ਬੱਚਾ ਅਗਲਾ ਪੇਜ ਬਹੁਤ ਵਧੀਆ ਕਰੂਗਾ। ਕੰਮ ਤਾਂ ਉਹਨੇ ਕਰਨਾ ਹੀ ਕਰਨਾ ਜੀ, ਅਗਲਾ ਕੰਮ ਵੀ ਕਰਨਾ, ਉਸ ਤੋਂ ਅਗਲਾ ਵੀ ਕਰਨਾ ਹੈਗਾ। ਪਰ ਜੇ ਆਪਾਂ ਨੂੰ ਥੋੜਾ ਜਿਹਾ ਆਪਾਂ ਉਹਦੀ ਹੌਸਲਾ ਅਫਜ਼ਾਈ ਕਰ ਦਾਂਗੇ ਤਾਂ ਉਹ ਉਸ ਤੋਂ ਵੱਧ ਮੋਟੀਵੇਟ ਹੋ ਕੇ ਵਧੀਆ ਕੰਮ ਕਰੂਗਾ। ਇਵੇਂ ਜੇਕਰ ਕੀ ਹੈ ਸਰ, ਜਿਹੜਾ ਸਟੇਟ ਅਵਾਰਡ ਆਪਾਂ ਨੂੰ ਮਿਲਿਆ ਹੈਗਾ ਪੰਜਾਬ ਸਰਕਾਰ ਵੱਲੋਂ, ਉਹ ਵੀ ਇੱਕ ਮੋਟੀਵੇਸ਼ਨ ਹੈਗੀ। ਕੰਮ ਤਾਂ ਆਪਾਂ ਕਰਦੇ ਰਹਿਣਾ ਜੀ, ਲਗਾਤਾਰ ਕਰ ਹੀ ਰਹੇ ਹੈਗੇ, ਪਰ ਇਹਦੇ ਨਾਲ ਇਹ ਕੀ ਹੈਗਾ, ਜੇ ਇਹ ਸਟੇਟ ਅਵਾਰਡ ਇੱਕ ਸਹੀ ਬੰਦੇ ਨੂੰ ਮਿਲ ਜੇ ਜੀ। ਕਈ ਵਾਰੀ ਕੀ ਹੁੰਦਾ ਜੀ, ਸਟੇਟ ਅਵਾਰਡ ਵੀ ਕਿਸੇ ਸਹੀ ਇਨਸਾਨ ਨੂੰ ਜਾਂ ਸਹੀ ਅਧਿਆਪਕ ਨੂੰ ਨਹੀਂ ਮਿਲਦਾ ਜੀ। ਉਸ ਟਾਈਮ ਕੀ ਹੁੰਦਾ, ਦੇਖਣ ਵਾਲੇ ਜੇ ਕੋਈ ਅਧਿਆਪਕ ਆਪਾਂ ਨੂੰ ਦੇਖ ਕੇ ਹੋਰ ਫੀਲਡ ਦੇ ਵਿੱਚ ਕੰਮ ਕਰ ਰਿਹਾ ਹੈਗਾ ਤਾਂ ਉਹ ਮੋਟੀਵੇਟ ਦੀ ਜਾਏ ਜਾਂ ਪੋਜ਼ਿਟਿਵ ਦੀ ਬਜਾਏ ਨੈਗੇਟਿਵ ਹੋ ਜਾਏਗਾ। ਜੇ ਕਿਸੇ ਸਹੀ ਅਧਿਆਪਕ ਨੂੰ, ਸਹੀ ਮਿਹਨਤ ਕਰਨ ਵਾਲੇ ਨੂੰ ਇਹ ਅਵਾਰਡ ਮਿਲਦਾ ਗਾ ਤਾਂ ਉਹਨੂੰ ਦੇਖ ਕੇ ਹੋਰ ਅਧਿਆਪਕ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਆ, ਉਹ ਵੀ ਉਹਨਾਂ ਨੂੰ ਦੇਖ ਕੇ ਸਰ ਹੋਰ ਕੰਮ ਕਰਦੇ। ਬਿਲਕੁਲ, ਬਹੁਤ ਵਧੀਆ ਸਰ, ਬਹੁਤ ਵਧੀਆ। ਤੁਹਾਡੇ ਲਈ ਬਹੁਤ ਬਹੁਤ ਦੁਆਵਾਂ ਨੇ ਸੁਖਪਾਲ ਸਿੰਘ ਜੀ। ਇਸੇ ਤਰ੍ਹਾਂ ਤੁਸੀਂ ਹੋਰ ਸ਼ਕਤੀ ਨਾਲ ਤੇ ਹੋਰ એનર્ਜੀ ਨਾਲ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ, ਖਾਸ ਤੌਰ ਤੇ ਜਿਹੜੇ ਬੱਚੇ ਹਾਸ਼ੀਏ ਤੇ ਨੇ, ਉਹਨਾਂ ਲਈ ਕੰਮ ਕਰਨਾ ਸੱਚਮੁੱਚ ਇਹ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ। ਤੇ ਤੁਸੀਂ ਇਹ ਕੰਮ ਇਸੇ ਸ਼ਕਤੀ ਨਾਲ, ਇਸੇ ਬੁਲੰਦਗੀ ਨਾਲ ਕਰਦੇ ਰਹੋ। ਤੁਹਾਡੇ ਲਈ ਬਹੁਤ ਬਹੁਤ
ਥੈਂਕ ਯੂ ਸਰ। ਅੱਗੇ ਤੁਰਦੇ ਹਾਂ ਦੋਸਤੋ, ਸਾਡੇ ਨਾਲ ਨੇ ਪਰਮਿੰਦਰ ਤਾਂਗੜੀ। ਪਰਮਿੰਦਰ ਬਾਰੇ ਬਹੁਤ ਸਾਰੀਆਂ ਗੱਲਾਂ ਨਵਨੀਤ ਨੇ ਕਰਨੀਆਂ ਨੇ ਤੇ ਪਰਮਿੰਦਰ ਨੇ ਆਪ ਕਰਨੀਆਂ ਨੇ, ਪਰ ਮੈਂ ਇੱਕੋ ਹੀ ਗੱਲ ਦਾ ਜਿਹੜਾ ਕ੍ਰੈਡਿਟ ਹੈ ਉਹ ਲੈਣਾ ਚਾਹੂੰਗਾ, ਜਾਂ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪਰਮਿੰਦਰ ਨੂੰ ਮੁੱਢਲੇ ਦੌਰ ਦੇ ਵਿੱਚ ਮੈਂ ਵੀ ਪੜ੍ਹਾਇਆ, ਮੇਰੇ ਵਿਦਿਆਰਥੀ ਰਹੇ ਨੇ ਪਰਮਿੰਦਰ। ਤੇ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਚਲੋ ਕੰਮ ਤਾਂ ਸਾਰਿਆਂ ਨੇ ਕਰਨਾ ਹੁੰਦਾ ਹੈ, ਸਕੂਲ ਦੇ ਵਿੱਚ ਡਿਊਟੀ ਵੀ ਨਿਭਾਉਣੀ ਹੁੰਦੀ ਹੈ, ਪਰ ਇੱਕ ਅੱਛਾ ਇਨਸਾਨ, ਇੱਕ ਸਲੀਕੇ ਵਾਲਾ ਇਨਸਾਨ, ਇੱਕ ਨਿਮਰ ਇਨਸਾਨ ਹੋਣਾ, ਇਹ ਆਪਣੇ ਆਪ ਵਿੱਚ ਵੱਡੀ ਗੱਲ ਹੁੰਦੀ ਹੈ। ਪਰਮਿੰਦਰ ਦੀ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਹੁੰਦੀ ਹੈ ਕਿ ਇਨਸਾਨ ਦੇ ਤੌਰ ਤੇ ਬਹੁਤ ਖੂਬਸੂਰਤ ਇਨਸਾਨ ਹੈ। ਮੈਂ ਉਹਨੂੰ ਕਦੇ ਵੀ ਡਿਸਟਰਬ ਰੂਪ ਦੇ ਵਿੱਚ, ਕਦੇ ਵੀ ਗੁੱਸੇ ਵਾਲੇ ਰੂਪ ਦੇ ਵਿੱਚ, ਕਦੇ ਵੀ ਬਹੁਤ ਉਤੇਜਨਾ ਦੇ ਰੂਪ ਦੇ ਵਿੱਚ ਨਹੀਂ ਦੇਖਿਆ। ਇੰਨੀਆਂ ਸਮ ਰਹਿਣ ਵਾਲੀਆਂ ਸ਼ਖਸੀਅਤਾਂ ਬਹੁਤ ਘੱਟ ਹੁੰਦੀਆਂ ਨੇ। ਪਰਮਿੰਦਰ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਨਾਲ ਹੀ ਮੇਰਾ ਦੂਜਾ ਵਿਦਿਆਰਥੀ ਨਵਨੀਤ ਕੱਕੜ, ਜਿਹੜੇ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਮੈਂ ਉਹਨਾਂ ਨੂੰ ਇੱਕੋ ਸਕੂਲ ਦੇ ਵਿੱਚ ਪੜ੍ਹਾਇਆ ਹੈ। ਮੈਂ ਨਵਨੀਤ ਨੂੰ ਕਹੂੰਗਾ ਕਿ ਉਹ ਪਰਮਿੰਦਰ ਬਾਰੇ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਪਰਮਿੰਦਰ ਤਾਂਗੜੀ ਆਪਣੇ ਬਾਰੇ ਗੱਲਬਾਤ ਕਰਨਗੇ। ਨਵਨੀਤ। ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੀਆਂ ਮਾਨਮੱਤੀਆਂ ਸ਼ਖਸੀਅਤਾਂ, ਰਾਜ ਪੁਰਸਕਾਰ ਵਿਜੇਤਾ ਅਧਿਆਪਕਾਂ ਨੂੰ ਮੈਂ ਮੁਬਾਰਕਬਾਦ ਆਖਦਾ ਹਾਂ। ਤੇ ਮੇਰੇ ਲਈ ਸੁਭਾਗ ਦੀ ਗੱਲ ਹੈ ਕਿ ਮੇਰੇ ਜਮਾਤੀ ਰਹੇ, ਮੇਰੇ ਨਾਲ ਬਚਪਨ 'ਚ ਖੇਡਦੇ ਰਹੇ, ਤੇ ਹੁਣ ਮੇਰੇ ਕੁਲੀਗ ਅਧਿਆਪਕ ਪਰਮਿੰਦਰ ਤਾਂਗੜੀ ਜੀ ਬਾਰੇ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ। ਜਦੋਂ ਪਰਮਿੰਦਰ ਬਾਰੇ ਗੱਲ ਕਰਨੀ ਹੈ ਤਾਂ ਸੁਭਾਵਿਕ ਰੂਪ ਵਿੱਚ ਬੋਹਾ ਸਕੂਲ ਦੀ ਉਸ ਜਰਖੇਜ਼ ਭੂਮੀ ਦੀ ਵੀ ਗੱਲ ਕਰਨੀ ਪਊ, ਜੋ ਟਿੱਬਿਆਂ ਦੀ ਧਰਤੀ ਤੇ ਇਹ ਸਕੂਲ ਹੈ। ਬੋਹਾ ਸਕੂਲ ਡਾਕਟਰ ਦੀਪ ਦੇ ਆਉਣ ਤੋਂ ਬਾਅਦ ਬਹੁਤ ਫਰਟਾਈਲ ਹੋ ਜਾਂਦਾ, ਜਰਖੇਜ਼ ਹੋ ਜਾਂਦਾ, ਖਾਸ ਤੌਰ ਤੇ ਸਹਿ ਵਿਦਿਅਕ ਗਤੀਵਿਧੀਆਂ ਦੇ ਵਿੱਚ। ਉੱਥੋਂ ਗਰਨੈਪ, ਸੁਰਿੰਦਰ ਸਾਗਰ, ਪਲਵਿੰਦਰ ਬਿੱਟੂ ਵਰਗੇ ਕਲਾਕਾਰ ਪੈਦਾ ਹੁੰਦੇ ਨੇ। ਡਾਕਟਰ ਦੀਪ ਦੇ ਜਾਣ ਤੋਂ ਬਾਅਦ ਇੱਕ ਖਲਾ ਪੈਦਾ ਹੁੰਦਾ ਹੈ। ਫਿਰ 2006 ਦੇ ਵਿੱਚ ਪਰਮਿੰਦਰ ਤਾਂਗੜੀ ਜੀ ਉੱਥੇ ਬਤੌਰ ਸਾਇੰਸ ਅਧਿਆਪਕ ਜੁਆਇਨ ਕਰਦੇ। ਸਾਇੰਸ ਅਧਿਆਪਕ ਜਦੋਂ ਜੁਆਇਨ ਕਰਦੇ ਨੇ ਤਾਂ ਉਹ ਇੱਕੋ ਹੀ ਗੱਲ ਮਹਿਸੂਸ ਕਰਦੇ ਨੇ ਕਿ ਇਸ ਸੰਸਥਾ ਦੇ ਵਿੱਚ ਸਾਇੰਸ ਗਰੁੱਪ ਕਿਉਂ ਨਹੀਂ ਚੱਲ ਸਕਿਆ। ਉਹਦਾ ਕਾਰਨ ਇਹ ਹੈ ਕਿ ਸਾਇੰਸ ਦੇ ਅਧਿਆਪਕ ਸਾਡੇ ਇਲਾਕੇ ਵਿੱਚ ਪੈਦਾ ਨਹੀਂ ਹੋ ਰਹੇ। ਉਹ ਜ਼ਿਆਦਾ ਪਟਿਆਲੇ ਤੋਂ ਆਉਂਦੇ ਨੇ, ਸੰਗਰੂਰ ਤੋਂ ਆਉਂਦੇ ਨੇ, ਹੋਰ ਜ਼ਿਲ੍ਹਿਆਂ ਤੋਂ ਆਉਂਦੇ ਨੇ। ਉਹਨਾਂ ਭਾਵੇਂ ਉਹ ਪੜ੍ਹਾਉਂਦੇ ਨੇ, ਪਰ ਉਹਨਾਂ ਦਾ ਮੁੱਢਲਾ ਟੀਚਾ ਇਹ ਹੁੰਦਾ ਹੈ ਕਿ ਜਲਦੀ ਆਪਣੀ ਬਦਲੀ ਕਰਾ ਕੇ ਵਾਪਸ ਜਾਈਏ। ਤਾਂ ਕੋਈ ਵੀ ਅਧਿਆਪਕ 2 ਜਾਂ 3 ਵਾਰੇ ਲਗਾਉਂਦਾ ਹੈ ਤੇ ਉੱਥੇ ਉਹ ਲੰਮਾ ਸਮਾਂ ਨਹੀਂ ਟਿਕਦਾ। ਤਾਂ ਉਹਨਾਂ ਨੇ ਪਹਿਲਾਂ ਆਉਣ ਸਾਰ ਇਹ ਇੱਛਾ ਜਤਾਈ ਕਿ ਇੱਥੇ ਸਾਇੰਸ ਗਰੁੱਪ ਚਲਾ ਕੇ ਇੱਥੋਂ ਸਾਇੰਸ ਅਧਿਆਪਕ ਪੈਦਾ ਕੀਤੇ ਜਾਣ। ਤੇ ਪਰਮਿੰਦਰ ਦੀ ਇਹ ਮਿਹਨਤ ਹੀ ਸੀ ਕਿ ਅੱਜ ਲਗਭਗ 100 ਦੇ ਕਰੀਬ ਵਿਦਿਆਰਥੀ ਬੋਹਾ ਸਕੂਲ ਚ ਪੜ੍ਹ ਕੇ, ਜੋ ਪਰਮਿੰਦਰ ਹੋਰਾਂ ਦਾ ਸਟੂਡੈਂਟ ਹੈ, ਪ੍ਰਦੀਪ ਜੀ ਜੋ ਅੱਜ ਕੱਲ੍ਹ ਕੈਨੇਡਾ ਸੈਟਲ ਨੇ ਉਹਨਾਂ ਦੇ ਸਟੂਡੈਂਟ ਨੇ, ਵਿਸ਼ਾਲ ਬਾਂਸਲ ਜੀ ਦੇ ਸਟੂਡੈਂਟ ਨੇ, ਇਹਨਾਂ ਦੀ ਟੀਮ ਚੋਂ ਪੈਦਾ ਹੋਏ ਵਿਦਿਆਰਥੀ ਸਰਕਾਰੀ ਸਾਇੰਸ ਅਧਿਆਪਕ ਨੇ ਜਾਂ ਲੈਕਚਰਰ ਨੇ ਜਾਂ ਵੱਡੀਆਂ ਪੋਸਟਾਂ ਤੇ ਨੇ। ਤਾਂ ਬੋਹਾ ਜੋ ਇੱਕ ਟਿੱਬਿਆਂ ਦੀ ਧਰਤੀ ਜਾਣੀ ਜਾਂਦੀ ਹੈ, ਉਹ ਸਾਇੰਸ ਅਧਿਆਪਕ ਪੈਦਾ ਕਰਨ ਲਈ ਉੱਥੇ ਸਾਇੰਸ ਅਧਿਆਪਕਾਂ ਦੀ ਪੈਦਾਵਾਰ ਹੋਈ, ਇੱਕ ਨਰਸਰੀ ਪੈਦਾ ਹੋਈ ਬਣੀ। ਇਹਦਾ ਸਿਹਰਾ ਅਸੀਂ ਪਰਮਿੰਦਰ ਤਾਂਗੜੀ ਨੂੰ ਦੇਣਾ ਚਾਹੁੰਦੇ ਹਾਂ। ਤੇ ਪਰਮਿੰਦਰ ਕੱਲਾ ਸਾਇੰਸ ਦੇ ਨਾਲ ਨਾਲ ਉਹਦੇ ਵਿੱਚ ਇੱਕ ਇੱਛਾ ਸੀ ਕਿ ਜਿਹੜਾ ਸਾਇੰਸ ਹੈ ਸਿਰਫ ਥਿਊਰੀ ਬਣ ਕੇ ਨਾ ਰਹਿ ਜੇ, ਉਹ ਪ੍ਰੈਕਟੀਕਲ ਹੋਵੇ। ਤਾਂ ਪ੍ਰੈਕਟੀਕਲ ਕਰਨ ਲਈ ਉਹਨਾਂ ਨੇ ਛੋਟੀਆਂ ਗੇਮਾਂ ਸਿਰਜੀਆਂ, ਛੋਟੀਆਂ ਖੇਡਾਂ ਵੱਡੇ ਮਾਡਲ ਨਹੀਂ। ਉਹਨਾਂ ਖੇਡਾਂ ਰਾਹੀਂ ਜਦੋਂ ਵਿਦਿਆਰਥੀ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਵਿਦਿਆਰਥੀਆਂ ਦੇ ਅੰਦਰ ਸਾਇੰਸ ਰਚ ਗਈ। ਪਰਮਿੰਦਰ ਸਕੂਲ ਦੇ ਵਿੱਚ ਸਾਇੰਸ ਪਾਰਕ ਦੀ ਉਸਾਰੀ ਕਰਦਾ ਹੈ। ਪਰਮਿੰਦਰ ਸਕੂਲ ਦੇ ਵਿੱਚ ਬੋਟੈਨੀਕਲ ਪਾਰਕ, ਜੋ ਇੱਕ ਆਪਣੇ ਆਪ ਵਿੱਚ ਖਾਸ ਤਰ੍ਹਾਂ ਦਾ ਪਾਰਕ ਹੁੰਦਾ ਹੈ, ਜਿਸ ਵਿੱਚ ਉਹ ਹਰਬਸ ਉਗਾਉਂਦੇ ਨੇ ਤੇ ਹਰਬਸ ਨੂੰ ਵਿਦਿਆਰਥੀਆਂ ਤੱਕ ਪਹੁੰਚਣਾ ਕਰਨਾ ਕਿ ਇਹਨਾਂ ਹਰਬਸ ਦੀ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ, ਇਹ ਪਰਮਿੰਦਰ ਦੇ ਹਿੱਸੇ ਹੀ ਆਉਂਦਾ। ਪਰਮਿੰਦਰ ਤਾਂਗੜੀ ਜੀ ਵਿਸ਼ਾ ਮਾਹਰ ਦੇ ਤੌਰ ਤੇ ਅਸੀਂ ਜੇ ਦੇਖੀਏ ਤਾਂ ਉਹਨਾਂ ਦੀ ਸਿਰਫ ਸਕੂਲ ਤੱਕ ਦੇਣ ਨਹੀਂ ਹੈ। ਉਹ ਸੋਚਦੇ ਨੇ ਕਿ ਸਾਇੰਸ ਮੇਰੇ ਇਕੱਲੇ ਸਕੂਲ ਤੱਕ ਕਿਉਂ ਸੀਮਿਤ ਰਹੇ। ਆਲੇ ਦੁਆਲੇ ਦੇ ਜਿੰਨੇ ਸਕੂਲ ਨੇ ਉੱਥੇ ਪਰਮਿੰਦਰ ਤਾਂਗੜੀ ਜੀ ਹਰ ਸਾਲ ਆਪਣੇ ਵੱਲੋਂ ਬਣਾਈ ਇੱਕ ਬੁਕਲੇਟ, ਜਿਹਨੂੰ ਸਾਇੰਸ ਦੀ ਬੁਕਲੇਟ ਉਹ ਕਹਿੰਦੇ ਨੇ, ਗਿਆਨ ਰੇਸ਼ਮਾ ਨਾਂ ਦੀ ਉਹਨਾਂ ਦੀ ਬੁਕਲੇਟ ਬਣਾਉਂਦੇ ਨੇ ਉਹ। ਤੇ ਹਰ ਸਾਲ ਫ੍ਰੀ ਪਬਲਿਸ਼ ਆਪਣੇ ਵੱਲੋਂ ਕਰਕੇ, ਆਪਣੇ ਖਰਚੇ ਤੇ ਕਰਕੇ ਆਲੇ ਦੁਆਲੇ ਦੇ ਸਕੂਲਾਂ ਵਿੱਚੋਂ ਪਹੁੰਚਦੀ ਕਰਦੇ ਨੇ। ਹਰ ਸਾਲ ਇਹ ਕਾਰਜ ਉਹਨਾਂ ਨੇ ਕਰਨੀ। ਇਸ ਦੇ ਨਾਲ ਨਾਲ ਪਰਮਿੰਦਰ ਤਾਂਗੜੀ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਕਿਤਾਬਾਂ ਨੇ ਸਾਇੰਸ ਦੀਆਂ, ਉਸ ਵਿੱਚ ਬਤੌਰ ਲੇਖਕ ਉਹ ਆਪਣੇ ਕੰਮ ਕਰ ਰਹੇ ਨੇ। 6ਵੀਂ ਤੇ 7ਵੀਂ ਦੀ ਕਿਤਾਬ ਪਬਲਿਸ਼ ਹੋ ਚੁੱਕੀ ਹੈ ਤੇ ਬਾਕੀ
ਪਾਈਪਲਾਈਨ ਦੇ ਵਿੱਚ ਨੇ ਤੇ ਹਰ ਵਰੇ ਜਿਹੜੀ ਅਗਲੇ ਸਾਲ 8ਵੀਂ ਕਿਤਾਬ ਆਉਣੀ ਹੈ, ਇਹ ਸਾਰੀਆਂ ਕਿਤਾਬਾਂ ਦੇ ਰਾਈਟਰ ਪਰਮਿੰਦਰ ਤਾਂਗੜੀ ਜੀ ਉਸ ਪੈਨਲ ਦੇ ਵਿੱਚ ਨੇ। ਪਰਮਿੰਦਰ ਤਾਂਗੜੀ ਜੀ +2 ਬਾਇਓਲੋਜੀ, ਕਿਉਂਕਿ ਇਹ ਕਿਹਾ ਜਾਂਦਾ ਹੈ ਕੋਈ ਭਾਸ਼ਾ ਅਮੀਰ ਉਦੋਂ ਹੁੰਦੀ ਹੈ ਜਦੋਂ ਉਸ ਭਾਸ਼ਾ ਵਿੱਚ ਉਹ ਸਾਇੰਸ ਵਿਸ਼ੇ ਪੜ੍ਹਨ ਦੀ ਜੋ ਭਾਸ਼ਾ ਪੈਦਾ ਕੀਤੀ ਜਾ ਸਕੇ। ਬਾਇਓਲੋਜੀ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਕਰਨ ਦਾ ਸਿਹਰਾ ਵੀ ਪਰਮਿੰਦਰ ਤਾਂਗੜੀ ਨੂੰ ਜਾਂਦਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਲਈ। ਪਰਮਿੰਦਰ ਤਾਂਗੜੀ ਜੀ ਇੱਕ ਅਨੋਖੀ ਬਾਇਓਲੋਜੀ ਲੈਬ ਜੋ ਮਤਲਬ ਪੰਜਾਬ ਦੇ ਵਿੱਚ ਆਪਣੇ ਆਪ ਵਿੱਚ ਇੱਕ ਉਦਾਹਰਨ ਹੋਵੇਗੀ। ਡਾਕਟਰ ਸਾਹਿਬ ਨੇ ਵੀ ਉਹ ਲੈਬ ਸ਼ਾਇਦ ਵਿਜ਼ਿਟ ਕੀਤੀ ਹੈ, ਪਰ ਉਹ ਲੈਬ ਦਿਨ ਬ ਦਿਨ ਤਰੱਕੀ ਕਰਦੀ, ਉਹ ਇੰਨੀ ਕੁ ਅਪਡੇਟਡ ਲੈਬ ਹੈ ਕਿ ਬਾਇਓਲੋਜੀ ਦੇ ਬਹੁਤ ਸਾਰੇ ਪ੍ਰੈਕਟੀਕਲ ਉੱਥੇ ਹੁੰਦੇ ਨੇ, ਫੁੱਲੀ ਸਮਾਰਟ ਲੈਬ। ਪਰਮਿੰਦਰ ਤਾਂਗੜੀ ਵਿੱਚ ਇੱਕ ਚੰਗੇ ਅਧਿਆਪਕ ਦੇ ਨਹੀਂ, ਇੱਕ ਚੰਗੇ ਪ੍ਰਸ਼ਾਸਕ ਦੇ ਗੁਣ ਵੀ ਨੇ। ਇੱਕ ਚੰਗਾ ਐਡਮਿਨਿਸਟ੍ਰੇਟਰ ਹੈ ਜੋ ਪਰਮਿੰਦਰ ਤਾਂਗੜੀ, ਉਹਨਾਂ ਵਿੱਚ ਬਹੁਤ ਖੂਬਸੂਰਤ ਝਲਕਦਾ ਹੈ। ਤਾਂਗੜੀ ਜੀ ਬਾਰੇ ਡਾਕਟਰ ਦੀਪ ਨੇ ਸ਼ੁਰੂ ਵਿੱਚ ਹੀ ਕਿਹਾ ਕਿ ਬਹੁਤ ਹੀ ਠਰਮ ਹੈ ਉਹਨਾਂ ਦੇ ਵਿੱਚ, ਉਹਨਾਂ ਦੀ ਸ਼ਖਸੀਅਤ ਦੇ ਵਿੱਚ ਬਹੁਤ ਹੀ ਸ਼ਾਂਤ ਤਬੀਅਤ ਹੈ। ਉਹ ਸ਼ਾਂਤ ਤਬੀਅਤ ਇੱਕ ਚੰਗੇ ਐਡਮਿਨਿਸਟ੍ਰੇਟਰ ਲਈ ਵੀ ਜ਼ਰੂਰੀ ਹੁੰਦੀ ਹੈ। ਤਾਂ ਇੱਕ ਐਡਮਿਨਿਸਟ੍ਰੇਟਰ ਤੌਰ ਤੇ ਉਹਨਾਂ ਨੇ ਸਕੂਲ ਨੂੰ ਬਤੌਰ ਪ੍ਰਿੰਸੀਪਲ ਬਹੁਤ ਲੰਮਾ ਸਮਾਂ ਚਲਾਇਆ ਤੇ ਇਸ ਦੌਰਾਨ ਉਹਨਾਂ ਨੇ ਬਹੁਤ ਹੀ ਮਾਣਮੱਤੀਆਂ ਪ੍ਰਾਪਤੀਆਂ ਸਕੂਲ ਨੂੰ ਕਰਕੇ ਦਿੱਤੀਆਂ। ਇਹਦੇ ਵਿੱਚ ਜੋ ਮੈਂ ਜੋੜਨਾ ਚਾਹੂੰ ਉਹ ਕੁਝ ਕੁ ਗੱਲਾਂ ਇਹ ਨੇ ਕਿ ਸਮਾਜ ਵਿੱਚੋਂ ਲਗਭਗ 5 ਲੱਖ ਦੇ ਕਰੀਬ ਰੁਪਇਆ ਉਹਨਾਂ ਨੇ ਇਕੱਠਾ ਕਰਕੇ ਸਕੂਲ ਨੂੰ ਲਗਾਇਆ। ਤੇ ਇਹ ਨਹੀਂ ਕਿ ਉਹ ਰੁਪਇਆ ਮਤਲਬ ਵੇਸਟੇਜ ਹੋਵੇ, ਬਹੁਤ ਹੀ ਵਿਜ਼ਨ ਨਾਲ ਲਗਾਇਆ। ਜਿਵੇਂ ਕਿ ਬੋਹਾ ਸਕੂਲ ਦੇ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਸਮੱਸਿਆ ਸੀ ਉਹਨਾਂ ਲਈ ਪਾਣੀ ਦੀ ਸਮੱਸਿਆ। ਤਾਂ ਪਾਣੀ ਵਾਟਰ ਕੂਲਰ 30 ਜਾਂ 40 ਲੀਟਰ ਦਾ ਹੁੰਦਾ ਹੈ, ਉਹ ਜਿੰਨੇ ਮਰਜ਼ੀ ਵਾਟਰ ਕੂਲਰ ਲਵਾ ਦਿਓ, ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ ਸੀ। ਤਾਂ ਆਪਣਾ ਸਾਇੰਟੀਫਿਕ ਦਿਮਾਗ ਲਗਾਉਂਦੇ ਹੋਏ ਉਹਨੇ ਇੱਕ ਚਿੱਲਰ ਦੀ ਖੋਜ ਕੀਤੀ ਕਿ ਇਹੋ ਜਿਹਾ ਚਿੱਲਰ ਅਸੀਂ ਸਕੂਲ ਦੇ ਵਿੱਚ ਬਣਾਈਏ ਕਿ ਪਾਣੀ ਦੀ ਟੈਂਕੀ ਦੇ ਵਿੱਚ AC ਦੀ ਫਿਟਿੰਗ ਹੋ ਜੇ ਤੇ 1000 ਲੀਟਰ ਪਾਣੀ ਇਕੱਠਾ ਠੰਡਾ ਹੋ ਜੇ। ਤਾਂ ਮਤਲਬ ਆਪਣੇ ਵਿਜ਼ਨ ਨਾਲ ਸਕੂਲ ਨੂੰ ਬਹੁਤ ਹੀ ਅੱਗੇ ਲੈ ਕੇ ਗਏ। ਪਰਮਿੰਦਰ ਤਾਂਗੜੀ ਜੀ ਬਾਰੇ ਮੈਂ ਜੇ ਮੈਨੂੰ ਗੱਲ ਕਰਨ ਨੂੰ ਕਹੂੰ ਤਾਂ ਮੈਂ ਸਾਰਾ ਦਿਨ ਬੋਲ ਸਕਦਾ। ਉਹਦਾ ਕਾਰਨ ਇਹ ਹੈ ਕਿ ਪਰਮਿੰਦਰ ਤਾਂਗੜੀ ਜੀ ਸਟੇਟ ਅਵਾਰਡ ਅਪਲਾਈ ਨਹੀਂ ਕਰਨਾ ਚਾਹੁੰਦੇ ਸੀਗੇ। ਉਹਨਾਂ ਸਟੇਟ ਅਵਾਰਡ ਅਪਲਾਈ ਕਰਨ ਦੇ ਵਿੱਚ ਮੈਂ ਤੇ ਪਰਮਲ ਸਿੰਘ ਜੀ ਨੇ ਖਾਸ ਜ਼ੋਰ ਲਗਾਇਆ ਕਿ ਸਟੇਟ ਅਵਾਰਡ ਅਪਲਾਈ ਕੀਤਾ ਜਾਵੇ ਤੇ ਕਾਫੀ ਕੁਝ ਮੈਂ ਲਿਖ ਕੇ ਡਿਪਾਰਟਮੈਂਟ ਨੂੰ ਆਪਣੀ ID ਤੋਂ ਅਪਲੋਡ ਕੀਤਾ। ਤਾਂ ਪਰਮਿੰਦਰ ਤਾਂਗੜੀ ਬਾਰੇ ਮੈਂ ਸਾਰਾ ਦਿਨ ਬੋਲ ਸਕਦਾ, ਚਾਹੇ ਮੈਨੂੰ ਜਿੰਨਾ ਟਾਈਮ ਮਰਜ਼ੀ ਬੁਲਵਾ ਲਓ, ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਖੇਡਦੇ ਰਹੇ ਹਾਂ ਇਕੱਠੇ। ਤੇ ਉਹਨੂੰ ਸਕੂਲ ਦੇ ਵਿੱਚ ਮੈਂ ਮਿਹਨਤ ਕਰਦੇ ਦੇਖਿਆ ਤੇ ਬੋਹਾ ਸਕੂਲ ਦੇ ਵਿੱਚ ਜੋ ਸਾਇੰਸ ਦਾ ਜੋ ਵਿਸ਼ਾ ਹੈ ਉਹਨੂੰ ਮੈਂ ਜਵਾਨ ਹੁੰਦੇ ਦੇਖਿਆ, ਬੱਚੇ ਤੋਂ ਜਵਾਨ ਹੁੰਦੇ ਦੇਖਿਆ। ਤੇ ਪਰਮਿੰਦਰ ਤਾਂਗੜੀ ਦੀ ਮਿਹਨਤ ਉਹਦੇ ਪਿੱਛੇ ਬਹੁਤ ਮੁਖਰ ਹੋ ਕੇ ਬੋਲਦੀ ਹੈ। ਤਾਂ ਤਾਂਗੜੀ ਜੀ ਦਾ ਕੰਮ ਤਾਂ ਮੈਂ ਬਹੁਤਾ ਵਿਆਖਿਆ ਨਹੀਂ ਕਰਦੀ। ਜੋ ਤਾਂਗੜੀ ਨੂੰ ਜਾਣਦੇ ਨੇ, ਜਿਵੇਂ ਅੱਜ ਕੱਲ੍ਹ ਅਖਬਾਰਾਂ 'ਚ ਇਸ਼ਤਿਹਾਰ ਆਉਂਦਾ ਕਿ ਅਸੀਂ ਨਹੀਂ ਬੋਲਦੇ, ਸਾਡਾ ਕੰਮ ਬੋਲਦਾ ਹੈ, ਪਰ ਕੰਮ ਇਸ਼ਤਿਹਾਰਾਂ 'ਚ ਨਹੀਂ ਬੋਲਦਾ ਹੁੰਦਾ, ਤਾਂਗੜੀ ਦਾ ਕੰਮ ਆਪਣੇ ਆਪ ਬੋਲਦਾ ਹੈ। ਬਾਕੀ ਮੈਂ ਪਰਮਿੰਦਰ ਤਾਂਗੜੀ ਜੀ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਮੁਬਾਰਕਬਾਦ ਆਖਦਾ ਹਾਂ ਤੇ ਉਹਨਾਂ ਨੂੰ ਸੱਦਾ ਦਿੰਦਾ ਕਿ ਕੁਝ ਗੱਲਾਂ ਉਹ ਆਪਣੇ ਬਾਰੇ, ਆਪਣੀਆਂ ਪ੍ਰਾਪਤੀਆਂ ਬਾਰੇ ਤੇ ਉਹਨਾਂ ਦੇ ਪਿੱਛੇ ਹੱਲਾਸ਼ੇਰੀ ਦਾ ਮੋਟਿਵ ਕੀ ਰਿਹਾ ਉਸ ਬਾਰੇ ਗੱਲਾਂ ਕਰਨਗੇ। ਤਾਂਗੜੀ ਜੀ। ਪਰਮਿੰਦਰ ਤਾਂਗੜੀ ਸਿਰਜਣਾਤਮਕ ਸਿੱਖਿਆ ਸੰਸਾਰ ਨੂੰ ਚਲਾਉਣ ਦੇ ਵਿੱਚ ਮੁੱਖ ਰੋਲ ਅਦਾ ਕਰਨ ਵਾਲੇ ਮੇਰੇ ਸਤਿਕਾਰਯੋਗ ਗੁਰੂ ਡਾਕਟਰ ਕੁਲਦੀਪ ਸਿੰਘ ਜੀ ਦੀ, ਇਸ ਪ੍ਰੋਗਰਾਮ ਦੇ ਐਡਮਿਨ ਪੈਨਲ ਦੇ ਸਾਰੇ ਮੈਂਬਰਸ, ਪ੍ਰੋਗਰਾਮ ਦੇ ਵਿੱਚ ਸ਼ਾਮਲ ਸਾਰੇ ਸਟੇਟ ਅਵਾਰਡੀ ਅਧਿਆਪਕ ਅਤੇ ਹੋਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਇਸ ਵੱਡੇ ਪ੍ਰੋਗਰਾਮ ਦੇ ਵਿੱਚ ਅੱਜ ਮੈਨੂੰ ਦੂਜੀ ਵਾਰੀ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਵੀ ਆਓ ਗੱਲਾਂ ਕਰੀਏ ਪ੍ਰੋਗਰਾਮ ਦੇ ਵਿੱਚ ਜਦੋਂ ਸਾਇੰਸ ਵਿਸ਼ੇ ਤੇ ਡਿਸਕਸ਼ਨ ਸੀ ਤਾਂ ਉਸ ਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਕਿਉਂਕਿ ਸਿੱਖਿਆ ਵਿਭਾਗ ਦੇ ਵਿੱਚ ਆ ਕੇ ਜੋ ਕੰਮ ਕੀਤਾ ਹੈ ਉਸ ਕੰਮ ਬਾਰੇ ਡਾਕਟਰ ਸਾਹਿਬ ਨੇ ਜਾਂ ਨਵਨੀਤ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਹੈ। ਪਰ ਮੈਂ ਇੱਥੇ ਗੱਲ ਕਰਨੀ ਚਾਹਾਂਗਾ ਕਿ ਜਦੋਂ ਅਸੀਂ ਕਿਸੇ ਡਿਪਾਰਟਮੈਂਟ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਕੰਮ ਕਰਦੇ ਹਾਂ ਤਾਂ ਸਾਨੂੰ ਕੰਮ ਕਰਨ ਦੇ ਨਾਲ ਨਾਲ ਕਿਸੇ ਵੀ ਐਂਗਲ ਤੋਂ, ਕਿਸੇ ਇਨਸਾਨ ਵੱਲੋਂ ਹੋ ਸਕਦੀ ਹੈ ਜਾਂ ਕਿਸੇ ਹੋਰ ਮੌਕੇ ਵੱਲੋਂ, ਕਿਸੇ ਕੰਡੀਸ਼ਨਸ ਵੱਲੋਂ ਹੋ ਸਕਦੀ ਹੈ, ਸਾਨੂੰ ਕਿਤੇ ਨਾ ਕਿਤੇ ਮੋਟੀਵੇਸ਼ਨ ਜ਼ਰੂਰ ਮਿਲਦੀ, ਕਿਤੇ ਨਾ ਕਿਤੇ ਹੱਲਾਸ਼ੇਰੀ ਜ਼ਰੂਰ ਮਿਲਦੀ। ਤਾਂ ਮੈਨੂੰ ਇਹ ਲੱਗਦਾ ਕਿ ਜਿਹੜੀ ਮੇਰੀ ਸਟਾਰਟਿੰਗ ਹੈਗੀ ਹੈ ਉਹ ਹੱਲਾਸ਼ੇਰੀ ਮੈਨੂੰ ਮੇਰੀਆਂ ਕੰਡੀਸ਼ਨਸ ਦੇ ਵਿੱਚੋਂ ਪੈਦਾ ਹੋਈ ਮਿਲੀ ਹੈ। ਕਿਉਂਕਿ ਮੈਂ 98-99 ਦੇ ਵਿੱਚ ਇਸੇ ਸਕੂਲ ਦਾ ਸਟੂਡੈਂਟ ਸੀ ਜਿਹੜੇ ਸਕੂਲ ਦੇ ਵਿੱਚ ਮੈਂ ਹੁਣ ਕੰਮ ਕਰ ਰਿਹਾ ਹਾਂ। ਤਾਂ ਉਸ ਸਮੇਂ ਮੈਂ ਇਸ ਸਕੂਲ ਦਾ ਸਾਇੰਸ ਗਰੁੱਪ ਦਾ ਵਿਦਿਆਰਥੀ ਸੀ। ਡਾਕਟਰ ਦੀਪ ਸਾਡੇ ਸਕੂਲ ਦੇ ਵਿੱਚ ਹੀ ਉਸ ਸਮੇਂ ਅਧਿਆਪਕ ਸਨ। ਤਾਂ ਉਸ ਸਮੇਂ ਕੀ ਹੋਇਆ ਕਿ ਜਿਸ ਤਰ੍ਹਾਂ ਸਿੱਖਿਆ ਵਿਭਾਗ ਦੇ ਵਿੱਚ ਹਰ ਵਾਰ ਹੁੰਦਾ ਹੈ ਕਿ ਅਚਨਚੇਤ ਟ੍ਰਾਂਸਫਰਸ ਹੋ ਜਾਂਦੀਆਂ, ਤਾਂ ਜੂਨ ਦੇ ਵਿੱਚ ਅਚਾਨਕ ਟ੍ਰਾਂਸਫਰਸ ਹੁੰਦੀਆਂ। ਸਾਨੂੰ ਫਿਜ਼ਿਕਸ ਪੜ੍ਹਾਉਣ ਵਾਲੇ ਡਾਕਟਰ ਦਿਆਲ ਸਿੰਘ
ਪ੍ਰਵੀਨ ਜੀ, ਇਹਨਾਂ ਸਾਰਿਆਂ ਦੀਆਂ ਅਚਨਚੇਤ ਟ੍ਰਾਂਸਫਰਸ ਹੋ ਜਾਂਦੀਆਂ ਤੇ ਸਕੂਲ ਦਾ ਬਹੁਤ ਸੋਹਣਾ ਚੱਲਦਾ ਸਾਇੰਸ ਗਰੁੱਪ ਇੱਕਦਮ ਬੰਦ ਹੋ ਜਾਂਦਾ। ਤਾਂ ਉਸ ਸਮੇਂ ਜਦੋਂ ਹੋਰ ਕੁਝ ਨਹੀਂ ਹੁੰਦਾ, ਸਾਡੇ ਕੋਲ ਕੋਈ ਅਧਿਆਪਕ ਸਕੂਲ ਦੇ ਵਿੱਚ ਪੜ੍ਹਾਉਣ ਵਾਲਾ ਨਹੀਂ ਬਚਦਾ, ਤਾਂ ਸਾਨੂੰ ਮਜਬੂਰਨ ਉਦੋਂ ਸਕੂਲ ਛੱਡਣਾ ਪਿਆ। ਤੇ ਉਹ ਸਕੂਲ ਛੱਡਣ ਤੋਂ ਬਾਅਦ ਦੇ ਵਿੱਚ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ। ਸਟੱਡੀ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਮੈਨੂੰ ਮੇਰੀ ਨਿਯੁਕਤੀ ਹੋਈ, ਤਾਂ ਮੈਂ ਆਪਣੇ ਵੱਲੋਂ ਸਵੈ ਇੱਛਾ ਦੇ ਨਾਲ ਇਸੇ ਸਕੂਲ ਨੂੰ ਆਪਣੇ ਨਿਯੁਕਤੀ ਸਥਾਨ ਦੇ ਤੌਰ ਤੇ ਚੁਣਿਆ। ਤਾਂ ਮੈਨੂੰ ਲੋਕਲ ਸਕੂਲ ਵੀ ਸੀ ਇਹ, ਤੇ ਦੂਸਰਾ ਮੇਰੇ ਡੈਡੀ ਰਮੇਸ਼ ਤਾਂਗੜੀ ਜੀ, ਉਹ ਇਸੇ ਸਕੂਲ ਦੇ ਵਿੱਚ ਪੜ੍ਹਾ ਰਹੇ ਸੀ। ਤਾਂ ਮੈਨੂੰ ਇਸ ਸਕੂਲ ਦੇ ਨਾਲ ਕੁਝ ਖਾਸ ਲਗਾਅ ਸੀ। ਇੱਥੋਂ ਮੈਂ ਸਾਇੰਸ ਗਰੁੱਪ ਛੱਡ ਕੇ ਗਿਆ ਸੀ। ਜਦੋਂ ਮੈਂ ਸਾਇੰਸ ਸਕੂਲ ਨੂੰ ਜੁਆਇਨ ਕੀਤਾ, ਤਾਂ ਸਭ ਤੋਂ ਪਹਿਲੀ ਇੱਛਾ ਮਨ ਦੇ ਵਿੱਚ ਇਹੀ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਇੱਥੇ ਜਿਹੜਾ ਬੰਦ ਪਿਆ ਸਾਇੰਸ ਗਰੁੱਪ ਉਸ ਸਮੇਂ ਦਾ ਬੰਦ ਪਿਆ ਸੀ ਜਦੋਂ ਮੈਂ ਇੱਥੇ ਸਾਇੰਸ ਗਰੁੱਪ ਦਾ ਸਟੂਡੈਂਟ ਸੀ। ਉਸ ਤੋਂ ਬਾਅਦ ਦੇ ਵਿੱਚ ਜਿੰਨਾ ਸਮਾਂ ਮੈਂ ਬਾਹਰ ਸਟੱਡੀ ਕੀਤੀ, ਤਾਂ ਪੂਰਾ ਟੈਨਿਓਰ ਜਿਹੜਾ ਉਹ 8-10 ਸਾਲਾਂ ਦਾ ਹੈਗਾ, ਉਸ ਦੇ ਵਿੱਚ ਸਾਇੰਸ ਗਰੁੱਪ ਇੱਥੇ ਬੰਦ ਹੀ ਰਿਹਾ। ਤਾਂ ਆ ਕੇ ਜਦੋਂ, ਕਿਉਂਕਿ ਮੈਂ ਤਾਂ ਸਾਇੰਸ ਅਧਿਆਪਕ ਦੀ ਪੋਸਟ ਤੇ ਸੀ, ਹੁਣ ਸਾਇੰਸ ਗਰੁੱਪ ਨੂੰ ਚਲਾਉਣਾ, ਉਸ ਦੇ ਲਈ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਮੈਥਮੈਟਿਕਸ, ਤੁਹਾਨੂੰ ਪੂਰੀ ਟੀਮ ਚਾਹੀਦੀ ਹੈ। ਤਾਂ ਸੈਮੀਨਾਰ ਦੇ ਵਿੱਚ ਇੱਕ ਦੇ ਵਿੱਚ ਮੇਰੀ ਮੁਲਾਕਾਤ ਵਿਸ਼ਾਲ ਬਾਂਸਲ ਜੀ ਨਾਲ ਹੋਈ। ਉਹ ਨਾਲ ਵਾਲੇ ਰਾਮਪੁਰ ਮੰਡੇਰ ਸਕੂਲ ਦੇ ਵਿੱਚ ਸਾਇੰਸ ਅਧਿਆਪਕ ਸੀ। ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬੜਾ ਰਿਸਪੌਂਸ ਦਿੱਤਾ। ਤਾਂ ਉਹ ਹਫ਼ਤੇ ਦੇ ਵਿੱਚ 3 ਦਿਨ ਉਹ ਆ ਜਾਂਦੇ ਸੀ ਫਿਜ਼ਿਕਸ ਪੜ੍ਹਾਉਣ ਦੇ ਲਈ। ਮੈਂ ਸਾਇੰਸ ਅਧਿਆਪਕ ਸੀ, ਤਾਂ ਬਾਇਓਲੋਜੀ ਦੇ ਨਾਲ ਕੈਮਿਸਟਰੀ ਵਿਸ਼ੇ ਨੂੰ ਕਾਫੀ ਸਾਲਾਂ ਤੱਕ ਪੜ੍ਹਾਇਆ। ਤਾਂ ਜਿਵੇਂ ਜਿਵੇਂ ਕਰਕੇ ਅਸੀਂ ਸਾਇੰਸ ਗਰੁੱਪ ਇੱਥੇ ਸਟਾਰਟ ਕੀਤਾ, ਤਾਂ ਹੌਲੀ ਹੌਲੀ ਸਾਨੂੰ ਇਸ ਦਾ ਜਿਹੜਾ ਹੈਗਾ ਰਿਜ਼ਲਟਸ ਮਿਲਣੇ ਸ਼ੁਰੂ ਹੋਏ। ਕੁਝ ਕੁ ਸਾਲਾਂ ਤੋਂ ਬਾਅਦ ਸਾਡੇ ਵਿਦਿਆਰਥੀ ਜਦੋਂ ਚੰਗੇ ਕਾਲਜਸ ਦੇ ਵਿੱਚ ਡਿਗਰੀਜ਼ ਕਰਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ, ਤਾਂ ਆਪਣੇ ਆਪ ਨੂੰ ਹੋਰ ਮੋਟੀਵੇਸ਼ਨ ਦਿੱਤੀ। ਤਾਂ ਇਹੀ ਵਿਦਿਆਰਥੀ ਜਦੋਂ ਅੱਗੇ ਜਾ ਕੇ ਸਾਇੰਸ ਅਧਿਆਪਕ ਜਾਂ ਮੈਥ ਅਧਿਆਪਕ ਲੱਗ ਜਾਂਦੇ ਹੈ, ਤਾਂ ਉਹ ਸਾਡੇ ਵਾਸਤੇ ਇੱਕ ਮੋਟੀਵੇਸ਼ਨ ਦਾ ਸੋਰਸ ਹੋ ਜਾਂਦੇ। ਤਾਂ ਜਦੋਂ ਕਿਤੇ ਵੀ ਜਾਂਦੇ, ਕਿਸੇ ਸੈਮੀਨਾਰ ਦੇ ਵਿੱਚ ਜਾ ਕੇ ਜਦੋਂ ਅਸੀਂ ਪਾਰਟਿਸਿਪੇਟ ਕਰਦੇ ਹਾਂ, ਤਾਂ ਤੁਹਾਡੀ ਪੜ੍ਹਾਏ ਹੋਏ ਵਿਦਿਆਰਥੀ ਉੱਥੇ ਤੁਹਾਨੂੰ ਆ ਕੇ ਬੜੀ ਰਿਸਪੈਕਟ ਨਾਲ ਵਿਸ਼ ਕਰਦੇ ਆ। ਤਾਂ ਮੈਨੂੰ ਲੱਗਦਾ ਜਿਹੜੇ ਮੂਵਮੈਂਟ ਹੁੰਦੇ ਆ ਉਹ ਕਿਸੇ ਅਵਾਰਡ ਤੋਂ ਘੱਟ ਨਹੀਂ ਹੁੰਦੇ, ਬੜੇ ਅੱਛੇ ਮੂਵਮੈਂਟਸ ਹੁੰਦੇ ਆ। ਸੋ ਮੈਂ ਉਹਨਾਂ ਮੂਵਮੈਂਟਸ ਨੂੰ ਅਨੇਕਾਂ ਵਾਰ ਮਾਣਿਆ। ਤੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਕੰਮ ਕਰਦੇ ਹਾਂ, ਕਈ ਵਾਰੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਗੱਲਾਂ ਅਚਨਚੇਤ ਅਸੀਂ ਕਿਤੇ ਸੁਣ ਲੈਂਦੇ ਹਾਂ, ਤਾਂ ਸਾਡੇ ਦਿਮਾਗ ਦੇ ਵਿੱਚ ਘਰ ਕਰ ਜਾਂਦੀ। ਮੈਂ ਇਹੋ ਜਿਹੀ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹੂੰਗਾ। ਇਹ ਘਟਨਾ ਮੇਰੀ ਡਾਕਟਰ ਕੁਲਦੀਪ ਸਿੰਘ ਦੀਪ ਦੇ ਨਾਲ ਵਾਪਰੀ ਹੈ। ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੋਣਾ, ਕਿਉਂਕਿ ਅਸੀਂ ਇਸ ਦਾ ਕਦੇ ਜ਼ਿਕਰ ਨਹੀਂ ਕੀਤਾ। ਮੈਂ 2006 ਦੇ ਵਿੱਚ ਜੁਆਇਨ ਕੀਤਾ। 2008-9 ਇਸ ਸਮੇਂ ਦੀ ਗੱਲ ਹੈਗੀ ਹੈ। ਮਨਮੀਤ ਕੱਕੜ ਜੀ, ਉਹਨਾਂ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕਰਵਾਇਆ ਸੀ ਕਿਸੇ ਯੂਨੀਵਰਸਿਟੀ ਵੱਲੋਂ, ਵੁਡਲਾਡਾ ਸਿਪਸ ਐਂਡ ਵਾਈਟਸ ਦੇ ਵਿੱਚ ਪ੍ਰੋਗਰਾਮ ਸੀ, ਉੱਥੇ ਮੈਂ ਗਿਆ ਸੀ। ਤਾਂ ਡਾਕਟਰ ਕੁਲਦੀਪ ਸਿੰਘ ਜੀ ਦੀਪ ਉੱਥੇ ਮੁੱਖ ਜਿਹੜੇ ਬੁਲਾਰੇ ਦੇ ਤੌਰ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ। ਇਹ ਮੁੱਖ ਬੁਲਾਰੇ ਸੀ, ਮੈਂ ਸਰੋਤਿਆਂ ਦੇ ਵਿੱਚ ਬੈਠਾ ਸੁਣ ਰਿਹਾ ਸੀ। ਤਾਂ ਇਹਨਾਂ ਨੇ ਇੱਕ ਗੱਲ ਕੀਤੀ ਉਸ ਸਮੇਂ, ਉਹ ਗੱਲ ਪੱਕੇ ਤੌਰ ਤੇ ਮੇਰੇ ਮਨ ਦੇ ਵਿੱਚ ਘਰ ਕਰ ਗਈ। ਇਹਨਾਂ ਨੇ ਕਿਹਾ ਕਿ ਜਿਹੜਾ ਸਿੱਖਿਆ ਦਾ ਪੂਰਾ ਸਿਸਟਮ ਅੱਜ ਕੱਲ੍ਹ ਹੈ, ਇਸ ਦੇ ਵਿੱਚ ਅਧਿਆਪਕ ਦੀ ਜੇ ਗੱਲ ਕੀਤੀ ਜਾਵੇ, ਤਾਂ ਇੱਥੇ ਕਿਤੇ ਨਾ ਕਿਤੇ ਪ੍ਰੋਫੈਸ਼ਨਲਿਜ਼ਮ ਦੀ ਕਮੀ ਜਾਪਦੀ ਹੈ। ਇਹਨਾਂ ਨੇ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ। ਮੈਂ ਅੱਗੇ ਵੀ ਐਗਜ਼ਾਮਪਲ ਬਹੁਤ ਸਾਰਿਆਂ ਨੂੰ ਦਿੱਤੀ ਹੈ, ਇਹਨਾਂ ਤੋਂ ਸੁਣਨ ਤੋਂ ਬਾਅਦ ਦੇ ਵਿੱਚ, ਤੇ ਆਪਣੀ ਲਾਈਫ ਦੇ ਵਿੱਚ ਤਾਂ ਉਸਨੂੰ ਅਪਲਾਈ ਕੀਤਾ ਹੀ ਕੀਤਾ ਹੈ। ਕਿ ਜਦੋਂ ਅਸੀਂ ਕਿਸੇ ਬੱਸ ਦੇ ਵਿੱਚ ਜਾ ਰਹੇ ਹਾਂ, ਇਹਨਾਂ ਨੇ ਦੱਸਿਆ, ਤੇ ਉੱਥੇ ਕੋਈ ਹੌਕਰ ਆ ਜਾਂਦਾ, ਕੋਈ ਵੇਚਣ ਵਾਲਾ ਆ ਜਾਂਦਾ ਹੈ, ਉਹ ਸਪੋਜ਼ ਦਵਾਈਆਂ ਵੀ ਵੇਚ ਰਿਹਾ ਹੈ। ਅਸੀਂ ਬੱਸ ਦੇ ਵਿੱਚ ਸਫ਼ਰ ਕਰਨ ਦੇ ਲਈ ਬੈਠੇ ਹਾਂ, ਅਸੀਂ ਦਵਾਈਆਂ ਖਰੀਦਣ ਦੇ ਲਈ ਨਹੀਂ ਬੈਠੇ। ਪਰ ਉਸ ਵਿਅਕਤੀ ਦੇ ਵਿੱਚ ਇੰਨਾ ਕੁ ਪ੍ਰੋਫੈਸ਼ਨਲਿਜ਼ਮ ਹੈਗਾ ਕਿ ਉਹ ਸਾਡੀ ਜੇਬ ਦੇ ਵਿੱਚੋਂ ਪੈਸੇ ਕਢਵਾ ਕੇ ਸਾਨੂੰ ਦਵਾਈਆਂ ਵੇਚਣ ਦੇ ਵਿੱਚ ਕਾਮਯਾਬ ਹੋ ਜਾਂਦਾ। ਉਹ ਕੋਈ ਖਾਣ ਪੀਣ ਦੀ ਚੀਜ਼ ਵੇਚ ਰਿਹਾ ਹੈ, ਕੋਈ ਈਟੇਬਲਸ ਵੇਚ ਰਿਹਾ ਹੈ, ਤਾਂ ਉਹ ਸਕਸੈਸਫੁਲ ਹੋ ਜਾਂਦਾ। ਤੇ ਅਸੀਂ ਚਾਹੁੰਦੇ ਨਹੀਂ ਹੁੰਦੇ ਲੈਣਾ, ਪਰ ਫਿਰ ਵੀ ਅਸੀਂ ਉਸ ਚੀਜ਼ ਨੂੰ ਖਰੀਦ ਲੈਂਦੇ ਹਾਂ, ਕਿਉਂਕਿ ਉਹ ਬੰਦਾ ਪ੍ਰੋਫੈਸ਼ਨਲ ਸੀ, ਉਹ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਸਕਸੈਸਫੁਲ ਸੀ। ਤੇ ਸਾਡੇ ਕੋਲੇ ਤਾਂ ਵਿਦਿਆਰਥੀ ਸਿੱਖਿਆ ਲੈਣ ਦੇ ਲਈ ਆਉਂਦੇ ਹੈ, ਤੇ ਜਿਹੜੇ ਵਿਦਿਆਰਥੀ ਸਾਡੇ ਕੋਲ ਸਿੱਖਿਆ ਲੈਣ ਦੇ ਲਈ ਆਏ ਹੈ, ਜੇ ਅਸੀਂ ਉਹਨਾਂ ਨੂੰ ਸਿੱਖਿਆ ਦੇਣ ਦੇ ਵਿੱਚ ਫੇਲ ਹੋ ਗਏ, ਤਾਂ ਕਿਤੇ ਨਾ ਕਿਤੇ ਸਾਡੇ 'ਚ ਪ੍ਰੋਫੈਸ਼ਨਲਿਜ਼ਮ ਦੀ ਬੜੇ ਵੱਡੇ ਪੱਧਰ ਤੇ ਕਮੀ ਹੈ। ਤਾਂ ਇਹ ਗੱਲ ਮੈਂ ਇਹਨਾਂ ਤੋਂ ਸੁਣੀ, ਤਾਂ ਦੁਬਾਰਾ ਮੈਂ ਕਦੇ ਡਿਸਕਸ ਵੀ ਨਹੀਂ ਕੀਤੀ। ਅੱਜ ਇਸ ਪਲੇਟਫਾਰਮ ਤੇ ਡਿਸਕਸ ਕਰ ਰਹੇ ਹਾਂ, ਤਾਂ ਉਹ ਗੱਲ ਮੇਰੇ ਜ਼ਿਹਨ ਦੇ ਵਿੱਚ ਰਹੀ, ਦਿਮਾਗ ਦੇ ਵਿੱਚ ਉਹ ਗੱਲ ਘਰ ਕਰ ਗਈ। ਉਸ ਤੋਂ ਬਾਅਦ ਦੇ ਵਿੱਚ ਮੈਂ ਵਿਦਿਆਰਥੀਆਂ ਦੇ ਲੈਵਲ ਤੇ ਜਾ ਕੇ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਟੋਟਲੀ ਜਿਹੜੀ ਟੀਚਿੰਗ ਸਟ੍ਰੈਟਜੀ ਉਹ ਚੇਂਜ ਹੋ ਗਈ। ਵਿਦਿਆਰਥੀਆਂ ਦੇ ਲੈਵਲ ਤੱਕ ਜਾ ਕੇ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਤੇ ਉਸ ਲੈਵਲ ਤੱਕ ਜਾਂਦੇ ਜਾਂਦੇ, ਜਿਸ ਤਰ੍ਹਾਂ ਨਵਨੀਤ ਜੀ ਨੇ ਦੱਸਿਆ, ਕਿ ਬਹੁਤ ਸਾਰੀਆਂ ਟੀਚਿੰਗ ਏਡਸ ਡਿਵੈਲਪ ਕੀਤੀਆਂ, ਵਿਦਿਆਰਥੀਆਂ ਨੂੰ ਖੇਡਾਂ ਦੇ ਰਾਹੀਂ ਪੜ੍ਹਾਇਆ। ਕਿਉਂਕਿ ਅਸੀਂ ਦੇਖਦੇ ਹਾਂ ਕਿ ਬਚਪਨ 'ਚ ਅਸੀਂ ਵੀ ਬਹੁਤ ਸਾਰੀਆਂ ਖੇਡਾਂ ਖੇਡਦੇ ਸੀ, ਪਰ ਵਿਦਿਆਰਥੀ ਅੱਜ ਦੇ ਉਹਨਾਂ ਖੇਡਾਂ ਤੋਂ ਦੂਰ ਹੋ ਗਏ। ਉਹ ਜਿਹੇ ਬਹੁਤ ਸਾਰੇ ਟੌਇਜ਼ ਡਿਜ਼ਾਈਨ ਕੀਤੇ ਵਿਸ਼ਾਲ ਬਾਂਸਲ ਜੀ ਨੇ, ਤੇ ਅਸੀਂ ਦੋਨਾਂ ਨੇ ਰਲ ਕੇ ਇਸ ਤਰ੍ਹਾਂ ਦੇ ਟੌਇਜ਼ ਡਿਜ਼ਾਈਨ ਕੀਤੇ, ਤੇ ਉਹਨਾਂ ਨਾਲ ਅਨੇਕਾਂ ਵਾਰ ਸਟੇਟ ਲੈਵਲ ਤੇ, ਲਗਭਗ ਅਸੀਂ 11 ਵਾਰ ਸਟੇਟ ਲੈਵਲ ਤੇ ਵਿਨਰ ਰਹੇ, ਤੇ 3 ਵਾਰੀ ਆਪਣੇ ਇਹਨਾਂ ਐਗਜ਼ੀਬਿਟਸ ਦੇ ਨਾਲ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਪਾਰਟਿਸਿਪੇਟ ਕੀਤਾ। ਇੱਕ ਵਾਰ ਨਾਰਥ ਇੰਡੀਆ ਲੈਵਲ ਦੇ ਉੱਤੇ ਵੀ ਪੋਜੀਸ਼ਨ ਮਿਲੀ। ਸੋ ਇਸ ਤਰੀਕੇ ਨਾਲ ਜਦੋਂ
ਅਸੀਂ ਕੰਮ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਮੋਟੀਵੇਸ਼ਨ ਆਪਣੇ ਆਪ ਆਉਂਦੀ ਰਹਿੰਦੀ ਹੈ। ਤਾਂ ਇਹੋ ਜਿਹੇ ਕੁਝ ਗੱਲਾਂ ਹੁੰਦੀਆਂ ਲਾਈਫ ਦੇ ਵਿੱਚ ਜਿਹੜੀਆਂ ਤੁਹਾਨੂੰ ਕੰਮ ਕਰਨ ਦੀ, ਲਗਾਤਾਰ ਕੰਮ ਕਰਨ ਦੀ ਪ੍ਰੇਰਨਾ ਦਿੰਦੀਆਂ। ਤਾਂ ਇਸੇ ਤਰੀਕੇ ਦੇ ਨਾਲ ਹੀ ਇੱਕ ਵਾਰ ਕੀ ਹੋਇਆ ਕਿ ਮੈਂ ਆਪਣਾ ਜਦੋਂ ਲੈਬ ਦੀ ਸਫਾਈ ਕਰ ਰਿਹਾ ਸੀ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੇ ਪਿਤਾ ਜੀ ਰਮੇਸ਼ ਤੰਗੜੀ ਜੀ ਉਹ ਇਸੇ ਸਕੂਲ ਦੇ ਵਿੱਚ ਅਧਿਆਪਕ ਸੀ, ਤਾਂ ਮੈਨੂੰ ਉਹਨਾਂ ਦੀ ਡਾਇਰੀ ਮੇਰੇ ਹੱਥ ਲੱਗੀ। ਡਾਇਰੀ ਜਦੋਂ ਮੈਂ ਖੋਲੀ ਤਾਂ ਡਾਇਰੀ ਦੇ ਉੱਪਰ ਹੀ ਲਿਖਿਆ ਹੋਇਆ ਸੀ ਕਿ ਇਹ ਮੇਰੀ ਸਿਰਫ ਡਾਇਰੀ ਨਹੀਂ, ਤੁਸੀਂ ਇਸ ਨੂੰ ਖੋਲੋਗੇ ਤਾਂ ਇਹ ਤੁਹਾਨੂੰ ਦੱਸੇ ਕਿ ਮੈਂ ਕਿੰਜ ਪੜ੍ਹਾਉਂਦਾ ਹਾਂ। ਮੈਨੂੰ ਉਹ ਟਾਈਟਲ ਵੀ ਬੜਾ ਵਧੀਆ ਲੱਗਿਆ, ਹੈਂਡ ਰਾਈਟਿੰਗ ਉਹਨਾਂ ਦੀ ਬਹੁਤ ਅੱਛੀ ਹੈ। ਤਾਂ ਜਦੋਂ ਮੈਂ ਉਹ ਡਾਇਰੀ ਨੂੰ ਖੋਲ ਕੇ ਵੇਖਿਆ ਤਾਂ ਬੜੇ ਡਿਟੇਲ ਦੇ ਵਿੱਚ ਉਹਨਾਂ ਨੇ ਸਾਰੇ ਦਿਨ ਦੇ ਕੰਮ ਲਿਖੇ ਹੋਏ। ਤਾਂ ਮੈਂ ਬਹੁਤ ਸਾਰੇ ਪੇਜ ਉਸ ਡਾਇਰੀ ਦੇ ਪੜ੍ਹੇ, ਤਾਂ ਉਸ ਨੂੰ ਪੜ੍ਹ ਕੇ ਮੈਨੂੰ ਇਹ ਲੱਗਿਆ ਕਿ ਮੈਂ ਹਾਲਾਂਕਿ ਆਪਣੇ ਆਪ ਨੂੰ ਸਮਝਦਾ ਕਿ ਮੈਂ ਕਾਫੀ ਕੰਮ ਕਰਦਾ ਹਾਂ, ਪਰ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦੇ ਹਿਸਾਬ ਨਾਲ ਮੈਨੂੰ ਆਪਣੇ ਕੰਮ ਫਿਰ ਛੋਟੇ ਲੱਗਣੇ ਸ਼ੁਰੂ ਹੋ ਗਏ। ਮੈਨੂੰ ਲੱਗਿਆ ਕਿ ਇਹਨਾਂ ਨੇ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਤਾਂ ਮੈਨੂੰ ਉੱਥੇ ਤੱਕ ਪਹੁੰਚਣ ਦੇ ਲਈ ਹੋਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਸੋ ਇਹੋ ਜਿਹੇ ਕੁਝ ਇੰਸੀਡੈਂਟ ਹੁੰਦੇ ਹੈ ਜਿਹੜੇ ਤੁਹਾਨੂੰ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਮੋਟੀਵੇਸ਼ਨ ਦਿੰਦੇ ਹੈ। ਤੇ ਫਿਰ ਕੁਝ ਚੇਂਜਸ ਹੋਰ ਲਾਈਫ ਦੇ ਵਿੱਚ ਆਈਆਂ। ਵਿਸ਼ਾਲ ਬਾਂਸਲ ਜੀ ਕੁਝ ਜ਼ਿੰਮੇਵਾਰੀਆਂ ਕਰਕੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਟ੍ਰਾਂਸਫਰ ਲੈਣੀ ਪਈ, ਤਾਂ ਸਕੂਲ ਦੇ ਵਿੱਚ ਇੱਕ ਵਾਰ ਫਿਰ ਖਲਾਅ ਆ ਗਿਆ, ਖਾਲੀਪਨ ਆ ਗਿਆ। ਤਾਂ ਉਸ ਗੈਪ ਨੂੰ ਭਰਨ ਦੇ ਲਈ ਲੱਕੀਲੀ ਨਵਨੀਤ ਕੱਕੜ ਜੀ ਇਸ ਪ੍ਰੋਗਰਾਮ ਦੇ ਵਿੱਚ ਹੈਗੇ ਹੈ, ਉਹਨਾਂ ਨੇ ਇਸ ਸਕੂਲ ਦੇ ਵਿੱਚ ਆਪਣੀ ਪ੍ਰਮੋਸ਼ਨ ਤੋਂ ਬਾਅਦ ਇਸ ਸਕੂਲ ਨੂੰ ਯੂਜ਼ ਕੀਤਾ। ਤੇ ਜਦੋਂ ਇਹ ਆਏ ਤਾਂ ਅਸੀਂ ਕੰਮ ਕੀਤਾ ਤੇ ਇੱਕ ਨਵੀਂ ਡਾਇਰੈਕਸ਼ਨ ਦੇ ਵਿੱਚ ਕੰਮ ਨੂੰ ਲੈ ਕੇ ਗਏ। ਸਾਇੰਸ ਐਕਟੀਵਿਟੀਜ਼ ਤੋਂ ਜਾਂਦੇ ਜਾਂਦੇ ਅਸੀਂ ਹੌਲੀ ਹੌਲੀ ਆਨਲਾਈਨ ਐਜੂਕੇਸ਼ਨ ਵੱਲ ਸ਼ਿਫਟ ਕਰ ਗਏ। ਤੇ ਜਦੋਂ ਅਸੀਂ ਆਨਲਾਈਨ ਐਜੂਕੇਸ਼ਨ ਦੇ ਪਲੇਟਫਾਰਮ ਤੇ ਕੰਮ ਕੀਤਾ ਤਾਂ ਕਿਉਂਕਿ ਮਨ ਦੇ ਵਿੱਚ ਹਮੇਸ਼ਾ ਇਹ ਸੋਚ ਹੁੰਦੀ ਹੈ ਕਿ ਜਾਂ ਤਾਂ ਕਿਸੇ ਕੰਮ ਨੂੰ ਆਪਾਂ ਸਟਾਰਟ ਨਾ ਕਰੀਏ, ਤੇ ਜੇ ਕਰੀਏ ਤਾਂ ਉਸਨੂੰ ਇੰਨੀ ਕਿ ਸ਼ਿੱਦਤ ਨਾਲ ਕਰੀਏ ਕਿ ਉਹ ਕੰਮ ਦੇ ਵਿੱਚ ਸਾਨੂੰ ਸਫਲਤਾ ਮਿਲੇ ਤੇ ਉਹਦਾ ਕਿਸੇ ਨਾ ਕਿਸੇ ਪਾਸੇ ਵਿਦਿਆਰਥੀਆਂ ਨੂੰ ਬੈਨੀਫਿਟ ਮਿਲੇ। ਤਾਂ ਹੌਲੀ ਹੌਲੀ ਅਸੀਂ ਆਪਣਾ ਇੱਕ YouTube ਚੈਨਲ ਵੀ ਸਟਾਰਟ ਕੀਤਾ, ਲਰਨਰਸ ਗੋਹਾ, ਜਿਹਦੇ ਵਿੱਚ ਹੁਣ 5000 ਤੋਂ ਜ਼ਿਆਦਾ ਵਿਦਿਆਰਥੀ ਸਬਸਕ੍ਰਾਈਬਰ ਉਸ ਚੈਨਲ ਦੇ ਨਾਲ ਜੁੜ ਚੁੱਕੇ ਹੈ। ਤੇ ਲਗਾਤਾਰ ਮੈਥਮੈਟਿਕਸ ਦੀਆਂ ਨਵਨੀਤ ਜੀ ਵੀਡੀਓਜ਼ ਦੇ ਰਹੇ ਹੈ, ਮੇਰੇ ਵੱਲੋਂ ਬਾਇਓਲੋਜੀ ਦੀਆਂ ਜਾ ਰਹੀਆਂ। ਸੋ ਹੌਲੀ ਹੌਲੀ ਕੋਵਿਡ ਦੇ ਟਾਈਮਸ ਦੇ ਵਿੱਚ ਫਿਰ ਜਾ ਕੇ ਸਵੈਮ ਪ੍ਰਭਾ ਚੈਨਲ ਦੇ ਲਈ ਜਾਂ ਜਿਹੜਾ ਡੀਡੀ ਪੰਜਾਬੀ ਚੈਨਲਸ ਦੇ ਲਈ ਕੰਮ ਕਰਨ ਦਾ ਵੀ ਮੌਕਾ ਮਿਲਿਆ। ਇਹਨਾਂ ਚੈਨਲਸ ਦੇ ਲਈ ਵੀ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ। ਤਾਂ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਵੀਡੀਓਜ਼ ਦੇ ਲਈ ਕੰਮ ਕਰ ਲੈਂਦੇ ਹੋ ਜਾਂ ਤੁਹਾਡੀਆਂ ਵੀਡੀਓਜ਼ ਜਿਹੜੀਆਂ ਆਨਲਾਈਨ ਰਿਕਾਰਡ ਹੋ ਜਾਂਦੀਆਂ, ਉਹਨਾਂ ਦੇ ਲਈ ਕੰਮ ਕਰਨਾ ਕਲਾਸਰੂਮ ਦੇ ਵਿੱਚ ਕੰਮ ਕਰਨ ਨਾਲੋਂ ਬਹੁਤ ਜ਼ਿਆਦਾ ਅਲੱਗ ਹੁੰਦਾ ਹੈ। ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਹੈ, ਤੁਹਾਨੂੰ ਬੜਾ ਕੰਮ ਕਰਨਾ ਪੈਂਦਾ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇਣੀ ਪੈਂਦੀ ਹੈ। ਤੇ ਜੇ ਤੁਹਾਡਾ ਉੱਥੇ 35-40 ਮਿੰਟ ਦਾ ਲੈਕਚਰ ਹੈਗਾ ਤਾਂ ਮੈਨੂੰ ਲੱਗਦਾ ਕਿ ਉਸ ਦੇ ਲਈ ਤੁਹਾਨੂੰ 4 ਜਾਂ 5 ਘੰਟੇ ਉਸ ਦੀ ਤਿਆਰੀ ਕਰਨ ਦੇ ਲੱਗ ਜਾਂਦੇ ਹੈ। ਸੋ ਜਦੋਂ ਇੰਨਾ ਟਾਈਮ ਚਾਹੀਦਾ ਹੈ ਤਾਂ ਤੁਹਾਨੂੰ ਹਰ ਇੱਕ ਐਂਗਲ ਤੋਂ ਸਪੋਰਟ ਹੋਣੀ ਜ਼ਰੂਰੀ ਹੈ, ਤੇ ਮੇਨ ਸਪੋਰਟ ਜਿਹੜੀ ਹੈਗੀ ਉਹ ਫੈਮਿਲੀ ਵੱਲੋਂ ਵੀ ਹੋਣੀ ਜ਼ਰੂਰੀ ਹੈ। ਤੇ ਮੈਂ ਇਸ ਦੀ ਖੁਸ਼ਕਿਸਮਤ ਵਾਲਾ ਹਾਂ ਕਿ ਮੈਨੂੰ ਫੈਮਿਲੀ ਦੇ ਵਿੱਚੋਂ ਬੜੀ ਅੱਛੀ ਸਪੋਰਟ ਮਿਲੀ ਹੈ। ਘਰ ਦੇ ਵਿੱਚ ਪਹਿਲੀ ਅਧਿਆਪਕ ਹੋਣ ਕਰਕੇ ਇੱਕ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਵਿਦਿਆਰਥੀਆਂ ਦੇ ਹਿੱਤ ਦੇ ਵਿੱਚ ਕੋਈ ਕੰਮ ਕਰਦੇ ਆ ਤਾਂ ਕੋਈ ਸਮੱਸਿਆ ਨਹੀਂ ਆਉਂਦੀ। ਤੇ ਮੇਰੀ ਵਾਈਫ ਤਨੂਜਾ, ਉਹ ਵੀ ਕੰਮ ਕਰਨ ਦੀ ਇਸੇ ਤਰੀਕੇ ਨਾਲ ਉਸਨੂੰ ਸ਼ੌਕ ਹੈਗਾ, ਤੇ ਉਹਨੇ ਵੀ ਆਪਣਾ ਕੋਵਿਡ ਦੇ ਟਾਈਮ ਦੇ ਵਿੱਚ ਸੈਕੰਡ ਕਲਾਸ ਦੀ ਜਿਹੜੀ ਪੰਜਾਬੀ ਹੈ ਉਸ ਦੇ ਲਈ ਡੀਡੀ ਪੰਜਾਬੀ ਦੇ ਲਈ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਸਦੀਆਂ ਬਣੀਆਂ ਨੇ ਜਾਂ ਇਸ ਡਿਪਾਰਟਮੈਂਟ ਦੇ ਪਲੇਟਫਾਰਮ ਤੇ ਚਲੀਆਂ। ਸੋ ਓਵਰਆਲ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ ਤਾਂ ਕੰਮ ਕਰਨ ਦੇ ਲਈ ਤੁਹਾਨੂੰ ਕਿਤੇ ਨਾ ਕਿਤੋਂ ਹੱਲਾਸ਼ੇਰੀ, ਕਿਤੋਂ ਨਾ ਕਿਤੋਂ ਮੋਟੀਵੇਸ਼ਨ ਮਿਲਣੀ ਜ਼ਰੂਰੀ ਹੈ। ਬਹੁਤੀਆਂ ਮੈਂ ਸਮਾਂ ਨਾ ਲੈਂਦਾ ਹੋਇਆ ਇਹੀ ਗੱਲ ਕਰਨਾ ਚਾਹੂੰਗਾ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਕਿਸਮਤ ਵਾਲਾ ਵੀ ਹੈਗਾ, ਤੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਮੈਨੂੰ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਮਿਲੀਆਂ ਕਿ ਜਿਨ੍ਹਾਂ ਕੰਡੀਸ਼ਨਸ ਨੇ ਮੇਰੇ ਲਈ ਇੱਕ ਚੈਲੰਜ ਜਨਰੇਟ ਕੀਤਾ, ਉਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਇਹ ਲੱਗਿਆ ਕਿ ਇਹ ਕੰਮ ਕਰਨਾ ਹੀ ਪਏਗਾ, ਤਾਂ ਇਹ ਕੰਮ ਮੈਨੂੰ ਕਰਨਾ ਹੀ ਚਾਹੀਦਾ ਹੈ। ਤਾਂ ਇਹੋ ਜਿਹੀਆਂ ਕੰਡੀਸ਼ਨਸ ਦਾ ਸਾਹਮਣਾ ਕਰਦਾ ਕਰਦਾ ਅੱਜ ਮੈਂ ਤੁਹਾਡੇ ਵਿੱਚ ਹੈਗਾ, ਤੇ ਮੈਨੂੰ ਆਪਣੇ ਆਪ ਦੇ ਉੱਤੇ ਵੀ ਬੜੀ ਖੁਸ਼ੀ ਹੈਗੀ ਹੈ, ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਪ੍ਰੋਗਰਾਮ ਦਾ ਵੀ ਹਿੱਸਾ ਬਣਿਆ। ਤੇ ਸਟੇਟ ਅਵਾਰਡ ਲੈਣ ਤੋਂ ਬਾਅਦ ਦੇ ਵਿੱਚ ਜਿਹੜਾ ਅਸਲੀ ਸਟੇਟ ਅਵਾਰਡ ਮੈਨੂੰ ਆ ਕੇ ਮਿਲਿਆ ਉਹ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚੋਂ, ਜਾਂ ਜਦੋਂ ਖਾਸ ਤੌਰ ਤੇ ਮੈਂ ਪਹਿਲੇ ਦਿਨ ਸਕੂਲ ਦੇ ਵਿੱਚ ਆਇਆ, ਵਿਦਿਆਰਥੀਆਂ ਵੱਲੋਂ, ਸਟਾਫ ਵੱਲੋਂ, ਪਿੰਡ ਵਾਸੀਆਂ ਵੱਲੋਂ ਜਦੋਂ ਮੈਨੂੰ ਇੰਨਾ ਜ਼ਿਆਦਾ ਮਾਣ ਮਿਲਿਆ ਤਾਂ ਮੈਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਇਹ ਅਵਾਰਡ ਮੇਰਾ ਨਹੀਂ ਹੈਗਾ, ਇਹ ਤਾਂ ਇਹਨਾਂ ਸਾਰੇ ਨਗਰ ਨਿਵਾਸੀਆਂ ਦਾ ਹੈਗਾ, ਮੇਰੇ ਕਲੀਗਸ ਦਾ ਹੈਗਾ, ਮੇਰੇ ਵਿਦਿਆਰਥੀਆਂ ਦਾ ਹੈਗਾ। ਤੇ ਮੈਨੂੰ ਇਹ ਲੱਗਿਆ ਕਿ ਮੈਂ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਬਿਹਾਫ ਦੇ ਉੱਤੇ ਉਹ ਅਵਾਰਡ ਬਸ ਉੱਥੋਂ ਪ੍ਰਾਪਤ ਕਰਕੇ ਲੈ ਕੇ ਆਏ ਆ। ਸੋ ਇਹੀ ਅੱਜ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਜੀ। ਬਹੁਤ ਅੱਛੇ ਪਰਮਿੰਦਰ, ਤੁਹਾਡੇ ਲਈ ਬਹੁਤ ਬਹੁਤ ਦੁਆਵਾਂ। ਜਿਵੇਂ ਤੁਸੀਂ ਹੁਣ ਤੱਕ ਆਪਣਾ ਸਫ਼ਰ ਤੈਅ ਕੀਤਾ ਹੈ, ਆਸ ਅੱਗੇ ਵੀ ਕਰਦੇ ਰਹੋਗੇ। ਤੇ ਅਧਿਆਪਕ ਨੂੰ ਹਮੇਸ਼ਾ ਆਪਣੇ ਵਿਦਿਆਰਥੀਆਂ ਤੇ ਮਾਣ ਹੁੰਦਾ, ਤੇ ਮੈਨੂੰ ਅੱਜ ਜਿੰਨਾ ਚਾਅ ਹੈ ਮਤਲਬ ਇਸ ਗੱਲ ਦਾ
ਕਿ ਮੈਂ ਆਪਣੇ 3-4 ਵਿਦਿਆਰਥੀਆਂ ਦੇ ਨਾਲ ਰੂਬਰੂ ਹੋ ਰਿਹਾ ਤੇ ਉਹਨਾਂ ਦੇ ਵਿੱਚੋਂ ਪਰਮਿੰਦਰ ਸਟੇਟ ਅਵਾਰਡ ਪ੍ਰਾਪਤ ਕਰਕੇ ਅੱਜ ਮੇਰੇ ਨਾਲ ਹੈ। ਤੇ ਪਤਾ ਨਹੀਂ ਅਧਿਆਪਕ ਦੀ ਕਿਹੜੀ ਗੱਲ ਕਿੱਥੇ ਅਪੀਲ ਕਰਦੀ ਹੈ। ਤੁਸੀਂ ਜਿਹੜੀ ਗੱਲ ਦਾ ਜ਼ਿਕਰ ਕੀਤਾ ਹੈ, ਇਹ ਮੇਰੇ ਵੀ ਕਿਤੇ ਚੇਤੇ ਨਹੀਂ ਸੀ, ਤੇਰੇ ਦੱਸਣ ਤੋਂ ਬਾਅਦ ਯਾਦ ਆਇਆ ਕਿ ਮੈਂ ਸਿਪ ਐਂਡ ਬਾਈਟਸ ਦੇ ਵਿੱਚ ਵੀ ਇੱਕ ਵਾਰੀ ਲੈਕਚਰ ਦਿੱਤਾ ਸੀ। ਉਹ ਹੁਣ ਉਹ ਸਾਰੀਆਂ ਗੱਲਾਂ ਰੀਪਲੇ ਮੇਰੇ ਮਨ ਦੇ ਵਿੱਚ ਹੋਈਆਂ ਨੇ, ਅਦਰਵਾਈਜ਼ ਮੈਂ ਭੁੱਲ ਭੁਲਾ ਬੈਠਾ ਸਾਰੀਆਂ ਗੱਲਾਂ ਨੂੰ। ਸੋ ਬਹੁਤ ਸ਼ੁਕਰੀਆ, ਤੁਸੀਂ ਮਤਲਬ ਇਸ ਤਰ੍ਹਾਂ ਤੇ ਇਸ ਰੂਪ ਦੇ ਵਿੱਚ ਯਾਦ ਰੱਖਦੇ ਹੋ ਆਪਣੇ ਅਧਿਆਪਕਾਂ ਨੂੰ। ਇਹੀ ਅਧਿਆਪਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। ਸੋ ਬਹੁਤ ਬਹੁਤ ਦੁਆਵਾਂ ਤੁਹਾਡੇ ਲਈ ਜੀ। ਦੋਸਤੋ ਅੱਗੇ ਵਧਦੇ ਆਪਾਂ। ਸਾਡੇ ਨਾਲ ਨੇ ਤਜਿੰਦਰ ਸਿੰਘ ਹੋਰੀ, ਇਸ ਮਾਲਾ ਦੇ ਅਗਲੇ ਮਣਕੇ ਨੇ। ਉਹ ਕੌਣ ਨੇ ਤਜਿੰਦਰ ਸਿੰਘ, ਕੀ ਨੇ ਇਹਨਾਂ ਦੀਆਂ ਪ੍ਰਾਪਤੀਆਂ, ਇਹ ਆਪਾਂ ਸੁਣਾਂਗੇ ਮੈਡਮ ਬਲਜਿੰਦਰ ਕੌਰ ਹੋਰਾਂ ਤੋਂ, ਤੇ ਉਸ ਤੋਂ ਬਾਅਦ ਖੁਦ ਤਜਿੰਦਰ ਸਿੰਘ ਹੋਰਾਂ ਤੋਂ। ਮੈਡਮ ਬਲਜਿੰਦਰ ਕੌਰ ਨੂੰ ਮੇਰੀ ਰਿਕੁਐਸਟ ਹੈ ਕਿ ਉਹ ਤਜਿੰਦਰ ਸਿੰਘ ਹੋਰਾਂ ਬਾਰੇ ਗੱਲਬਾਤ ਕਰਨ। ਇੱਥੇ ਹਾਜ਼ਰ ਸਾਰੇ ਹੀ ਅਧਿਆਪਕ ਸਾਹਿਬਾਨ ਦਾ ਮੈਂ ਇੱਕ ਵਾਰੀ ਫੇਰ ਤੋਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਬਹੁਤ-ਬਹੁਤ ਸਾਡੇ ਸਾਰੇ ਹੀ ਅਵਾਰਡੀ ਅਧਿਆਪਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਮੇਰਾ ਸੁਭਾਗ ਹੈ ਜੋ ਮੈਂ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਹਾਂ। ਤਜਿੰਦਰ ਸਾਹਿਬ ਨੂੰ ਮੈਂ ਕਰੋਨਾ ਕਾਲ ਤੋਂ ਜਾਣਨ ਲੱਗੀ ਹਾਂ ਜੀ। ਬਹੁਤ ਹੀ ਵਧੀਆ ਅਧਿਆਪਕ ਤੇ ਬਹੁਤ ਸੱਚੇ ਸੁੱਚੇ ਇਨਸਾਨ ਹਨ। ਕਰੋਨਾ ਕਾਲ ਦੇ ਸਮੇਂ ਦੌਰਾਨ ਅਸੀਂ ਜਦ ਵੀਡੀਓਜ਼ ਬਣਾਈਆਂ ਤਾਂ ਆਪਸ ਵਿੱਚ ਅਸੀਂ ਕੰਸਲਟ ਕਰਦੇ ਸੀ, ਜਿਵੇਂ ਕਿ ਸਰ ਨੇ ਹੁਣੇ ਹੀ ਦੱਸਿਆ ਕਿ ਜਿਹੜੀਆਂ ਵੀਡੀਓਜ਼ ਹੈ, ਜੇ ਉਹ ਅੱਧੇ ਘੰਟੇ ਦੀ ਹੈ ਤਾਂ ਉਹਦੇ ਵਿੱਚ ਮਿਹਨਤ ਪੂਰੇ 1 ਦਿਨ ਦੀ ਲੱਗ ਜਾਂਦੀ ਹੈ। ਤਾਂ ਉਸ ਸਮੇਂ ਦੌਰਾਨ ਤਜਿੰਦਰ ਸਰ ਨੇ ਵੀ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ। ਤਜਿੰਦਰ ਸਰ ਦਾ ਜਨਮ ਸਥਾਨ ਹੈ ਨੰਗਲ ਦੇ ਜਨਮ ਸਥਾਨ ਹੈ ਇਹਨਾਂ ਦਾ। ਇਹਨਾਂ ਨੇ 7 ਸਾਲ ਪ੍ਰਾਈਵੇਟ ਸਕੂਲ ਵਿੱਚ ਜੌਬ ਕੀਤੀ ਹੈ ਤੇ ਇਹਨਾਂ ਦੀ ਜਿਹੜੀ ਜੁਆਇਨਿੰਗ ਸੀਗੀ ਉਹ ਸਰਕਾਰੀ ਪ੍ਰਾਇਮਰੀ ਸਕੂਲ ਸਰਸੇਣੀ ਡੇਰਾਬੱਸੀ 2 ਬਲਾਕ, ਜੋ ਕਿ ਇੱਕ ਬਹੁਤ ਪਛੜਿਆ ਹੋਇਆ ਬਲਾਕ ਹੈ। ਬਹੁਤ ਡੇਰਾਬੱਸੀ ਮੋਹਾਲੀ ਜ਼ਿਲ੍ਹੇ ਦਾ ਬੈਕਵਰਡ ਏਰੀਆ ਮੰਨਿਆ ਜਾਂਦਾ। ਉਸ ਸਮੇਂ ਸਰਸੇਣੀ ਸਕੂਲ ਦੀ ਹਾਲਤ ਜਿਹੜੀ ਸੀਗੀ ਬਹੁਤ ਤਰਸਯੋਗ ਸੀ, ਤਾਂ ਇਹਨਾਂ ਨੇ ਉਸ ਸਕੂਲ ਨੂੰ ਵੀ ਬਹੁਤ ਵਧੀਆ ਤੇ ਸੋਹਣਾ ਬਣਾਇਆ। 2010 ਵਿੱਚ ਇਹਨਾਂ ਦੀ ਬਦਲੀ ਇਹਨਾਂ ਨੇ ਆਪਣੀ ਸਰਕਾਰੀ ਪ੍ਰਾਇਮਰੀ ਸਕੂਲ ਸਿਆਉਂ ਵਿਖੇ ਕਰਵਾ ਲਈ। ਇਹ ਸੀਨੀਅਰ ਮੀਤ ਪ੍ਰਧਾਨ ਬੀਐਡ ਅਧਿਆਪਕ ਫਰੰਟ ਪੰਜਾਬ, ਜ਼ਿਲ੍ਹਾ ਪ੍ਰਧਾਨ ਮੋਹਾਲੀ ਤੇ ਸਟੇਟ ਕਮੇਟੀ ਮੈਂਬਰ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੀ ਹਨ। ਇਹਨਾਂ ਨੇ ਆਪਣੀ ਮਿਹਨਤ ਸਦਕਾ ਜਿਹੜਾ ਦਾਖਲਾ ਹੈ ਉਹ 113% ਵਧਾਇਆ। ਇਸ ਤੋਂ ਇਲਾਵਾ ਇਹ ਹਰ ਛੁੱਟੀ ਵਾਲੇ ਦਿਨ ਆਪਣੇ ਬੱਚਿਆਂ ਨੂੰ, ਜਿਹੜੇ ਕਮਜ਼ੋਰ ਬੱਚੇ ਆ ਪੜ੍ਹਾਈ ਦੇ ਵਿੱਚ, ਉਹਨਾਂ ਨੂੰ ਰੈਮੀਡੀਅਲ ਕੋਚਿੰਗ ਵੀ ਦਿੰਦੇ ਹਨ। ਦਾਨੀ ਸੱਜਣਾ ਤੋਂ ਇਹਨਾਂ ਨੇ ਤਕਰੀਬਨ 3.5 ਲੱਖ ਇਕੱਠਾ ਕੀਤਾ ਤੇ ਸਕੂਲ ਨੂੰ ਬਹੁਤ ਸੋਹਣਾ ਬਣਾਇਆ। ਸਰਦਾਰ ਤਜਿੰਦਰ ਸਿੰਘ ਜੀ ਵੱਲੋਂ ਸਕੂਲ ਅਤੇ ਸਮਾਜ ਨੂੰ ਜੋੜਨ ਵਿੱਚ ਮਹੱਤਵਪੂਰਨ ਇਹਨਾਂ ਨੇ ਯੋਗਦਾਨ ਪਾਇਆ। ਇਹਨਾਂ ਨੇ ਐਨਜੀਓਜ਼ ਤੇ ਪੰਚਾਇਤ ਮੈਂਬਰਾਂ ਦੀ ਮਦਦ ਨਾਲ ਸਕੂਲ ਦੀ ਬਿਲਡਿੰਗ ਨੂੰ ਤੇ ਬੁਨਿਆਦੀ ਢਾਂਚੇ ਵਿੱਚ ਬਹੁਤ ਬਦਲਾਅ ਕੀਤਾ। ਇਹਨਾਂ ਦੇ ਉਪਰਾਲਾ ਸਦਕਾ ਰੋਟਰੀ ਮੋਹਾਲੀ ਕਲੱਬ ਵੱਲੋਂ ਵੀ 5 ਸਾਲ ਲਈ ਸਕੂਲ ਨੂੰ ਗੋਦ ਲਿੱਤਾ ਗਿਆ ਤੇ ਸਕੂਲ ਦੀ ਬਿਹਤਰੀ ਲਈ ਸਕੂਲ ਦੇ ਜਿਹੜੇ ਕਲਾਸਰੂਮ ਬਣਵਾਏ ਗਏ ਤੇ ਸਮਾਰਟ ਟੀਵੀ ਅਤੇ ਪ੍ਰੋਜੈਕਟਰ ਵੀ ਲਗਾਏ ਗਏ। ਇਹਨਾਂ ਦਾ ਜਿਹੜਾ ਪ੍ਰੀ ਪ੍ਰਾਇਮਰੀ ਵਿੰਗ ਹੈ ਉਹ ਦੇਖਣਯੋਗ ਹੈ। ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਨੇ ਉਸਨੂੰ ਬਣਾਇਆ। ਇਸ ਤੋਂ ਇਲਾਵਾ ਤਜਿੰਦਰ ਸਿੰਘ ਜੀ ਨੂੰ ਪੜ੍ਹਨ ਪੜ੍ਹਾਉਣ ਦਾ ਬਹੁਤ ਸ਼ੌਂਕ ਹੈ। ਇਹ ਅੱਜ ਕੱਲ ਇਹਨਾਂ ਨੇ ਲਿਖਣਾ ਵੀ ਸ਼ੁਰੂ ਕੀਤਾ ਹੈ। ਇਸ ਕਰਕੇ ਇਹਨਾਂ ਨੇ ਆਪਣੇ ਸਕੂਲ ਵਿੱਚ ਇੱਕ ਬੁੱਕ ਬੈਂਕ ਵੀ ਬਣਾਇਆ ਹੈ। ਉਸ ਬੁੱਕ ਬੈਂਕ ਵਿੱਚ ਵੀ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਦਾਨ ਕੀਤੀਆਂ ਹਨ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸੱਚੀ ਦੁਕਾਨ ਮੁਹਿੰਮ ਰਾਹੀਂ ਬੱਚਿਆਂ ਨੂੰ ਕਹਾਣੀ ਅਤੇ ਕਿਤਾਬਾਂ ਦੀਆਂ ਕਾਪੀਆਂ ਮੁਫਤ ਕਹਾਣੀ ਦੀਆਂ ਕਿਤਾਬਾਂ ਅਤੇ ਕਾਪੀਆਂ ਨੂੰ ਮੁਫਤ ਮੁਹੱਈਆ ਕਰਵਾਈਆਂ ਹਨ। ਸਰਦਾਰ ਤਜਿੰਦਰ ਸਿੰਘ ਪੰਜਾਬ ਦੇ ਅਧਿਆਪਕ ਮੀਡੀਆ ਟੀਮ ਦੇ ਵੀ ਹਿੱਸਾ ਰਹੇ ਹਨ। ਇਹਨਾਂ ਨੇ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ, ਕਿ ਇਹਨਾਂ ਨੇ ਆਨਲਾਈਨ ਪੜ੍ਹਾਈ ਸਮੇਂ ਕੋਵਿਡ ਟਾਈਮ ਸਮੇਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ। ਇਸ ਤੋਂ ਇਲਾਵਾ ਇਹਨਾਂ ਨੇ ਉਸ ਸਮੇਂ ਦੌਰਾਨ ਆਪਣੇ ਬੱਚਿਆਂ ਦੀਆਂ ਤੇ ਜਿਹੜੇ ਵੀ ਕੋਵਿਡ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੀ ਵੀ ਜਿਹੜੇ ਗਰੀਬ ਉਸ ਸਮੇਂ ਲੋਕ ਸੀ ਉਹਨਾਂ ਦੀ ਬਹੁਤ ਮਦਦ ਕੀਤੀ। ਇਹਨਾਂ ਵੱਲੋਂ ਸਿਰਫ ਆਪਣੇ ਸਕੂਲ ਦੇ ਬੱਚਿਆਂ ਨੂੰ ਹੀ ਨਹੀਂ, ਸਗੋਂ ਪੰਜਾਬ ਦੇ ਸਾਰੇ ਸਕੂਲੀ ਬੱਚਿਆਂ ਦੀ ਪੜ੍ਹਾਈ ਵਿੱਚ ਇਹਨਾਂ ਨੇ ਯੋਗਦਾਨ ਪਾਇਆ। ਸਰਦਾਰ ਤਜਿੰਦਰ ਸਿੰਘ ਵੱਲੋਂ ਇਹਨਾਂ ਦੇ ਬੱਚਿਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਲਈ ਇਹਨਾਂ ਨੇ ਤਿਆਰੀ ਕਰਵਾਈ, ਜਿਸ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ। ਇਹਨਾਂ ਦੇ ਸ਼ਲਾਘਾਯੋਗ ਕੰਮਾਂ ਕਾਰਨ ਹੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮੇਂ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। 2016 ਤੋਂ ਜ਼ਿਲ੍ਹਾ ਮੋਹਾਲੀ ਦੇ
ਜਿਹੜੇ ਹਰ ਸਾਲ ਅਵਾਰਡ ਮਿਲਦੇ ਹਨ 2016 ਤੋਂ ਲਗਾਤਾਰ ਤੇਜਿੰਦਰ ਸਰ ਨੂੰ ਮਿਲ ਰਹੇ ਹਨ। ਤੇ ਇਸ ਤੋਂ ਇਲਾਵਾ ਇਹ NGOs ਵਿੱਚ ਕੈਂਸਰ ਕੇਅਰ ਕੈਂਪ ਵੀ ਲਗਾਉਂਦੇ ਹਨ, ਬਲੱਡ ਡੋਨੇਸ਼ਨ ਕੈਂਪ ਤੇ ਸਫਾਈ ਮੁਹਿੰਮ ਅਤੇ ਰਾਸ਼ਨ ਵਿਤਰਨ ਵਿੱਚ ਵੀ ਵਿਸ਼ੇਸ਼ ਯੋਗਦਾਨ ਇਹਨਾਂ ਦਾ ਰਿਹਾ ਹੈ, ਜਿਸ ਕਰਕੇ ਇਹਨਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੇਜਿੰਦਰ ਸਰ ਨੇ ਡ੍ਰੌਪ ਆਊਟ ਵਿਦਿਆਰਥੀਆਂ ਨੂੰ ਵੀ ਮੁੱਖ ਧਾਰਾ ਵਿੱਚ ਲਿਆਂਦਾ ਹੈ। ਇਹਨਾਂ ਨੇ ਬਹੁਤ ਸਾਰੇ ਉਪਰਾਲੇ ਕੀਤੇ, ਆਪ ਬੱਚਿਆਂ ਨੂੰ ਆਪਣੇ ਪਰਸਨਲ ਖਰਚੇ ਤੋਂ ਇਹਨਾਂ ਨੇ ਬੱਚਿਆਂ ਦੇ ਲਈ ਸਾਧਨ ਮੁਹੱਈਆ ਕਰਵਾ ਕੇ ਉਹਨਾਂ ਨੂੰ ਸਕੂਲ ਦੇ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਇਹਨਾਂ ਨੇ ਕੋਵਿਡ ਟਾਈਮ ਦੇ ਵਿੱਚ ਘਰ ਘਰ ਜਾ ਕੇ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨੇ ਵੰਡੇ ਅਤੇ ਲੋਕਾਂ ਨੂੰ ਬਿਮਾਰੀ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਇਹਨਾਂ ਨੇ ਵੱਖ-ਵੱਖ ਬੁਰਾਈਆਂ ਅਤੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵੱਖ-ਵੱਖ ਤਰੀਕਿਆਂ ਦੇ ਪੇਂਟਿੰਗਸ, ਡਿਬੇਟ ਮੁਕਾਬਲੇ, ਰੈਲੀਆਂ ਦੁਆਰਾ ਇਹਨਾਂ ਦੁਆਰਾ ਜਾਗਰੂਕ ਕੀਤਾ ਗਿਆ। ਜਿੱਥੋਂ ਤੱਕ ਤੇਜਿੰਦਰ ਸਰ ਦਾ ਇਹਨਾਂ ਦੀ ਹਰ ਸਾਲ ਬਹੁਤ ਵਧੀਆ, ਇਹਨਾਂ ਦੇ ਬੱਚਿਆਂ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ। ਪੰਜਾਬੀ ਵਿਰਸਾ ਸੁਸਾਇਟੀ ਦੇ ਮੈਂਬਰ ਹੁੰਦੇ ਹੋਏ ਬਲੱਡ ਕੈਂਪ ਤੇ ਕੈਂਸਰ ਕੈਂਪ ਵੀ ਇਹਨਾਂ ਵੱਲੋਂ ਲਗਾਏ ਗਏ ਹਨ ਤੇ ਗਰੀਬ ਲੋਕਾਂ ਦੀ ਮਦਦ ਕੀਤੀ ਗਈ ਹੈ। ਇਸ ਮੰਚ ਤੇ ਮੈਂ ਇੱਕ ਵਾਰੀ ਫੇਰ ਤੋਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਬਾਰੇ ਹੋਰ ਚਾਨਣਾ ਪਾਉਣ। ਜੀ ਤੇਜਿੰਦਰ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਿਰਜਣਾਤਮਕ ਸਿੱਖਿਆ ਸੰਸਾਰ ਦੇ ਮੁਖੀ ਡਾਕਟਰ ਕੁਲਦੀਪ ਸਿੰਘ ਦੀਪ ਜੀ ਤੇ ਸਾਰੇ ਹੀ ਜਿਹੜੇ ਇਹ ਮਾਲਾ ਦੇ ਮੋਤੀ ਨੇ, ਇਹਨਾਂ ਸਾਰਿਆਂ ਦਾ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਜੀ। ਇੰਨੇ ਵੱਡੇ ਅਧਿਆਪਕਾਂ ਦੇ ਪਲੇਟਫਾਰਮ ਤੇ ਤੁਸੀਂ ਅੱਜ ਸਾਨੂੰ ਬੁਲਾਇਆ ਤੇ ਮੈਨੂੰ ਲੱਗਦਾ ਵੀ ਪੰਜਾਬ ਨਹੀਂ, ਭਾਰਤ ਨਹੀਂ, ਵਿਦੇਸ਼ਾਂ ਵਿੱਚ ਇਹ ਪ੍ਰੋਗਰਾਮ ਜਿਹੜਾ ਹੈ ਲੋਕ ਦੇਖ ਰਹੇ ਨੇ। ਮੈਂ ਪਹਿਲਾਂ ਤਾਂ ਸਾਰਿਆਂ ਦਾ ਹੀ ਦੁਬਾਰਾ ਤੋਂ ਧੰਨਵਾਦ ਕਰਦਾ ਹਾਂ ਤੇ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਰੂਬਰੂ ਕਰਨਾ ਚਾਹੁੰਦਾ, ਜਿਹੜੀਆਂ ਕਿ ਜੋ ਸਮੇਂ ਦੇ ਅਨੁਸਾਰ ਚੱਲੀਆਂ, ਜਿਸ ਦੇ ਨਾਲ ਅੱਜ ਮੈਨੂੰ ਇਹ ਜਿਹੜਾ ਸਟੇਟ ਅਵਾਰਡ ਦਾ ਪੰਜਾਬ ਸਰਕਾਰ ਨੇ ਨਵਾਜਿਆ, ਇਹ ਮੇਰੀ ਇਕੱਲੀ ਦੀ ਦੇਣ ਨਹੀਂ ਹੈਗੀ। ਨਾ ਹੀ ਮੈਂ ਮੰਨਦਾ ਵੀ ਮੈਨੂੰ ਇਹ ਇਕੱਲੇ ਨੂੰ ਇਹ ਜਿਹੜਾ ਸਟੇਟ ਅਵਾਰਡ ਮਿਲਿਆ। ਮੇਰਾ ਤਾਂ ਅਵਾਰਡ ਜਿਹੜਾ ਮੇਰੇ ਬੱਚਿਆਂ ਦਾ ਅਵਾਰਡ ਹੈ। ਮੇਰੇ ਜਿਹੜੇ ਸਕੂਲ ਦੇ ਬੱਚੇ ਨੇ ਜਿਨ੍ਹਾਂ ਦੇ ਬਦੌਲਤ ਮੈਂ ਇੱਕ ਅਧਿਆਪਕ ਦੇ ਤੌਰ ਤੇ ਵਿਚਰਿਆ, ਉਹ ਪਿੰਡ ਜਿਹਨੇ ਮੈਨੂੰ ਉਹ ਪਛਾਣ ਦਿੱਤੀ, ਉਹ ਮੈਂ ਤਾਂ ਉਹਨਾਂ ਦਾ ਧੰਨਵਾਦ ਸਭ ਤੋਂ ਪਹਿਲਾਂ ਕਰਦਾ। ਸਰ ਮੈਂ ਥੋੜਾ ਜਿਹਾ ਸ਼ੁਰੂ ਕਰਨਾ ਚਾਹਾਂਗਾ। 2000 ਤੋਂ ਮੈਂ ਆਪਣਾ ਸਿੱਖਿਆ ਦਾ ਜਿਹੜਾ ਪੜ੍ਹਾਉਣ ਦਾ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਤੇ 7 ਸਾਲ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ 11ਵੀਂ 12ਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ, ਆਪਣਾ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਪੋਲੀਟੀਕਲ ਸਾਇੰਸ ਦੇ ਜੀ। ਉਸ ਤੋਂ ਬਾਅਦ 2008 ਦੇ ਵਿੱਚ ਪੋਸਟਾਂ ਨਿਕਲੀਆਂ ਤਾਂ ਮੈਨੂੰ ਜੌਬ ਮਿਲੀ ਪ੍ਰਾਇਮਰੀ ਐਜ਼ ਅ ਪ੍ਰਾਇਮਰੀ ਟੀਚਰ ਦੀ। ਮੈਂ ਇੱਕ ਬੜੇ ਵੱਡੇ ਇਨਫਰਾਸਟ੍ਰਕਚਰ ਪ੍ਰਾਈਵੇਟ ਸਕੂਲ ਦੇ ਵਿੱਚੋਂ ਆਇਆ। 1 ਸਾਲ ਉਹਨਾਂ ਨੇ ਮੈਨੂੰ ਵਿਦੇਸ਼ ਦੇ ਸਕੂਲ ਵੀ ਦਿਖਾਏ। ਤਾਂ ਮੈਂ ਜਦੋਂ ਜੁਆਇਨ ਕੀਤਾ ਜਾ ਕੇ ਸਰਸੀਣੀ ਦੇ ਵਿੱਚ, ਤੇ ਮੈਂ ਦੇਖਿਆ ਵੀ ਇਹ ਤਾਂ ਬਹੁਤ ਕਿੱਥੇ ਆ ਗਿਆ ਮੈਂ, ਵੀ ਸਰਕਾਰੀ ਜੌਬ ਚਲੋ ਇੱਕ ਇੰਥੂਜ਼ੀਅਮ ਹੁੰਦਾ ਵੀ ਸਰਕਾਰੀ ਜੌਬ ਮਿਲੀ ਹੈ, ਪਰ ਜਦੋਂ ਮੈਂ ਉਹ ਗੇਟ ਦੇ ਅੰਦਰ ਜੁਆਇਨ ਕਰਨ ਗਿਆ, ਪਹਿਲਾਂ BPO ਦਫ਼ਤਰ ਜੁਆਇਨਿੰਗ ਹੋਈ, ਉਸ ਤੋਂ ਬਾਅਦ ਜਦੋਂ ਅਸੀਂ ਸਕੂਲ ਦੇ ਵਿੱਚ ਗਏ ਤਾਂ ਬੱਚੇ ਭੱਜ ਕੇ ਸਾਨੂੰ ਮਿਲੇ। ਮੈਂ ਇਹ ਚੀਜ਼ ਸਭ ਤੋਂ ਮੇਰੇ ਮਨ ਨੂੰ ਪਹਿਲਾਂ ਜਿਹੜੀ ਟੱਚ ਕੀਤੀ ਵੀ ਮੈਂ ਪ੍ਰਾਈਵੇਟ ਸਕੂਲ ਵਿੱਚ ਜਾਣਾ, ਬੱਚੇ ਤੁਹਾਡੇ ਨਾਲ ਦੂਰੀ ਰੱਖਦੇ ਆ, ਪਰ ਸਰਕਾਰੀ ਸਕੂਲ ਦੇ ਵਿੱਚ ਜਦੋਂ ਨਵਾਂ ਅਧਿਆਪਕ ਜਾਂਦਾ ਤਾਂ ਉਹ ਭੱਜ ਕੇ ਤੁਹਾਨੂੰ ਮਿਲਦੇ ਨੇ। ਮੇਰਾ ਉਦੋਂ ਤੋਂ ਹੀ ਬੱਚਿਆਂ ਦੇ ਨਾਲ ਜਿਹੜਾ ਮੋਹ ਹੈ ਪਹਿਲੇ ਦਿਨ ਤੋਂ ਹੀ ਪੈ ਗਿਆ ਸੀ ਵੀ ਬੱਚੇ ਤੁਹਾਨੂੰ ਉਹ ਦੇਖਦੇ ਨੇ ਵੀ ਯਾਰ ਇਹ ਸਾਡੇ ਮਾਪਿਓ ਤਾਂ ਇਹ ਨੇ, ਇਹ ਸਾਨੂੰ ਹੁਣ ਅੱਗੇ ਲੈ ਕੇ ਜਾਣਗੇ। ਉਹ ਸਕੂਲ ਦੇ ਵਿੱਚ ਸਰ ਮੈਂ ਗਿਆ, ਮਤਲਬ ਕਾਫੀ ਚੀਜ਼ਾਂ ਜਿਹੜੀਆਂ ਸੀ ਸੁਧਾਰ ਵਾਲੀਆਂ ਸੀਗੀਆਂ, ਕਿਉਂਕਿ ਮੈਂ ਪ੍ਰਾਈਵੇਟ ਵਾਲਾ ਉਹ ਜਿਹੜੀ ਚਮਕ ਧਮਕ ਦੇਖ ਕੇ ਆਇਆ ਸੀ। ਪਰ ਮੈਂ ਉੱਥੇ ਪਹਿਲੇ ਦਿਨ ਤੋਂ ਇਹ ਠਾਣਿਆ ਸੀ ਵੀ ਮੈਂ ਹੁਣ ਇੱਕ ETT ਅਧਿਆਪਕ ਆ ਤੇ ਮੈਂ ETT ਅਧਿਆਪਕ ਦੇ ਤੌਰ ਤੇ ਹੀ ਵਿਚਰਨਾ ਹੈ। ਤਾਂ ਆਪਣਾ ਪੱਧਰ ਮੈਂ ਪਹਿਲਾਂ ਤਾਂ ਉਹ ਬੱਚਿਆਂ ਦੇ ਲੈਵਲ ਤੇ ਲੈ ਕੇ ਗਿਆ, ਕਿਉਂਕਿ ਪਹਿਲੀ ਤੋਂ 5ਵੀਂ ਤੱਕ ਅਸੀਂ ਪੜ੍ਹਾਉਣਾ, ਉਦੋਂ ਤੇ ਪ੍ਰੀ ਪ੍ਰਾਇਮਰੀ ਨਹੀਂ ਸੀਗੀ, ਪਹਿਲੀ ਤੋਂ 5ਵੀਂ ਜਮਾਤ ਅਸੀਂ ਪੜ੍ਹਾਉਣੀ ਹੁੰਦੀ। ਤਾਂ ਆਪਣਾ ਪੱਧਰ ਮੈਂ ਪਹਿਲਾਂ ਬੱਚਿਆਂ ਦੇ ਲੈਵਲ ਤੇ ਕੀਤਾ ਤੇ ਉੱਥੋਂ ਸ਼ੁਰੂਆਤ ਸਰ ਜਿਹੜੀ ਮੇਰੇ ਇਸ ਸਰਕਾਰੀ ਸਫ਼ਰ ਦੀ ਹੋਈ ਹੈ। ਸਰਸੀਨੀ ਦੇ ਵਿੱਚ ਮੈਂ 1.5 ਸਾਲ ਲਾਇਆ। ਉਹ 1.5 ਸਾਲ ਦੇ ਵਿੱਚ ਵੀ ਪਿੰਡ ਦੇ ਵਿੱਚ ਬੜਾ ਅੱਛਾ ਯੋਗਦਾਨ ਕਰਕੇ ਅਸੀਂ ਛੋਟੇ ਛੋਟੇ ਜੋ ਇਨਫਰਾਸਟ੍ਰਕਚਰ ਕਰ ਸਕਦੇ ਸੀ ਉਹ ਸ਼ੁਰੂਆਤ ਕੀਤੀ। ਚਲੋ
ਫਿਰ ਉਹ ਬਦਲੀ ਦਾ ਮੈਨੂੰ ਮੌਕਾ ਮਿਲਿਆ ਤੇ ਮੈਂ ਸਿਆਊ ਸਕੂਲ ਦੇ ਵਿੱਚ 2010 ਦੇ ਵਿੱਚ ਆਇਆ ਸਰ। ਇੱਥੇ ਜਦੋਂ ਮੈਂ ਜੁਆਇਨ ਕੀਤਾ ਤੇ ਇੱਕ ਕਮਰਾ ਇੱਥੇ ਐਕਟਿਵ ਸੀਗਾ ਸਕੂਲ ਦੇ ਵਿੱਚ ਤੇ ਬਿਜਲੀ ਦਾ ਕਨੈਕਸ਼ਨ ਹੀ ਨਹੀਂ ਸੀਗਾ। ਡਿਸਟ੍ਰਿਕਟ ਮੋਹਾਲੀ ਹੋਵੇ ਤੇ ਬਿਜਲੀ ਦਾ ਕਨੈਕਸ਼ਨ ਨਹੀਂ ਸੀਗਾ ਸਕੂਲ ਦੇ ਵਿੱਚ। ਪਹਿਲਾ ਮੇਰਾ ਜਿਹੜਾ ਸਰ ਉੱਥੇ ਦਾ ਐਫਰਟ ਇਹ ਰਿਹਾ ਵੀ ਬਿਜਲੀ ਦਾ ਕਨੈਕਸ਼ਨ ਲਿਆ, 2 ਦਿਨਾਂ ਦੇ ਵਿੱਚ ਉੱਥੇ ਬਿਜਲੀ ਦਾ ਕਨੈਕਸ਼ਨ ਲਵਾਇਆ। ਫਿਰ ਹੌਲੀ ਹੌਲੀ ਸਰ ਜਿਵੇਂ ਜਿਵੇਂ ਆਪਾਂ ਉਸ ਸਿਸਟਮ ਨੂੰ ਸਮਝਦੇ ਆ ਤੇ ਬੱਚਿਆਂ ਨਾਲ ਮੋਹ ਵੱਧਦਾ ਤੇ ਫਿਰ ਦਿਮਾਗ 'ਚ ਇਹ ਸੀਗਾ ਵੀ ਇਹ ਬੱਚੇ ਕਿਸੇ ਨਾਲੋਂ ਘੱਟ ਨਹੀਂ ਹੈਗੇ ਪੜ੍ਹਾਈ ਦੇ ਵਿੱਚ ਜਾਂ ਐਕਟੀਵਿਟੀ ਦੇ ਵਿੱਚ। ਇਹ ਪ੍ਰਾਈਵੇਟ ਸਕੂਲ ਦੇ ਬੱਚਿਆਂ ਨਾਲੋਂ ਬਹੁਤ ਅੱਗੇ ਨੇ, ਪਰ ਇਨਫਰਾਸਟ੍ਰਕਚਰ ਨਹੀਂ ਮਿਲਦਾ ਇਹਨਾਂ ਨੂੰ। ਚਲੋ ਉਹ ਮਨ ਦੇ ਵਿੱਚ ਉਹ ਸਿਸਟਮ ਸੀਗਾ, ਹੌਲੀ ਹੌਲੀ ਪ੍ਰਮਾਤਮਾ ਨੇ ਉਹ ਸਿਸਟਮ ਬਣਾਇਆ, ਕਮਿਊਨਿਟੀ ਨਾਲ ਜੁੜੇ, ਪਿੰਡ ਵਾਲਿਆਂ ਨਾਲ ਜੁੜੇ, NGOs ਨਾਲ ਜੁੜੇ। ਤੇ ਸਰ ਮੈਂ ਆਪਣਾ ਜਿਹੜਾ ਸਮਾਰਟ ਸਕੂਲ ਪਿੰਡ ਵਾਲਿਆਂ ਦੀ ਤੇ ਆਪਣੇ ਸਟਾਫ ਦੇ ਸਹਿਯੋਗ ਨਾਲ ਬਣਾਇਆ ਤੇ 3 ਕਮਰੇ ਉਹਦੇ ਵਿੱਚ ਪਹਿਲਾਂ ਸ਼ੁਰੂਆਤ ਦੇ ਵਿੱਚ ਕੀਤੇ ਤੇ ਪੂਰੇ ਸਕੂਲ ਵਿੱਚ ਪਹਿਲਾਂ ਮਾਰਬਲ ਲਵਾਇਆ ਸਰ। ਵਾਈਟ ਮਾਰਬਲ ਮੇਰੇ ਸਾਰੇ ਸਕੂਲ ਵਿੱਚ ਲੱਗਿਆ ਹੋਇਆ, ਕਿਉਂਕਿ ਮੈਂ ਜਦੋਂ ਜੁਆਇਨ ਕੀਤਾ ਸੀ ਸਰਸੀਨੀ ਤਾਂ ਸਭ ਤੋਂ ਪਹਿਲਾਂ ਐਂਟਰੈਂਸ ਤੇ ਉਹ ਆਪਣੇ ਕਾਲੇ ਕਾਲੇ ਫਰਸ਼ ਦਿਖਦੇ ਸੀ। ਤਾਂ ਮੇਰੇ ਮਨ 'ਚ ਉਹ ਸੀਗਾ ਵੀ ਇਹ ਚੀਜ਼ ਆਪਾਂ ਪਹਿਲਾਂ ਖਤਮ ਕਰਨਾ, ਵੀ ਉਹ ਐਂਟਰੀ ਸਾਡੀ ਸੋਹਣੀ ਹੋ ਜੇ। ਤਾਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਚਲੋ ਆਪ ਹੀ ਐਫਰਟ ਕਰਕੇ ਸਰ ਪੂਰੇ ਸਕੂਲ ਜਿਹੜਾ ਮੇਰਾ ਵਾਈਟ ਮਾਰਬਲ ਲੱਗਿਆ ਹੋਇਆ, ਸਾਫ ਸੁਥਰਾ ਮਾਹੌਲ ਕ੍ਰੀਏਟ ਕੀਤਾ। ਬੱਚੇ 30-35 ਬੱਚੇ ਸੀਗੇ ਸਰ, ਅੱਜ ਉੱਥੇ 100 ਤੋਂ ਉੱਤੇ ਬੱਚੇ ਹੋ ਗਏ। 4 ਸਾਡੇ ਨਾਲ ਦੇ ਪਿੰਡ ਨੇ ਜਿਹੜੇ, ਉਹਨਾਂ ਦੇ ਬੱਚੇ ਵੀ ਸਾਡੇ ਕੋਲੇ ਪੜ੍ਹ ਰਹੇ ਨੇ ਤੇ ਪ੍ਰਾਈਵੇਟ ਸਕੂਲਾਂ ਚੋਂ ਵੀ ਹਟ ਕੇ ਪਿਛਲੇ ਸਾਲਾਂ 'ਚ ਬੱਚੇ ਸਾਡੇ ਸਿਆਊ ਸਕੂਲ ਦੇ ਵਿੱਚ ਆਏ ਨੇ। ਸਫ਼ਰ ਥੋੜਾ ਲੰਬਾ ਸੀ ਸਰ। 2 ਜਾਣੇ ਅਧਿਆਪਕ ਅਸੀਂ ਪ੍ਰਾਇਮਰੀ ਦੇ ਵਿੱਚ, ਮੇਰੇ ਨਾਲ ਦੇ ਜਿਹੜੇ ਹੈਡ ਟੀਚਰ ਸੀਗੇ ਉਹ ਸਟੇਟ ਪ੍ਰੋਜੈਕਟ ਦੇ ਵਿੱਚ ਸੀ, ਤਾਂ ਮੈਂ 10 ਸਾਲ ਐਜ਼ ਅ ਇੰਚਾਰਜ ਹੀ ਕੰਮ ਕੀਤਾ ਤੇ ਮੇਰੇ ਨਾਲ ਡੈਪੂਟੇਸ਼ਨ ਦੇ ਟੀਚਰ ਆਉਂਦੇ ਰਹੇ। ਕੋਈ 6 ਮਹੀਨੇ ਲਾ ਗਿਆ, ਕੋਈ 8 ਮਹੀਨੇ ਲਾ ਗਿਆ। ਸਮਾਂ ਕੱਢਿਆ ਤੇ ਉਹ ਸਕੂਲ ਨੂੰ ਅਸੀਂ ਸਰ ਮੋਹਾਲੀ ਦੇ ਬੈਸਟ ਸਕੂਲਾਂ ਵਿੱਚ ਲੈ ਕੇ ਆਏ। ਅੱਜ ਦੇ ਸਮੇਂ ਦੇ ਵਿੱਚ ਜੋ ਸਕੂਲ ਦੇ ਵਿੱਚ ਮੇਰਾ ਮੇਨ ਫੋਕਸ ਸੀਗਾ ਸਰ, ਵੀ ਇੱਕ ਤਾਂ ਸਾਡਾ ਸਕੂਲ ਸੁੰਦਰੀਕਰਨ ਜਿਹੜਾ ਕੀਤਾ, ਸਮਾਰਟ ਕਲਾਸਰੂਮ ਬਣਾਏ ਗਏ ਹੈ ਤੇ ਨਾਲ ਸਰ ਵਾਸ਼ਰੂਮ ਤੇ ਬਹੁਤ ਮੈਂ ਜ਼ੋਰ ਦਿੱਤਾ ਵੀ ਹਾਈਜੀਨਿਕ ਮਾਹੌਲ ਬੱਚਿਆਂ ਨੂੰ ਦਿੱਤਾ ਜਾਵੇ। ਸਾਡੇ ਬੱਚੇ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਮਾਹੌਲ ਨਹੀਂ ਮਿਲਦਾ, ਤਾਂ ਫੋਕਸ ਕੀਤਾ ਗਿਆ। ਪਾਣੀ ਵਾਲਾ ਪ੍ਰਬੰਧ ਉਹ ਬੈਸਟ ਕੀਤਾ ਗਿਆ ਬੱਚਿਆਂ ਵਾਸਤੇ। ਛੋਟੇ ਬੱਚਿਆਂ ਨੇ ਉਹ ਸ਼ੈੱਡ ਬਣਾਏ ਗਏ ਤਾਂ ਕਿ ਉਹ ਬੱਚੇ ਜਿਹੜੇ ਨੇ ਉੱਥੇ ਗਰਮੀ ਦੇ ਵਿੱਚ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਅੱਛਾ ਰਹੇ। ਵਾਸ਼ਰੂਮ ਕਲੀਨ ਕੀਤੇ, ਉਹਨਾਂ ਨੂੰ ਸਫਾਈ ਨਾਲ ਜੋੜਿਆ। ਮੇਨ ਮੁੱਦਾ ਹੀ ਸ਼ੁਰੂ ਤੋਂ ਸਰ ਮੇਰਾ ਇਹ ਰਿਹਾ ਸੀ ਵੀ ਬੱਚਿਆਂ ਨੂੰ ਅਸੀਂ ਨੈਤਿਕ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰੀ ਪਤਾ ਹੋਣ। ਪ੍ਰਾਇਮਰੀ ਦੇ ਵਿੱਚ ਇਕੱਲਾ ਪੜ੍ਹਾਈ ਨਹੀਂ ਹੈ ਸਰ, ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ, ਉਹਨਾਂ ਨੂੰ ਆਪਦੇ ਬਾਰੇ ਸਾਫ਼ ਸੁਥਰਾ ਰੱਖਣਾ, ਆਪਣੇ ਆਪ ਨੂੰ ਕਿਸ ਤਰ੍ਹਾਂ ਐਕਟਿਵ ਬਣਾਉਣਾ ਹੈ, ਉਹ ਸਾਰੀਆਂ ਚੀਜ਼ਾਂ ਵੀ ਸਰ ਅਸੀਂ ਉਹਨਾਂ ਨੂੰ ਨਾਲ ਨਾਲ ਸਿਖਾਉਂਦੇ ਹਾਂ ਸਕੂਲ ਦੇ ਵਿੱਚ। ਪੜ੍ਹਾਈ ਦਾ ਜਿਹੜਾ ਸਿਸਟਮ ਉਹ ਖੇਡ ਵਿਧੀ ਰਾਹੀਂ ਅਸੀਂ ਪੜ੍ਹਾਉਂਦੇ ਹਾਂ। ਉਹ ਇਹ ਨਹੀਂ ਵੀ ਆਪਾਂ ਸਾਰਾ ਦਿਨ ਉਹਨਾਂ ਬੱਚਿਆਂ ਨੂੰ ਬੱਚਿਆਂ ਦੇ ਅਕੋਰਡਿੰਗਲੀ ਉਹਨਾਂ ਨੂੰ ਕਰਦੇ ਰਹੇ ਆ। ਤੇ ਜਿਹੜੀ ਸਰ ਪਛਾਣ ਸੁਸਾਇਟੀ ਦੇ ਵਿੱਚ ਮਿਲੀ ਹੈ ਮੈਨੂੰ ਕਰੋਨਾ ਕਾਲ ਦੇ ਵਿੱਚ ਮਿਲੀ। ਸਾਡੇ ਡਾਕਟਰ ਹਰਪਾਲ ਸਿੰਘ ਬਾਜਕ ਨੇ, ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਜਸਵਿੰਦਰ ਜਲਾਲ ਜੀ, ਬਲਜਿੰਦਰ ਮੈਡਮ ਨੇ, ਸਰਬਜੀਤ ਭੁੱਲਰ ਨੇ, ਰੁਪਿੰਦਰ ਮੈਡਮ ਨੇ, ਸ਼ਾਲੂ ਮੈਡਮ ਨੇ, ਕਿੰਨਿਆਂ ਦਾ ਮੈਂ ਨਾਮ ਲਵਾਂ ਜਿਨ੍ਹਾਂ ਨੇ ਸਰ ਕਰੋਨਾ ਦੇ ਵਿੱਚ ਆਪਾਂ ਇੱਕ ਦੂਜੇ ਨਾਲ ਸੰਪਰਕ ਕਰਕੇ ਉਹ ਆਪਣੇ ਪੰਜਾਬ ਦੇ ਬੱਚਿਆਂ ਵਾਸਤੇ ਐਜੂਕੇਟ ਐਪ ਤੇ ਜਿਹੜਾ ਉਹ ਵੀਡੀਓਜ਼ ਡਾਊਨਲੋਡ ਕੀਤੀਆਂ। ਔਖਾ ਸਮਾਂ ਸੀ ਸਰ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਵੀ ਉਹ ਸਟੂਡੀਓ ਕ੍ਰੀਏਟ ਕਰਨਾ, ਫਿਰ ਉਹਦੇ ਵਿੱਚ ਜਿਹੜੇ ਉਸਤਾਦ ਨੇ ਤੁਹਾਡੇ ਉਹ ਇੰਨੇ ਪਰਫੈਕਟ ਨੇ। ਮੇਰੀ ਪੰਜਾਬੀ ਥੋੜੀ ਜਿਹੀ ਵੀਕ ਸੀਗੀ ਤਾਂ ਉਹ ਇੰਨੇ ਪਰਫੈਕਟ ਸੀ, ਮੈਂ ਮਤਲਬ 4-4 5-5 ਦਿਨ ਵੀਡੀਓ ਹੀ ਬਣਾਉਂਦਾ ਰਹਿੰਦਾ ਸੀਗਾ। ਪਰ ਉਹ ਮਨ ਦੇ ਵਿੱਚ ਇਹ ਸੀ ਵੀ ਉਹ ਬੱਚਿਆਂ ਦੇ ਬਿਹਤਰੀ ਵਾਸਤੇ ਕਰ ਰਹੇ ਆ, ਤਾਂ ਉਹ ਚੱਲ ਜਾਂਦਾ ਸੀਗਾ ਤੇ ਬੜਾ ਅੱਛੇ ਤਰੀਕੇ ਨਾਲ ਉਹ ਵੀਡੀਓਜ਼ ਕੀਤੀਆਂ। ਕਰੋਨਾ ਦੇ ਦੌਰਾਨ ਸਰ ਮੈਂ ਇੱਕ ਛੋਟੀ ਜਿਹੀ ਮੁਹਿੰਮ ਕਰਦਾ ਰਿਹਾ। ਮੈਂ ਸਕੂਟਰ ਲੈ ਕੇ ਚੱਲ ਪੈਂਦਾ ਸੀ ਸਰ, ਉਹ ਪਾ ਕੇ ਆਪਣਾ ਸਾਰਾ ਸਿਸਟਮ ਜਿਹੜਾ ਉਦੋਂ ਪਾਉਣਾ ਪੈਂਦਾ ਸੀ। 1000-2000 ਦੀਆਂ ਕਾਪੀਆਂ ਪੈਨਸਲਾਂ ਮੈਂ ਸਕੂਟਰ ਤੇ ਰੱਖ ਲੈਣੀਆਂ। ਜਿੱਥੇ ਵੀ ਸਲਮ ਏਰੀਆਜ਼ ਹੋਣੇ ਜਾਂ ਜਿੱਥੇ ਮੈਨੂੰ ਬੱਚੇ ਦਿਖਣੇ ਜਿਹੜੇ ਮੇਰੇ ਸਕੂਲਾਂ ਦੇ ਵਿੱਚ ਵਰਗੇ ਬੱਚੇ ਨੇ, ਉਹਨਾਂ ਨੂੰ ਮੈਂ ਕਾਪੀਆਂ ਪੈਨਸਲਾਂ ਦਿੰਦਾ ਸੀ ਤਾਂ ਕਿ ਉਹ ਬੱਚਿਆਂ ਦੀ ਪੜ੍ਹਾਈ ਦਾ ਕਿਤੇ ਨੁਕਸਾਨ ਨਾ ਹੋਵੇ। ਕਿਤੇ ਕਿਤੇ ਬੈਠ ਕੇ ਉਹਨਾਂ ਨਾਲ ਮੈਂ ਡਿਸਕਸ ਵੀ ਕਰਦਾ ਰਿਹਾ, ਕੁਝ ਚੀਜ਼ਾਂ ਉਹਨਾਂ ਨੂੰ ਲਿਖ ਕੇ ਦੇਣੀਆਂ ਵੀ ਬੇਟੇ ਮੈਂ ਕੱਲ ਨੂੰ ਆਊਂਗਾ ਤਾਂ ਆਹ ਕੰਮ ਕਰਿਆ ਹੋਵੇ। ਕਰੋਨਾ ਦੇ ਵਿੱਚ ਸਰ ਛੋਟੇ ਛੋਟੇ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਆਪਣੇ ਕਰਦੇ ਰਹੇ ਹਾਂ। ਤੇ ਉਸ ਤੋਂ ਇਲਾਵਾ ਜੋ ਸਾਨੂੰ ਸਰ ਸਕੂਲੀ ਸਿੱਖਿਆ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਚਲਾਈ ਹੈ।
ਚਲੋ ਵਿਭਾਗ ਨੇ ਸਾਨੂੰ ਸਨਮਾਨਿਤ ਕੀਤਾ। ਮੈਨੂੰ ਮੇਰਾ ਅਸਲੀ ਸਨਮਾਨ ਆ ਮੇਰੇ ਬੱਚੇ। ਜਦੋਂ ਸਰ ਮੈਂ ਸਕੂਲ ਵਿੱਚ ਐਂਟਰ ਕਰਦਾ, ਮੈਨੂੰ 12 ਸਾਲ ਹੋ ਗਏ, ਗੇਟ ਐਂਟਰ ਕਰਦੇ ਆ ਤਾਂ ਬੱਚੇ ਇਸ ਤਰ੍ਹਾਂ ਭੱਜ ਕੇ ਤੁਹਾਨੂੰ ਗਲਵੱਕੜੀ ਪਾ ਕੇ ਮਿਲਦੇ ਨੇ ਨਾ, ਤਾਂ ਅੱਧੀ ਬੰਦੇ ਦੀ ਥਕਾਵਟ ਉੱਥੇ ਹੀ ਖਤਮ ਹੋ ਜਾਂਦੀ ਹੈ ਵੀ ਮੇਰੇ ਬੱਚੇ ਮੇਰੀ ਉਡੀਕ ਕਰਦੇ ਨੇ। ਤਾਂ ਮੈਨੂੰ ਲੱਗਦਾ ਵੀ ਮੇਰਾ ਅਧਿਆਪਕ ਬਣਨ ਦਾ ਸੁਪਨਾ ਉੱਥੇ ਪੂਰਾ ਹੋ ਗਿਆ ਜੀ, ਜਦੋਂ ਮੇਰੇ ਬੱਚੇ ਮੈਨੂੰ ਰੋਜ਼ ਆ ਕੇ ਵੈਲਕਮ ਕਰਦੇ ਨੇ। ਇਹੀ ਮੇਰੀ ਸਰ ਵੱਡੀ ਪ੍ਰਾਪਤੀ ਹੈ। ਸਟੇਟ ਅਵਾਰਡ ਤਾਂ ਚਲੋ ਸੈਕੰਡਰੀ ਨੇ, ਇਹ ਡਿਪਾਰਟਮੈਂਟ ਦਿੰਦਾ, ਪਰ ਜਿਹੜਾ ਅਵਾਰਡ ਸਾਨੂੰ ਸਾਡੇ ਬੱਚੇ ਦਿੰਦੇ ਨੇ ਸਕੂਲ ਦੇ ਵਿੱਚ, ਜਾਂ ਉਹਨਾਂ ਦੇ ਮਾਤਾ ਪਿਤਾ ਦਿੰਦੇ ਨੇ, ਜਾਂ ਸਾਡਾ ਕਮਿਊਨਿਟੀ ਜਾਂ ਸਾਡਾ ਪਿੰਡ ਸਾਨੂੰ ਦਿੰਦਾ, ਉਹ ਬਹੁਤ ਵੱਡੀ ਚੀਜ਼ ਹੈ। ਮੈਂ ਸਰ ਇਹ ਚੀਜ਼ ਨਾਲ, ਜਿਹੜਾ ਇਹ ਸਿਸਟਮ ਨਾਲ ਬਹੁਤ ਮਤਲਬ ਆਪਦੇ ਸਕੂਲ ਦੇ ਵਿੱਚ ਮੇਰੇ ਘਰ ਦੇ ਵੀ ਕਹਿੰਦੇ ਨੇ ਵੀ ਤੁਸੀਂ ਛੁੱਟੀ ਵਾਲੇ ਦਿਨ ਵੀ ਸਕੂਲ ਚਲੇ ਜਾਂਦੇ ਹੋ, ਤੁਸੀਂ ਸਾਡੇ ਨਾਲ ਟਾਈਮ ਨਹੀਂ ਸਪੈਂਡ ਕਰਦੇ। ਪਰ ਮੈਨੂੰ ਉਹਨਾਂ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਬਹੁਤ ਅੱਛਾ ਲੱਗਦਾ ਸਰ। ਉਹਨਾਂ ਨਾਲ ਖੇਡਾਂ ਵੀ ਕਰੀਦੀਆਂ ਨੇ, ਸੰਡੇ ਨੂੰ ਕਈ ਵਾਰੀ ਚੱਲੇ ਜੀਦਾ। ਉਹ ਬੱਚੇ ਵੇਟ ਕਰਦੇ ਹੁੰਦੇ ਨੇ ਵੀ ਚਲੋ ਸਾਡਾ ਅਧਿਆਪਕ ਆਏਗਾ ਤਾਂ ਸਾਡੇ ਲਈ ਉਹਨਾਂ ਦੀ ਕੋਈ ਅਸੀਂ ਰਿਫਰੈਸ਼ਮੈਂਟ ਲੈ ਜਾਂਦੇ ਆ, ਕੋਈ 2 ਘੰਟੇ ਉਹਨਾਂ ਨਾਲ ਗਰਾਊਂਡ 'ਚ ਕ੍ਰਿਕਟ ਖੇਡ ਲਈਦਾ ਹੈ, ਗੇਮਸ ਕਰ ਲਈਦੀਆਂ ਨੇ। ਮਤਲਬ ਐਜ਼ ਅ ਅਧਿਆਪਕ ਮੈਨੂੰ ਮਾਣ ਹੈ ਵੀ ਮੈਂ ETT ਅਧਿਆਪਕ ਹਾਂ, ਤੇ ਉਸ ਚੀਜ਼ ਦੀ ਮੈਨੂੰ ਬੜੀ ਦਿਲੋਂ ਖੁਸ਼ੀ ਵੀ ਹੈ ਵੀ ਮੈਨੂੰ ਪ੍ਰਮਾਤਮਾ ਨੇ ਪ੍ਰਾਇਮਰੀ ਟੀਚਰ ਬਣਾਇਆ। ਜੇ ਮੈਂ ਕਿਤੇ ਉੱਥੇ ਸੈਕੰਡਰੀ ਜਾਂ ਕਿਤੇ ਹੁੰਦਾ ਜਾਊ, ਮੈਂ ਛੋਟੇ ਬੱਚਿਆਂ ਲਈ ਕਰ ਸਕਦਾ ਸੀ, ਉੱਥੇ ਨਹੀਂ ਕਰ ਸਕਦਾ ਸੀ। ਹੁਣ ਮੈਂ ਕਰ ਰਿਹਾ ਤਾਂ ਮੈਨੂੰ ਘਰ ਆ ਕੇ ਬੜੀ ਤਸੱਲੀ ਮਿਲਦੀ ਹੈ। ਤੇ ਕੁਝ ਸਰ ਇਸ ਤੋਂ ਇਲਾਵਾ ਜਿਹੜੇ ਸਾਡੇ NGOs ਨਾਲ ਥੋੜਾ ਅਸੀਂ ਜੁੜੇ ਹੋਏ ਆ, ਉਹ ਪੰਜਾਬੀ ਵਿਰਸਾ ਸੁਸਾਇਟੀ ਹੈ ਸਾਡੀ ਸਰ। ਸਤਵੰਤ ਧਾਲੀਵਾਲ ਜੀ ਸਾਡੇ ਆਉਂਦੇ ਰਹਿੰਦੇ ਨੇ, 3-4 ਸਾਲ ਬਾਅਦ ਕੈਂਸਰ ਕੈਂਪ ਲਗਾਉਂਦੇ ਆ ਅਸੀਂ ਮੋਹਾਲੀ ਦੇ ਵਿੱਚ, ਜਾਂ ਬਲੱਡ ਡੋਨੇਸ਼ਨ ਕੈਂਪ ਨੇ, ਉਹ ਸਾਡੇ ਹਰ ਸਾਲ ਲੱਗਦੇ ਨੇ ਜੀ। ਇਸ ਤਰ੍ਹਾਂ ਦੇ ਛੋਟੇ ਛੋਟੇ ਉਪਰਾਲੇ ਨੇ ਸਰ। ਬਸ ਮੇਰਾ ਤਾਂ ਸੁਪਨਾ ਵੀ ਮੇਰੇ ਕੋਲੇ ਬੱਚੇ ਪੜ੍ਹ ਰਹੇ ਨੇ, ਉਹ ਆਪਦੀ ਲਾਈਫ ਦੇ ਵਿੱਚ ਕੁਝ ਅੱਗੇ ਵਧੀਆ ਕਰਨ, ਵਧੀਆ ਬਣੇ ਵੀ ਨੇ ਸਰ। ਮੇਰੇ ਪ੍ਰਾਈਵੇਟ ਸਕੂਲ ਦੇ ਬੱਚੇ ਹੁਣ ਜੱਜ ਵੀ ਨੇ, ਕੋਈ SDM ਵੀ ਨੇ। ਪਰ ਮੈਂ ਜੋ ਆਪਣੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਦੇਖਦਾ, ਜਦੋਂ ਕਿਤੇ 12ਵੀਂ 'ਚ ਪੜ੍ਹ ਕੇ ਉਹ ਕਾਲਜ ਜਾਂਦੇ ਨੇ ਤਾਂ ਸਾਨੂੰ ਰਸਤੇ 'ਚ ਆ ਕੇ ਉਹ ਮਿਲਦੇ ਨੇ, ਉਹ ਮਨ ਦੀ ਖੁਸ਼ੀ ਜਿਹੜੀ ਆ ਉਹ ਸਰ ਵੱਖਰੀ ਹੋਈ ਹੈ। ਤਾਂ ਮੈਂ ਆਪਣਾ ਅਵਾਰਡ ਜਿਹੜਾ ਸਰ ਆਪਣੇ ਬੱਚਿਆਂ ਨੂੰ ਹੀ ਸਮਰਪਿਤ ਕਰਦਾ ਜੀ, ਜਿਹੜੇ ਬੱਚਿਆਂ ਕਰਕੇ ਜਾਂ ਜਿਹੜੇ ਸਕੂਲ ਕਰਕੇ ਮੈਂ ਸਮਾਜ ਵਿੱਚ ਮੇਰੀ ਪਛਾਣ ਬਣੀ ਹੈ। ਬਹੁਤ ਅੱਛੀ, ਇੰਨੀਆਂ ਕੁ ਗੱਲਾਂ ਸਰ ਮੈਂ ਕਰਨਾ ਚਾਹਾਂਗਾ ਜੀ। ਧੰਨਵਾਦ ਜੀ। ਸ਼ੁਕਰੀਆ ਜਤਿੰਦਰ ਜੀ। ਸੱਚਮੁੱਚ ਅਧਿਆਪਕ ਬੱਚਿਆਂ ਦੇ ਸਾਹਾਂ 'ਚ ਸਾਹ ਲੈਂਦਾ ਹੁੰਦਾ ਹੈ। ਬੱਚਿਆਂ ਨੂੰ ਜਦੋਂ ਕੁਝ ਬਣਦੇ ਦੇਖਦਾ ਤਾਂ ਅਧਿਆਪਕ ਤੇ ਮਾਂ-ਬਾਪ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ, ਤੇ ਅਧਿਆਪਕ ਹਮੇਸ਼ਾ ਚਾਹੁੰਦਾ ਹੁੰਦਾ ਹੈ ਕਿ ਉਹਦੇ ਪੜ੍ਹਾਏ ਹੋਏ ਬੱਚੇ ਉਹਦੇ ਤੋਂ ਉੱਪਰ ਜਾਣ। ਉਹਨੂੰ, ਅਧਿਆਪਕ ਨੂੰ ਕਦੇ ਵੀ ਆਪਣੇ ਬੱਚਿਆਂ ਦੇ ਨਾਲ ਈਰਖਾ ਨਹੀਂ ਹੁੰਦੀ, ਸਗੋਂ ਉਹਦੇ ਮਾਣ 'ਚ ਵਾਧਾ ਹੁੰਦਾ ਹੈ। ਸੋ ਤੁਸੀਂ ਇਹਨਾਂ ਬੱਚਿਆਂ ਦੇ ਵਿੱਚ ਵਿਚਰਦੇ ਹੋ, ਇਹਨਾਂ ਬੱਚਿਆਂ ਨੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਦਿੰਦੇ ਹੋ, ਤੇ ਆਪਣਾ ਇਹ ਅਵਾਰਡ ਵੀ ਇਹਨਾਂ ਬੱਚਿਆਂ ਨੂੰ ਸਮਰਪਿਤ ਕਰਦੇ ਹੋ। ਤੁਹਾਡੇ ਵਰਗੇ ਅਧਿਆਪਕਾਂ ਦੀ ਇਸ ਸਮਾਜ ਨੂੰ ਬਹੁਤ ਜ਼ਰੂਰਤ ਹੈ, ਤੇ ਤੁਹਾਡੇ ਲਈ ਬਹੁਤ ਬਹੁਤ ਦੁਆਵਾਂ। ਇਸੇ ਤਰ੍ਹਾਂ ਆਪਣੀ ਜਿਹੜੀ ਲੀਹ ਹੈ ਉਸ ਤੇ ਤੁਰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਸਰ, ਧੰਨਵਾਦ। ਉਸ ਤੋਂ ਅੱਗੇ ਵਧਦੇ ਹਾਂ ਆਪਾਂ। ਸਾਡੇ ਨਾਲ ਨੇ ਵਿਕਾਸ ਕਪਿਲਾ ਜੀ। ਇਹਨਾਂ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਮੈਂ ਸਾਡੇ ਇਸ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਦੇ ਵਿੱਚ ਵੀ ਦੇਖਦਾ ਹੁੰਦਾ, ਤੇ ਬਹੁਤ ਮਨ ਖੁਸ਼ ਹੁੰਦਾ ਹੈ ਜਦੋਂ ਸਾਡੇ ਅਧਿਆਪਕ ਆਪਣੇ ਬੱਚਿਆਂ ਦੇ ਨਾਲ ਆਪਣੇ ਸਕੂਲਾਂ ਦੇ ਵਿੱਚ ਲਗਾਤਾਰ ਐਕਟੀਵਿਟੀ ਕਰਦੇ ਨੇ, ਉਹ ਖੁਸ਼ੀਆਂ ਮਾਣਦੇ ਨੇ ਤੇ ਆਪਣੇ ਬੱਚਿਆਂ ਨੂੰ ਖੁਸ਼ੀਆਂ ਦਿੰਦੇ ਨੇ। ਆਓ ਸੁਣਦੇ ਹਾਂ ਮੈਡਮ ਮਨਦੀਪ ਰਿੰਪੀ ਤੋਂ ਵਿਕਾਸ ਕਪਿਲਾ ਹੋਰਾਂ ਬਾਰੇ। ਹਾਂਜੀ, ਰੂਹਾਂ ਦੇ ਰਿਸ਼ਤਿਆਂ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ ਪਰਿਵਾਰ ਵਿੱਚ ਪਹੁੰਚੇ ਹੋਏ ਸਾਰੇ ਸਟੇਟ ਅਵਾਰਡੀ ਮਹਿਮਾਨ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹੋਈ। ਇੱਕ ਅਧਿਆਪਕ ਦੇ ਹਿੱਸੇ ਆਉਂਦਾ ਹੈ ਬਹੁਤ ਸਾਰੇ ਭਵਿੱਖਾਂ ਨੂੰ ਸਵਾਰਨ ਦਾ, ਬਣਾਉਣ ਦਾ ਕਾਰਜ। ਵਿਦਿਆਰਥੀ ਦੇ ਮਨ ਅੰਦਰ ਇੱਕ ਅਧਿਆਪਕ ਲਈ ਜੋ ਥਾਂ ਇੱਕ ਵਾਰ ਬਣ ਜਾਂਦੀ ਹੈ, ਉਹ ਸਦੀਵੀ ਹੁੰਦੀ ਹੈ। ਨਿਰਭਰ ਕਰਦਾ ਹੈ ਅਧਿਆਪਕ ਤੇ ਕਿ ਉਹਨੇ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ ਕਿਸ ਤਰ੍ਹਾਂ ਦੀ ਥਾਂ ਪਾਉਣੀ ਹੈ। ਇੱਕ ਅਧਿਆਪਕ ਉਹਨੂੰ ਯਾਦ ਕਰਦਾ ਹੋਇਆ ਸਤਿਕਾਰ ਬਖਸ਼ੇ, ਸਤਿਕਾਰ ਦੇ ਨਾਲ ਯਾਦ ਕਰੇ, ਪਿਆਰ ਦੇ ਨਾਲ ਯਾਦ ਕਰੇ, ਜਾਂ ਕਿਸ ਤਰ੍ਹਾਂ। ਇੱਕ ਚੰਗਾ ਅਧਿਆਪਕ ਬਹੁਤ ਇਮਾਨਦਾਰੀ ਨਾਲ ਨਿਭਦਾ ਹੈ। ਸੋ ਅੱਜ ਆਪਾਂ ਇਸ ਲੜੀ ਦੇ ਤਹਿਤ ਜਿਹੜੇ ਆਪਣੇ ਅਧਿਆਪਕ ਨੇ ਉਹਨਾਂ ਨਾਲ ਚਰਚਾ ਕਰ ਰਹੇ ਹਾਂ, ਤੇ ਇਹਨਾਂ ਦੇ ਵਿੱਚੋਂ ਸ਼੍ਰੀ ਵਿਕਾਸ ਕਪਿਲਾ ਜੀ ਵੀ ਇੱਕ ਅਜਿਹੇ ਅਧਿਆਪਕ ਨੇ ਜਿਨ੍ਹਾਂ 2006 ਤੋਂ ਲੈ ਕੇ ਹੁਣ ਤੱਕ ਪੂਰੀ ਇਮਾਨਦਾਰੀ ਨਾਲ ਆਪਣੇ ਇਸ ਅਧਿਆਪਕ ਕਾਰਜ ਦੇ ਨਾਲ ਨਿਭੇ ਨੇ।
ਅਸੀਂ ਅਕਸਰ ਆਪਣੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਵਿੱਚ ਉਹਨਾਂ ਨੂੰ ਵੱਖੋ ਵੱਖਰੀਆਂ ਗਤੀਵਿਧੀਆਂ ਤਹਿਤ ਬੱਚਿਆਂ ਦੇ ਨਾਲ ਸਾਂਝ ਪਾਉਂਦੇ ਹੋਏ ਵੇਖਦੇ ਹਾਂ। ਕਦੇ ਉਹ ਮਾਰਨਿੰਗ ਸਲਾਈਡ ਸ਼ੇਅਰ ਕਰ ਰਹੇ ਹੁੰਦੇ ਨੇ, ਕਦੇ ਮਾਰਨਿੰਗ ਅਸੈਂਬਲੀ ਦੀਆਂ ਵੀਡੀਓਜ਼ ਆਉਂਦੀਆਂ ਨੇ ਉਹਨਾਂ ਦੀਆਂ, ਤੇ ਕਦੇ ਸੁੰਦਰ ਲਿਖਾਈ ਦੀਆਂ, ਜਿਨ੍ਹਾਂ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਤੇ ਬਹੁਤ ਸਾਰੇ ਅਧਿਆਪਕਾਂ ਦੇ ਲਈ ਇਹ ਪ੍ਰੇਰਨਾ ਸਰੋਤ ਵੀ ਨੇ। ਤੇ ਆਓ ਇਹਨਾਂ ਦੀਆਂ ਗਤੀਵਿਧੀਆਂ ਬਾਰੇ ਜਾਣੀਏ। 2006 ਬਤੌਰ ETT ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ, ਬਲਾਕ ਖੰਨਾ, ਜ਼ਿਲ੍ਹਾ ਲੁਧਿਆਣੇ ਦੇ ਨਾਲ ਜੁੜੇ। ਆਪਣੇ ਪੱਧਰ ਤੇ ਇਹਨਾਂ ਨੇ ਇਸ ਸਕੂਲ ਨੂੰ ਇਸ ਪਾਇਆ ਕਿ ਪੂਰੇ ਇਲਾਕੇ ਦੇ ਵਿੱਚ ਇਹਨਾਂ ਦਾ ਸਕੂਲ ਚਰਚਾ ਦੇ ਵਿੱਚ ਆ ਗਿਆ। ਇਹਨਾਂ ਦੇ ਸਕੂਲ ਦੀ ਦਿੱਖ ਨੂੰ ਇਸ ਤਰ੍ਹਾਂ ਸੰਵਾਰਿਆ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਇਹਨਾਂ ਦੇ ਸਕੂਲ ਵਿੱਚ ਦਾਖਲ ਹੋਏ। ਇਹ ਇੱਕ ਇਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਤੇ ਇਹਨਾਂ ਨੇ 14 ਸਾਲ ਇਸ ਸਕੂਲ ਦੇ ਵਿੱਚ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਮਾਂ ਦਿੱਤਾ। ਇਸ ਸਕੂਲ ਨੂੰ ਸਵਾਰਨ ਦੇ ਲਈ ਇਲਾਕੇ ਦੀਆਂ ਵੱਖੋ ਵੱਖਰੀਆਂ ਸੰਸਥਾਵਾਂ ਦੇ ਨਾਲ ਰਾਬਤਾ ਕਾਇਮ ਕੀਤਾ, ਪਿੰਡ ਦੀ ਪੰਚਾਇਤ ਦੇ ਨਾਲ ਰਾਬਤਾ ਕਾਇਮ ਕੀਤਾ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਮਿੱਤਰਾਂ ਦੇ ਨਾਲ, ਸਹਿਯੋਗ ਦੇ ਨਾਲ, ਆਪਣੇ ਸਹਿਯੋਗ ਦੇ ਨਾਲ ਇਸ ਸਕੂਲ ਨੂੰ ਸਮਾਰਟ ਸਕੂਲ ਦੇ ਵਿੱਚ ਬਦਲਿਆ। ਉਸ ਤੋਂ ਬਾਅਦ ਇਹ ਸਰਕਾਰੀ ਪ੍ਰਾਇਮਰੀ ਸਕੂਲ ਢੰਗਰਾਲੀ ਰਾਜਪੂਤਾਂ ਵਿੱਚ ਇਹਨਾਂ ਦੀ ਬਦਲੀ ਹੋਈ। ਇਸ ਸਕੂਲ ਦੀ ਦਿੱਖ ਨੂੰ ਵੀ ਇਹਨਾਂ ਨੇ ਦਿਨ ਰਾਤ ਦੀ ਮਿਹਨਤ ਦੇ ਨਾਲ ਇੱਕ ਨਵਾਂ ਰੂਪ ਦਿੱਤਾ। ਇੱਥੇ ਵੀ ਇਹਨਾਂ ਨੇ ਪਿੰਡ ਦੇ ਲੋਕਲ NRIs, ਪੰਚਾਇਤ ਮੈਂਬਰਾਂ, ਅਧਿਆਪਕਾਂ ਦੇ ਨਾਲ ਇਸ ਸਕੂਲ ਨੂੰ ਵੀ ਸਮਾਰਟ ਸਕੂਲ ਬਣਾਇਆ। 2 ਸਕੂਲ ਜਿੱਥੇ ਜਿੱਥੇ ਇਹਨਾਂ ਨੇ ਕੰਮ ਕੀਤਾ, ਇਹ ਦੋਵੇਂ ਸਕੂਲ ਅੱਜ ਵਧੀਆ ਸਮਾਰਟ ਸਕੂਲ ਨੇ ਜ਼ਿਲ੍ਹੇ ਦੇ। ਸਕੂਲ ਵਿੱਚ ਵਿਦਿਆਰਥੀਆਂ ਲਈ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਫ੍ਰੀ ਆਟੋ ਸਰਵਿਸ, ਸਮਾਰਟ ਲਾਇਬ੍ਰੇਰੀ, ਸਮਾਰਟ ਕੰਪਿਊਟਰ ਲੈਬ, ਸਮਾਰਟ ਇੰਗਲਿਸ਼ ਲੈਬ ਤਿਆਰ ਕੀਤੀ। ਬੱਚਿਆਂ ਦੇ ਮਨਾਂ ਦੇ ਵਲਵਲਿਆਂ ਨੂੰ ਨਿਖਾਰਨ ਦੇ ਲਈ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ, ਉਹਨਾਂ ਨੂੰ ਪ੍ਰੇਰਿਤ ਕੀਤਾ ਅੱਗੇ ਵਧਣ ਲਈ। ਤੇ ਉਹ ਅੱਜ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਮੁਕਾਬਲਿਆਂ ਦੇ ਵਿੱਚ ਜੇਤੂ ਨੇ। ਸੁੰਦਰ ਲਿਖਾਈ ਵਿੱਚ ਮੁਹਾਰਤ ਰੱਖਣ ਵਾਲੇ ਸ਼੍ਰੀ ਵਿਕਾਸ ਕਪਿਲਾ ਜੀ ਨੇ ਆਪਣੇ ਵਿਦਿਆਰਥੀਆਂ ਵਿੱਚ ਵੀ ਸੁੰਦਰ ਲਿਖਾਈ ਦੇ ਇਸ ਗੁਣ ਨੂੰ ਬਹੁਤ ਵਧੀਆ ਢੰਗ ਨਾਲ ਭਰਿਆ। ਇੱਕ ਅਧਿਆਪਕ ਜਦੋਂ ਆਪਣੇ ਗੁਣ ਨੂੰ ਆਪਣੇ ਬੱਚਿਆਂ ਦੇ ਵਿੱਚ ਭਰਦਾ ਹੈ, ਵੇਖਦਾ ਹੈ, ਤਾਂ ਇਹ ਉਸ ਅਧਿਆਪਕ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ। ਤੇ ਸਾਡੇ ਲਈ ਵੀ ਬਹੁਤ ਮਾਣ, ਫਕਰ ਮਹਿਸੂਸ ਹੁੰਦਾ ਹੈ ਅਜਿਹਾ ਵੇਖ ਕੇ। ਸਕੂਲ ਵਿੱਚ ਆਧੁਨਿਕ ਸਿੱਖਿਆ ਦੇਣ ਦੇ ਨਾਲ ਬੱਚਿਆਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਹਨਾਂ ਵੱਲੋਂ ਖਾਸ ਦਿਨ, ਤਿਉਹਾਰ, ਬੱਚਿਆਂ ਦਾ ਜਨਮ ਦਿਨ ਬੱਚਿਆਂ ਵਿੱਚ ਸਕੂਲ ਵਿੱਚ ਕੇਕ ਕੱਟ ਕੇ ਮਨਾਇਆ ਜਾਂਦਾ ਹੈ। ਸਕੂਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਇਲਾਵਾ ਪਿੰਡ ਵਾਸੀਆਂ ਨਾਲ ਵੱਖ-ਵੱਖ ਮੁਹਿੰਮਾਂ ਵਿੱਚ, ਜਿਵੇਂ ਰੁੱਖ ਲਗਾਉਣਾ, ਵਾਤਾਵਰਣ ਬਚਾਓ ਮੁਹਿੰਮ ਹੋ ਗਈ, ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਹੋ ਗਈ, ਸਵੱਛ ਭਾਰਤ, ਇਹਨਾਂ ਸਾਰੀਆਂ ਮੁਹਿੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ। ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਖ-ਵੱਖ ਤਰ੍ਹਾਂ ਦੇ ਸਿਹਤ ਸੰਬੰਧੀ ਕੈਂਪ ਵੀ ਸਕੂਲ ਵੱਲੋਂ ਲਗਾਏ ਜਾਂਦੇ ਨੇ। ਕੰਮ ਤਾਂ ਬਹੁਤ ਨੇ, ਗੱਲਾਂ ਬਹੁਤ ਨੇ ਕਰਨ ਲਈ, ਪਰ ਸਮੇਂ ਨੂੰ ਵੇਖਦੇ ਹੋਏ ਹੁਣ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਵਿਕਾਸ ਕਪਿਲਾ ਜੀ ਨੂੰ ਕਿ ਉਹ ਆਪਣੇ ਮੂੰਹੋਂ ਜੋ ਉਹਨਾਂ ਨੇ ਆਪਣੇ ਸਕੂਲ ਦੇ ਲਈ, ਆਪਣੇ ਇਲਾਕੇ ਦੇ ਲਈ ਕਾਰਜ ਕੀਤੇ ਨੇ, ਜਿਨ੍ਹਾਂ ਦੇ ਲਈ ਇਹਨਾਂ ਨੂੰ ਸਟੇਟ ਅਵਾਰਡ ਮਿਲਿਆ ਹੈ, ਉਹਨਾਂ ਗੱਲਾਂ ਦਾ ਸਾਡੇ ਨਾਲ ਸਾਂਝ ਪਾਣ। ਵਿਕਾਸ ਕਪਿਲਾ ਜੀ। ਜੀ ਵਿਕਾਸ ਜੀ। ਭਾਵੇਂ ਰਸਤੇ ਨੇ ਮੁਸ਼ਕਿਲ ਤੇ ਮੰਜ਼ਿਲ ਵੀ ਦੂਰ ਹੈ, ਭਾਵੇਂ ਰਸਤੇ ਨੇ ਮੁਸ਼ਕਿਲ ਤੇ ਮੰਜ਼ਿਲ ਵੀ ਦੂਰ ਹੈ, ਜਿੱਦ ਮੇਰੀ ਵੀ ਹੈ ਦੋਸਤੋ, ਫਤਿਹ ਕਰਨੀ ਜ਼ਰੂਰ ਹੈ। ਇਸ ਗੱਲਾਂ ਨਾਲ ਮੈਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ। ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵੈਸੇ ਜਿੰਨੇ ਵੀ ਸਾਥੀ ਬੋਲ ਕੇ ਗਏ ਨੇ, ਤਕਰੀਬਨ ਉਹ ਕਹਿੰਦੇ ਹੁੰਦੇ ਨੇ ਇਹੀ ਗੱਲਾਂ ਹੁੰਦੀਆਂ ਨੇ ਵੀ ਜਦੋਂ 2006 ਦੇ ਵਿੱਚ ਮੈਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਕੂਲਾਂ ਦੇ ਵਿੱਚ ਭਰਤੀ ਹੋਇਆ ਜੀ, ਉਸ ਸਮੇਂ ਸਕੂਲ ਦੇ ਹਾਲਾਤ ਤਕਰੀਬਨ ਜ਼ਿਲ੍ਹਾ ਪ੍ਰੀਸ਼ਦ ਵਾਲੇ ਟੀਚਰਾਂ ਨੂੰ ਤਕਰੀਬਨ ਉਹੀ ਸਕੂਲ ਮਿਲੇ ਸੀਗੇ ਜਿਨ੍ਹਾਂ ਦਾ ਕੁਝ ਡਾਊਨਫਾਲ ਆ ਚੁੱਕਿਆ ਸੀ ਜੀ, ਕਿਉਂਕਿ ਇੱਕ ਅਧਿਆਪਕ ਸੀ ਉੱਥੇ, ਤਕਰੀਬਨ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਸੀ। ਉੱਥੇ
ਆਪਣੀ ਜੋ ਮਾਪਿਆਂ ਤੋਂ ਜੋ ਕੁਝ ਸਿੱਖਿਆ ਜੀ, ਉਹ ਉੱਥੇ ਜਾ ਕੇ ਜਦੋਂ ਸ਼ੁਰੂ ਕੀਤਾ ਕੰਮ ਤਾਂ ਚੁਣੌਤੀਆਂ ਬਹੁਤ ਜ਼ਿਆਦਾ ਸੀ, ਕਿਉਂਕਿ ਸਕੂਲ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਚੁੱਕੇ ਸੀ ਕਿ ਸਮਝ ਨਹੀਂ ਸੀ ਆ ਰਹੀ ਵੀ ਕਿੱਥੋਂ ਕਿਹੜੀ ਚੀਜ਼ ਨੂੰ ਹੱਥ ਪਾਇਆ ਜਾਵੇ ਜੀ। ਕਿਉਂਕਿ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਅਸੀਂ ਵੀ ਦੇਖੇ ਹੋਏ ਸੀ ਵੀ, ਕਿਉਂਕਿ ਮੈਂ ਆਪਣੀ ਸਾਰੀ ਸਿੱਖਿਆ ਸਰਕਾਰੀ ਸਕੂਲ ਦੇ ਵਿੱਚ ਹੀ ਪ੍ਰਾਪਤ ਕੀਤੀ ਹੈ ਜੀ। ਪਰ ਮਾਡਲ ਸਕੂਲਾਂ ਨੂੰ ਦੇਖ ਕੇ ਬੜਾ ਅਜੀਬ ਲੱਗਦਾ ਸੀ ਵੀ ਹੁਣ ਕਿਵੇਂ ਸਟਾਰਟ ਕੀਤਾ ਜਾਵੇ। ਚਲੋ ਪ੍ਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੋਈ, ਸਭ ਤੋਂ ਪਹਿਲਾਂ ਅਸੀਂ ਸਕੂਲ ਦਾ ਇਨਫਰਾਸਟ੍ਰਕਚਰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜੀ। ਉਹਦੇ ਲਈ ਤੁਹਾਨੂੰ ਪਤਾ ਹੈ ਵੀ ਇਕੱਲਾ ਇੱਕ ਬੰਦਾ ਕੁਝ ਨਹੀਂ ਕਰ ਸਕਦਾ। ਇਹਦੇ ਲਈ ਫਿਰ ਅਸੀਂ ਆਪਣੇ ਪਿੰਡ ਵਾਸੀਆਂ ਦਾ ਸਹਿਯੋਗ ਲੈਣਾ ਸ਼ੁਰੂ ਕੀਤਾ। ਉਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ, ਚਾਹੇ ਸਾਨੂੰ ਦਿਨ ਰਾਤ ਇੱਥੇ ਰਹਿਣਾ ਪਵੇ, ਅਸੀਂ ਉਹ ਕਰਕੇ ਦਿਖਾਵਾਂਗੇ ਤੁਹਾਨੂੰ। ਫਿਰ ਮੈਂ ਸ਼ੁਕਰਗੁਜ਼ਾਰ ਕਰਦਾ ਉਸ ਪ੍ਰਮਾਤਮਾ ਦਾ ਤੇ ਉਹਨਾਂ ਦਾਨੀਆਂ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਲਗਾਤਾਰ ਸਾਡੀ ਇਸ ਮਿਹਨਤ ਨੂੰ ਸਰਾਹਿਆ ਵੀ, ਹੱਲਾਸ਼ੇਰੀ ਵੀ ਦਿੱਤੀ ਤੇ ਸਾਡਾ ਹਰ ਕਦਮ ਤੇ ਸਾਥ ਦਿੱਤਾ। ਬਹੁਤ ਅੱਛੀ। ਸਕੂਲ ਦੇ ਵਿੱਚ ਜਿਵੇਂ ਮੇਰੇ ਸਾਥੀ ਜਿੰਨੇ ਵੀ ਨੇ ਗੱਲ ਕਰਕੇ ਗਏ ਨੇ, ਕਿਉਂਕਿ ਸਾਡਾ ਪ੍ਰਾਇਮਰੀ ਸਕੂਲ ਛੋਟੇ ਬੱਚਿਆਂ ਨਾਲ ਵਾਹ ਪੈਂਦਾ ਜੀ। ਕਿਉਂਕਿ ਕਹਿੰਦੇ ਹੁੰਦੇ ਨੇ ਵੀ ਜਿਹੜੇ ਛੋਟੇ ਬੱਚੇ ਨੇ ਜੀ, ਜ਼ਿਆਦਾ ਲੇਡੀਜ਼ ਟੀਚਰ ਕੋਲ ਜ਼ਿਆਦਾ ਪਸੰਦ ਕਰਦੇ ਨੇ ਪੜ੍ਹਨਾ, ਕਿਉਂਕਿ ਉਹ ਮਾਵਾਂ ਵਾਲੀ ਫੀਲਿੰਗ ਉਹਨਾਂ ਨੂੰ ਦਿਵਾਉਂਦੇ ਨੇ ਜ਼ਰੂਰ। ਪਰ ਮੈਨੂੰ ਕਦੇ ਕਦੇ ਇੰਨੀ ਆਪਣੇ ਆਪ ਤੇ ਖੁਸ਼ੀ ਮਹਿਸੂਸ ਹੁੰਦੀ ਹੈ, ਵਾਹਿਗੁਰੂ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਵੀ ਜਿਹੜੇ ਬੱਚੇ ਨੇ ਉਹ ਮੈਡਮਾਂ ਨਾਲੋਂ ਮੇਰੇ ਕੋਲ ਆ ਕੇ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਨੇ ਜੀ। ਕਿਉਂਕਿ ਮੇਰਾ ਸ਼ੁਰੂ ਤੋਂ ਬੱਚਿਆਂ ਨਾਲ ਜਿਹੜਾ ਪਿਆਰ ਰਿਹਾ ਜੀ, ਉਹਦਾ ਹੀ ਅਵਾਰਡ ਮੈਨੂੰ ਅੱਜ ਮਿਲਿਆ। ਕਹਿੰਦੇ ਨੇ ਬੱਚਿਆਂ ਦੇ ਵਿੱਚ ਹੀ ਰੱਬ ਵਸਦਾ ਹੈ, ਤੇ ਉਹਨਾਂ ਦੇ ਸਦਕਾ ਹੀ, ਕਿਉਂਕਿ ਮੈਂ ਹਮੇਸ਼ਾ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਵੀ ਬੱਚੇ ਨੂੰ ਕਦੇ ਵੀ ਕਿਸੇ ਚੀਜ਼ ਦੀ ਤਕਲੀਫ ਆਵੇ ਜੀ। ਚਾਹੇ ਮੈਂ 2 ਸਕੂਲਾਂ ਦੇ ਵਿੱਚ, ਚਲੋ ਇੱਥੇ 1.5 ਸਾਲ ਹੋਇਆ ਜੀ ਮੈਨੂੰ, 16 ਸਾਲ ਮੈਂ 16 ਸਾਲ ਮੇਰੀ ਸਰਵਿਸ ਹੋ ਗਈ। 14 ਸਾਲ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਦੇ ਵਿੱਚ ਲਗਾਏ। ਉੱਥੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਔਰ ਬੱਚਿਆਂ ਦੀ ਪੜ੍ਹਾਈ ਨੂੰ, ਕਿਉਂਕਿ ਉੱਥੇ ਵੱਡਾ ਚੈਲੰਜ ਇਹ ਸੀਗਾ ਜੀ ਵੀ ਕਿਤੇ ਆਪਾਂ ਸਕੂਲ ਹੀ ਬਣਾਉਂਦੇ ਨਾ ਰਹਿ ਜਾਈਏ, ਕਿਉਂਕਿ ਇਹ ਤਾਂ ਹੁਣ ਗੱਲਾਂ ਵਿੱਚ ਆਉਣ ਲੱਗੀਆਂ ਨੇ। ਅਸੀਂ ਜਦੋਂ ਵੀ ਇਹ ਗੱਲ ਸੋਚਦੇ ਹੁੰਦੇ ਸੀ ਵੀ ਜੇ ਬੱਚਿਆਂ ਨੂੰ ਕੁਝ ਨਾ ਆਇਆ ਤੇ ਅਸੀਂ ਸਕੂਲ ਨੂੰ ਹੀ ਸੁੰਦਰ ਬਣਾਉਂਦੇ ਰਹਿ ਗਏ ਤਾਂ ਕੋਈ ਫਾਇਦਾ ਨਹੀਂ ਹੋਊਗਾ। ਪਰ ਪ੍ਰਮਾਤਮਾ ਦੀ ਕਿਰਪਾ ਰਹੀ, ਸਾਥੀ ਅਧਿਆਪਕਾਂ ਦਾ ਸਹਿਯੋਗ ਰਿਹਾ, ਪਿੰਡ ਵਾਸੀਆਂ ਦਾ ਸਹਿਯੋਗ ਰਿਹਾ। ਸਕੂਲ ਤਾਂ ਸਾਡਾ ਮਤਲਬ ਮੰਨੇ ਹੋਏ ਆਪਣੇ ਸਕੂਲਾਂ ਦੇ ਵਿੱਚੋਂ ਇੱਕ ਸੀਗਾ। ਬਾਲਾ ਵਰਕ ਦੀ ਜਿਹੜੀ ਗੱਲ ਕਰੀਏ, ਮੁਹਿੰਮਾਂ ਚੱਲੀਆਂ 2000 ਮੈਨੂੰ ਯਾਦ ਆ ਵੀ 15 ਦੇ ਵਿੱਚ ਪ੍ਰਾਈਵੇਟ ਸਕੂਲ ਵਾਲੇ ਜਦੋਂ ਸਾਡੇ ਸਕੂਲ ਦੇ ਵਿੱਚ ਫੋਟੋਆਂ ਖਿੱਚਣ ਆਉਂਦੇ ਹੁੰਦੇ ਸੀ, ਸਰ ਅਸੀਂ ਆਹ ਫੋਟੋ ਕਲਿੱਕ ਕਰਕੇ ਅਸੀਂ ਕੰਮ ਆਪਣੇ ਸਕੂਲ ਦੇ ਵਿੱਚ ਕਰਵਾਉਣਾ ਹੈ, ਤਾਂ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ। ਸਾਡੇ ਬੱਚੇ ਜਦੋਂ 6th ਦੇ ਵਿੱਚ ਐਲੀਮੈਂਟਰੀ ਸਕੂਲ ਦੇ ਵਿੱਚ ਨਾਲ ਦੇ ਪਿੰਡ ਜਾਂਦੇ ਹੁੰਦੇ ਸੀ, ਉੱਥੇ ਜਦੋਂ ਉਹਨਾਂ ਟੀਚਰਾਂ ਨੇ ਸਾਨੂੰ ਫੋਨ ਕਰਕੇ ਕਹਿਣਾ ਵੀ ਵਿਕਾਸ ਜੀ ਵੀ ਬਾਕੀ ਸਲਾਮ ਆ ਤੁਹਾਨੂੰ, ਵੀ ਤੁਹਾਡੇ ਬੱਚੇ ਵੀ ਸਾਨੂੰ ਬਿਲਕੁਲ ਐਨ ਰੈਡੀ ਅਪਡੇਟ ਮਿਲੇ ਨੇ ਜੀ, ਵੀ ਤੁਹਾਡਾ ਬਹੁਤ ਧੰਨਵਾਦ। ਫਿਰ ਮੈਂ ਉਹਨਾਂ ਨੂੰ ਦੱਸਣਾ ਜੀ ਵੀ ਇਹ ਮੇਰੀ ਇਕੱਲੇ ਦਾ ਯੋਗਦਾਨ ਨਹੀਂ ਹੈ, ਇਹ ਬੱਚਿਆਂ ਦੀ ਮਿਹਨਤ ਅਤੇ ਪਿੰਡ ਵਾਸੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਸਹਿਯੋਗ ਹੈ ਜੀ। ਕਿਉਂਕਿ ਇਕੱਲਾ ਅਧਿਆਪਕ ਮੈਨੂੰ ਨਹੀਂ ਲੱਗਦਾ ਜੀ ਅਸੀਂ ਕੋਈ ਬੱਚਾ ਜ਼ਿਆਦਾ ਡਾਊਨ ਹੋਵੇ ਉਹਨੂੰ ਅਸੀਂ ਇਕੱਲੇ ਸੁਧਾਰ ਸਕੀਏ ਜਦੋਂ ਤੱਕ ਪੇਰੈਂਟਸ ਦਾ ਵਿੱਚ ਰੋਲ ਨਾ ਹੋਵੇ, ਉਹਨਾਂ ਦੇ ਵੱਡੇ ਭੈਣ ਭਾਈ। ਮਤਲਬ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਗਈ, ਹੱਲਾਸ਼ੇਰੀ ਮਿਲਦੀ ਗਈ ਜੀ। ਸਕੂਲ ਮਾਜਰੀ ਸਕੂਲ ਸਾਡਾ ਇਲਾਕੇ ਦੇ ਵਿੱਚ ਮੰਨਿਆ ਹੋਇਆ ਸਕੂਲ ਮੰਨਿਆ ਗਿਆ, ਤੇ ਫਿਰ ਉਸ ਦੇ ਵਿੱਚ ਆਲੇ ਦੁਆਲੇ ਜਿਹੜੇ ਸਕੂਲ ਸੀਗੇ ਕੁਛ ਕੁ ਉੱਥੇ ਪ੍ਰਾਈਵੇਟ ਸਕੂਲਾਂ ਵਾਲੇ ਅਧਿਆਪਕ ਸਾਡੇ ਤੋਂ ਨਾਰਾਜ਼ ਵੀ ਪਤਾ ਨਹੀਂ ਕਿਹੜੀ ਗੱਲੋਂ ਹੋ ਗਏ ਵੀ ਬੱਚੇ ਸਾਡਾ ਟਕੇ ਤੁਹਾਡੇ ਕੋਲ ਕਿਉਂ ਜਾਈ ਜਾਂਦੇ ਨੇ। ਵੀ ਸਾਡਾ ਸਕੂਲ 1-2 ਸਕੂਲ ਤਾਂ ਫਿਰ ਜਿਹੜੇ ਚਲੋ ਛੋਟੇ ਲੈਵਲ ਦੇ ਸੀ ਉਹ ਤਾਂ ਉੱਥੇ ਬੰਦ ਹੀ ਹੋ ਗਏ ਜੀ। ਫਿਰ 1-2 ਸਕੂਲ ਸੀਗੇ ਉਹਨਾਂ ਦੇ ਬੱਚੇ ਵੀ ਸਾਡੇ ਕੋਲ ਬਹੁਤ ਹਟ ਕੇ ਆਏ ਜੀ। ਤੇ ਉੱਥੇ ਮਤਲਬ ਕੁਛ, ਕਿਉਂਕਿ ਜਿਵੇਂ ਕੋਈ ਐਕਟੀਵਿਟੀਜ਼ ਤੁਸੀਂ ਮੈਂ ਸ਼ੇਅਰ ਕਰਦਾ ਰਹਿਣਾ, ਬੱਚਿਆਂ ਦੀ ਪਾਰਟਿਸਿਪੇਸ਼ਨ ਅਸੀਂ ਹਰੇਕ ਦਿਨ ਤਿਉਹਾਰ ਤੇ ਮਤਲਬ ਤਹਿਸੀਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਬੱਚਿਆਂ ਦੀ ਤਿਆਰੀ ਕਰਕੇ ਲੈ ਕੇ ਜਾਂਦੇ ਆ, ਕਿਉਂਕਿ ਉਹ ਬੱਚਿਆਂ ਦੀ ਮਿਹਨਤ ਹੈ ਜੀ। ਜੇ ਬੱਚੇ ਕੁਝ ਨਹੀਂ ਕਰਨਗੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਮੈਂ ਕਹਿੰਦੇ ਨੇ ਵੀ ਛੋਟੇ ਬੱਚਿਆਂ ਨਾਲ ਸਾਨੂੰ ਨੱਚਣਾ ਵੀ ਪੈਂਦਾ ਤੇ ਨਾਲ ਉਹਨਾਂ ਨੂੰ ਟੱਪਣਾ ਵੀ ਪੈਂਦਾ। ਉਹਨਾਂ ਨੂੰ ਕੱਲੀ ਮੈਂ ਸ਼ੁਰੂਆਤ ਕੀਤੀ ਸੀਗੀ ਕੋਰੀਓਗ੍ਰਾਫਰ ਰੱਖਿਆ ਸੀਗਾ ਜੀ। ਜਦੋਂ ਬੱਚਿਆਂ ਦੀ ਕੋਰੀਓਗ੍ਰਾਫੀ ਤਿਆਰ ਕਰਨੀ ਸੀ, ਪਹਿਲਾਂ ਮੈਂ ਕੋਰੀਓਗ੍ਰਾਫਰ ਰਾਹੀਂ ਤਿਆਰ ਕਰਵਾਉਂਦਾ ਰਿਹਾ। ਫਿਰ ਉਹ ਕਹਿੰਦੇ ਨੇ ਬੱਚੇ ਤਾਂ ਸਿੱਖ ਗਏ, ਮੈਂ ਵੀ ਨਾਲ ਸਿੱਖ ਗਿਆ ਵੀ ਐ ਨਾਲ ਨੱਚ ਕੇ ਹੀ ਕੰਮ ਚੱਲਣਾ ਇਹਨਾਂ ਦੇ। ਵੀ ਬੱਚਿਆਂ ਨੂੰ ਮੋਟੀਵੇਟ ਕੀਤਾ
ਤੇ ਮੈਨੂੰ ਯਾਦ ਹੈ ਵੀ ਲੋਕਡਾਊਨ ਦੇ ਵਿੱਚ ਜੀ ਬੱਚੇ, ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀਗੀ, ਤੇ ਸਾਡੀ ਇੱਕ ਫਰੈਂਡਸ ਦੀ ਇੱਕ 20 ਕੁ ਅਸੀਂ ਦੋਸਤ ਸੀਗੇ, ਇੱਕ ਮਤਲਬ ਗਰੁੱਪ ਅਸੀਂ ਬਣਾਇਆ ਹੋਇਆ ਸੀ ਵੀ ਜੇ ਕਦੇ ਵੀ ਕੋਈ ਪ੍ਰਮਾਤਮਾ ਨੇ ਇੰਨਾ ਸਭ ਕੁਝ ਦਿੱਤਾ ਵੀ ਆਪਾਂ ਗਰੀਬ ਬੰਦਿਆਂ ਦੀ ਸਹਾਇਤਾ ਕਰਨੀ ਹੈ, ਵੀ ਕਰੋਨਾ ਦੇ ਵਿੱਚ ਜਿਹੜੇ ਬੱਚਿਆਂ ਨੂੰ ਖਾਣਾ ਨਹੀਂ ਪਹੁੰਚਦਾ ਜਾਂ ਕੁਝ। ਫਿਰ ਮੈਂ ਆਪਣੇ ਦੋਸਤਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਸਾਡੇ ਸਕੂਲ ਦੇ ਬੱਚਿਆਂ ਨੂੰ ਵੀ ਸਟੇਸ਼ਨਰੀ ਦਾ ਪ੍ਰਬੰਧ ਤੁਸੀਂ ਜ਼ਰੂਰ ਕਰੋ। ਚਲੋ ਉਹਨਾਂ ਨੇ ਮੇਰੀ ਇਹ ਮੰਗ ਨੂੰ ਸਵੀਕਾਰ ਕੀਤਾ। ਸਰਪੰਚ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਲੋਕਡਾਊਨ ਇੰਨਾ ਜ਼ਿਆਦਾ ਸਖਤ ਹੋ ਗਿਆ ਸੀ ਵੀ ਅਸੀਂ ਆ ਨਹੀਂ ਸੀ ਸਕਦੇ, ਪਾਸ ਬਣਵਾਉਣਾ ਪੈਂਦਾ ਹੁੰਦਾ ਸੀਗਾ ਜੀ। ਫਿਰ ਚਲੋ ਉਹ ਆ ਜਾਂਦੇ ਸੀ, ਅਨਾਜ ਹੋ ਗਿਆ, ਸਟੇਸ਼ਨਰੀ ਹੋ ਗਈ। ਉਹ ਮੇਰੇ ਦੋਸਤਾਂ ਨੇ ਮੇਰਾ ਇੰਨਾ ਸਹਿਯੋਗ ਕੀਤਾ ਵੀ ਉਹ ਪਿੰਡ ਵਿੱਚ ਅਸੀਂ ਬੱਚਿਆਂ ਤੱਕ ਪਹੁੰਚਾਉਂਦੇ ਰਹੇ, ਤੇ ਗੱਲਬਾਤ ਉਹਨਾਂ ਨਾਲ ਫੋਨ ਤੇ ਲੋਕਡਾਊਨ ਦੇ ਦੌਰਾਨ ਪੜ੍ਹਾਈ ਤਾਂ ਅਸੀਂ ਲਗਾਤਾਰ ਉਹਨਾਂ ਨਾਲ ਚਾਲੂ ਉਹਨਾਂ ਦੀ ਰੱਖੀ ਹੋ ਜੀ। ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਵੀ ਇਹ ਮਹਿਸੂਸ ਹੋਇਆ ਵੀ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ। ਇਹ ਇਸ ਤਰ੍ਹਾਂ ਨਹੀਂ ਹੈ ਵੀ ਇਹ ਇਕੱਲਾ ਵੀ ਲੋਕਡਾਊਨ 'ਚ ਵੀ ਜਿਵੇਂ ਚਲੋ ਬਾਕੀ ਟੀਚਰ ਕਰਦੇ ਨੇ ਵੀ ਚਲੋ ਕਦੇ ਹੋਇਆ ਫੋਨ ਕਰਕੇ ਬੱਚਿਆਂ ਨੂੰ ਕੰਮ ਦੇਤਾ, ਕੰਮ ਚੈੱਕ ਕਰ ਲਿਆ, ਤੇ ਉਹਨਾਂ ਦਾ ਇੰਨੀ ਹੱਲਾਸ਼ੇਰੀ ਮਿਲੀ ਜੀ। ਲੋਕਡਾਊਨ ਦੇ ਵਿੱਚ ਮੈਨੂੰ ਯਾਦ ਹੈ ਵੀ ਆਪਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਚੱਲਦੇ ਸੀ। ਮੈਨੂੰ ਯਾਦ ਸੀ ਮੈਂ ਪੂਰੀ ਪ੍ਰੀਕਾਸ਼ਨਸ ਦੇ ਨਾਲ ਬੱਚਿਆਂ ਨੂੰ ਮਤਲਬ ਉੱਥੇ ਤਿਆਰੀ ਕਰਵਾਉਣ ਜਾਂਦਾ ਹੁੰਦਾ ਸੀ ਸਕੂਲ ਦੇ ਵਿੱਚ। ਸਾਈਕਲ ਦੇ ਉੱਤੇ ਵੀ ਨਿਕਲ ਜਾਣਾ, ਤੇ ਕਈ ਵਾਰ ਕਿਉਂਕਿ ਐ ਹੁੰਦਾ ਸੀ ਵੀ ਰੋਕ ਟੋਕ ਘੱਟ ਹੁੰਦੀ ਸੀ ਉੱਥੇ ਪਿੰਡਾਂ 'ਚ ਜਾਣ ਲਈ ਜੀ, ਨਾਲੇ ਕਹਿੰਦੇ ਸੀ ਵੀ ਹੈਲਥ ਪ੍ਰਤੀ ਕੌਨਸ਼ੀਅਸ ਰਹੋ। ਤੇ ਉੱਥੇ ਜਾ ਕੇ ਜੀ ਬੱਚਿਆਂ ਨੂੰ ਕੈਮਰਾ ਲੈ ਕੇ ਜਦੋਂ ਉੱਥੇ ਜਾ ਕੇ ਉਹਨਾਂ ਦੀਆਂ ਵੀਡੀਓਜ਼ ਤਿਆਰ ਕਰਨੀਆਂ, ਤੇ ਬੱਚਿਆਂ ਦੇ ਵਿੱਚ ਵੀ ਮੈਂ ਕੌਨਫੀਡੈਂਸ ਦੇਖ ਕੇ ਬੜਾ ਹੈਰਾਨ ਹੋਇਆ, ਕਿਉਂਕਿ ਬੱਚੇ ਵੀ ਕਹਿੰਦੇ ਸੀਗੇ ਸਮਾਰਟ ਬਣ ਗਏ ਸੀਗੇ ਕਿਉਂਕਿ ਸਮਾਰਟ ਟੈਕਨੀਕਸ ਨਾਲ ਪੜ੍ਹਨ ਲੱਗ ਗਏ ਸੀ ਸਾਡੇ ਨਾਲ ਜੀ। ਤੇ ਬੱਚਿਆਂ ਦੀ ਮਿਹਨਤ ਸਦਕਾ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟੇਟ ਲੈਵਲ ਤੱਕ ਬੱਚੇ ਗਏ ਜੀ। ਪਾਰਟੀ ਜ਼ਿਲ੍ਹੇ ਲੈਵਲ ਤੇ ਉਹਨਾਂ ਨੇ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ। ਮੇਰੇ ਹਿਸਾਬ ਨਾਲ ਲੁਧਿਆਣੇ ਜ਼ਿਲ੍ਹੇ ਦਾ ਇੱਕੋ ਹੀ ਸਕੂਲ ਸੀ ਜਿਹਦੇ ਵਿੱਚ ਇੰਨੇ ਬੱਚੇ ਇੱਥੇ ਤੱਕ ਅੱਗੇ ਪਲੇਟਫਾਰਮ ਤੱਕ ਪਹੁੰਚੇ ਜੀ। ਬਹੁਤ ਅੱਛਾ। ਉਸ ਤੋਂ ਬਾਅਦ ਮੇਰੀ ਬਦਲੀ, ਮੇਰੇ ਮਿਸਿਸ CHT ਨੇ ਨਾਲ ਦੇ ਸਕੂਲ 'ਚ 2 ਕਿਲੋਮੀਟਰ ਪਿੰਡ ਆ ਸਾਡਾ ਉੱਥੇ, ਤੇ ਉਹ ਸਕੂਲ ਦੀ ਵੀ ਸਾਰੀ ਜ਼ਿੰਮੇਵਾਰੀ ਤੁਹਾਨੂੰ ਪਤਾ ਲੇਡੀਜ਼ ਸਟਾਫ ਨੂੰ ਥੋੜਾ ਜਿਹਾ ਕੰਮ ਕਰਨਾ ਸਵੇਰੇ ਸ਼ਾਮ ਔਖਾ ਹੋ ਜਾਂਦਾ ਸੀ। ਮੈਨੂੰ ਕਹਿੰਦੇ ਹੁੰਦੇ ਸੀ, ਮੈਂ ਇਹ ਚੀਜ਼ਾਂ 'ਚ ਐਕਸਪਰਟ ਹੋ ਚੁੱਕਿਆ ਸੀਗਾ ਵੀ ਕਿਹੜਾ ਬਾਲਾ ਵਰਕ, ਜੋ ਸਾਰਾ ਫੋਨ ਅਪਡੇਟ ਰੱਖਦੇ ਸੀਗੇ ਚੀਜ਼ 'ਚ ਜੀ, ਟੈਕਨੋਲੋਜੀ ਨਾਲ ਜੁੜੇ ਰਹੇ। ਫਿਰ ਮੇਰੀ ਬਦਲੀ, ਉੱਥੇ ਪੋਸਟ ਖਾਲੀ ਸੀ, ਮੈਂ ਉੱਥੇ ਚਲੇ ਗਿਆ ਕਿਉਂਕਿ ਇਹ ਸਕੂਲ ਬਹੁਤ ਅਪਡੇਟ ਹੋ ਚੁੱਕਿਆ ਸੀਗਾ। ਉੱਥੇ ਥੋੜੀ ਜਿਹੀ ਜ਼ਿਆਦਾ ਲੋੜ ਸੀ ਕਿਉਂਕਿ ਮੈਡਮ ਨੂੰ ਵੀ CHT ਡਾਇਰੈਕਟ ਅਪਾਇੰਟਮੈਂਟ 'ਚ ਆਏ ਸੀ। ਉਸ ਸਕੂਲ ਦੇ ਵੀ ਹਾਲਾਤ ਕੁਝ ਥੋੜੇ ਜਿਹੇ ਜ਼ਿਆਦਾ ਡਾਊਨਫਾਲ ਆਇਆ ਹੋਇਆ ਸੀਗਾ ਜੀ। ਉੱਥੇ ਪਹੁੰਚੇ, ਉੱਥੇ ਦਿਨ ਰਾਤ ਲੋਕਡਾਊਨ ਦੇ ਵਿੱਚ ਟੀਚਰਾਂ ਨੂੰ ਇਹ ਚੀਜ਼ ਜ਼ਰੂਰ ਮਿਲੀ ਜੀ ਵੀ ਉਹਨਾਂ ਨੂੰ ਟਾਈਮ ਮਿਲ ਗਿਆ ਵੀ ਬੱਚਿਆਂ ਤੋਂ ਬਿਨਾਂ ਨਾ ਉਹ ਸਕੂਲ ਦੇ ਵਿੱਚ ਆਪਣੇ ਸਕੂਲ ਦੇ ਇਨਫਰਾਸਟ੍ਰਕਚਰ ਨੂੰ ਬਹੁਤ ਉੱਚਾ ਚੱਕ ਸਕੇ ਨੇ ਜੀ। ਉੱਥੇ ਫਿਰ ਦਿਨ ਰਾਤ ਮਿਹਨਤ ਕੀਤੀ ਜੀ। ਜਦੋਂ ਪਿੰਡ ਵਾਸੀਆਂ ਨੇ ਉੱਥੇ ਪਤਾ ਲੱਗਣਾ ਜੀ ਵੀ ਇੰਨੀ ਦੂਰੋਂ ਇਹ ਲੋਕਡਾਊਨ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਜੀ, ਪਹਿਲਾਂ ਮੈਂ ਉੱਥੇ ਜਿਹੜੀ ਸ਼ੁਰੂਆਤ ਕੀਤੀ ਸੀਗੀ ਜੀ ਆਪਣੇ ਦੋਸਤਾਂ ਤੋਂ ਕਰੀ। ਮੈਂ ਕਿਹਾ ਵੀ ਉੱਥੇ ਸਾਨੂੰ ਕੋਈ ਜਾਣਦਾ ਨਹੀਂ ਸੀ ਹੁੰਦਾ। ਉਹ ਫਿਰ ਉਹਨਾਂ ਨਾਲ ਦੋਸਤਾਂ ਨਾਲ ਲੱਗ ਕੇ ਜਦੋਂ ਅਸੀਂ ਉੱਥੇ ਕੰਮ ਕਰਨਾ ਸ਼ੁਰੂ ਕੀਤਾ, ਫਿਰ ਉੱਥੇ ਪਿੰਡ ਵਾਸੀਆਂ ਨੇ ਮਤਲਬ ਆ ਕੇ ਜਦੋਂ ਦੇਖਿਆ ਵੀ ਇੱਥੇ ਤਾਂ ਕੰਮ ਹੀ ਬਹੁਤ ਵਧੀਆ ਹੋ ਰਿਹਾ ਜੀ, ਉਹਨਾਂ ਨੇ ਸਾਡਾ ਇੰਨਾ ਕੁ ਸਪੋਰਟ ਸਾਡੀ ਕੀਤੀ ਜੀ, ਮੈਂ ਰਿਣੀ ਰਹੂੰਗਾ ਉਹਨਾਂ ਦਾ ਹਮੇਸ਼ਾ ਦਾ, ਕਿਉਂਕਿ ਉਹਨਾਂ ਨੇ ਸਾਡੇ ਸਕੂਲ ਨੂੰ ਲਗਭਗ 1.5-2 ਸਾਲ ਦੇ ਵਿੱਚ ਹੀ ਕਿੱਥੋਂ ਤੋਂ ਕਿੱਥੇ ਪਹੁੰਚਾਤਾ ਜੀ। ਇਸ ਤੋਂ ਇਲਾਵਾ ਵੀ ਬੱਚਿਆਂ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਅਵਾਰਡ ਹੈ ਜਿਹੜਾ, ਇਹ ਬੱਚਿਆਂ ਦਾ ਅਵਾਰਡ ਹੈ ਜੀ, ਉਹਨਾਂ ਨੂੰ ਡੈਡੀਕੇਟ ਹੈ। ਕਹਿੰਦੇ ਨੇ ਦਾਨੀ ਸੱਜਣ ਵੀ ਹੈਗੇ ਨੇ, ਉਹ ਮਤਲਬ ਸਾਡੇ ਪਿੰਡ ਵਾਸੀ ਵੀ ਨੇ, ਉਹ ਸਾਰੇ ਬਾਅਦ 'ਚ ਨੇ। ਮੈਂ ਆਪਣਾ ਜਿਹੜਾ ਇਹ ਅਵਾਰਡ ਹੈ ਆਪਣੇ ਉਹਨਾਂ ਪਿਆਰੇ ਬੱਚਿਆਂ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਦੇਖੋ ਉਸ ਟਾਈਮ ਦੀ ਮੈਂ ਫੀਲਿੰਗਸ ਦੱਸਦਾ ਵੀ ਮੈਂ ਉਹ ਸਕੂਲ ਦੇ ਵਿੱਚੋਂ ਜਦੋਂ ਮੇਰੀ ਬਦਲੀ ਹੋ ਗਈ, ਲੋਕਡਾਊਨ ਦਾ ਟਾਈਮ ਸੀ, ਪਿੰਡ ਵਾਸੀਆਂ ਨੂੰ ਪਤਾ ਨਹੀਂ ਲੱਗਿਆ ਵੀ ਸਰ ਦੀ ਇੱਥੋਂ ਬਦਲੀ ਹੋ ਗਈ। ਉਹ ਜਦੋਂ ਫੋਨ ਆਉਣੇ ਸ਼ੁਰੂ ਹੋਏ, ਕਿਉਂਕਿ ਨਵੇਂ ਜਦੋਂ ਆਲੇ ਦੁਆਲੇ ਤੁਹਾਨੂੰ ਪਤਾ ਲੱਗ ਜਾਂਦਾ, ਲਿਸਟਾਂ ਵਗੈਰਾ ਪਹੁੰਚ ਜਾਂਦੀਆਂ ਨੇ ਜੀ, ਤੇ ਉਹ ਕਹਿੰਦੇ ਜੀ ਵੀ ਤੁਸੀਂ ਬਦਲੀ ਕਿਉਂ ਕਰਾ ਲਈ, ਤੁਸੀਂ ਲਿਖ ਕੇ ਦਿਓ ਜੀ ਵੀ ਅਸੀਂ ਤਾਂ ਵਾਪਸ ਲੈ ਕੇ ਆਉਣਾ ਹੈ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਗਈਆਂ। ਮੈਂ ਕਿਹਾ ਚਲੋ ਉਹਨਾਂ ਦੀਆਂ ਫੀਲਿੰਗਸ ਵੀ ਸਮਝਦਾ ਸੀਗਾ। ਤੇ ਇਸ ਤੋਂ ਇਲਾਵਾ ਫਿਰ ਜਦੋਂ ਸਕੂਲ ਖੁੱਲੇ ਜੀ, ਪਿੰਡ ਵਾਸੀ ਵਾਲਿਆਂ ਨੇ ਆਟੋ ਸਾਡੇ ਪਿੰਡ ਦੇ ਵਿੱਚ ਲਗਾਤਾ ਜੀ। ਉਹ ਕਹਿੰਦੇ ਬੱਚੇ ਤਾਂ ਤੁਹਾਡੇ ਕੋਲ ਹੀ ਪੜ੍ਹਨੇ ਨੇ, ਵੀ ਅਸੀਂ ਆਪਣਾ ਆਟੋ ਦਾ ਪ੍ਰਬੰਧ ਕਰ ਲਿਆ ਵੀ ਬੱਚੇ ਤੁਹਾਡੇ ਕੋਲੇ ਆਇਆ ਕਰਨਗੇ ਇੱਥੇ ਜੀ। ਫਿਰ ਅਸੀਂ ਦੇਖੋ ਉਹ ਜਿਹੜੀਆਂ ਇਮੋਸ਼ਨਸ ਉੱਥੇ ਮੇਰੇ ਇੰਨੇ ਭਾਵੁਕ ਮੈਂ ਹੋਇਆ ਵੀ ਵਾਕਈ ਹੀ ਅਸਲੀ ਅਵਾਰਡ ਤਾਂ ਜੀ ਇਹ ਨੇ ਵੀ ਜਦੋਂ ਬੱਚੇ ਕਹਿਣ ਜੀ
ਔਰ ਛੋਟੇ ਬੱਚੇ ਤੁਸੀਂ ਇਹ ਲਾ ਲਓ, ਜਿਹੜਾ ਫਸਟ ਦਾ ਮਤਲਬ ਬੱਚਾ ਜੀ, ਉਹ ਕਹਿੰਦੇ ਜੀ ਉਹਨਾਂ ਦੇ ਪੇਰੈਂਟਸ ਨੇ ਮੈਨੂੰ ਦੱਸਿਆ, ਉਹ ਕਹਿੰਦੇ ਸਰ ਤੁਹਾਡਾ ਨਾਮ ਵੀ ਇਹਨੂੰ ਪਤਾ ਨਹੀਂ, ਕਹਿੰਦਾ ਜੀ ਮੈਂ ਪ੍ਰਕਾਸ਼ ਸਰ ਕੋਲ ਜਾਣਾ, ਕਿਉਂਕਿ ਮੇਰਾ ਨਾਮ ਵਿਕਾਸ ਆ। ਉਹਨਾਂ ਨੂੰ ਬੱਚਿਆਂ ਨੂੰ ਮਤਲਬ ਜਿਵੇਂ ਸੁਣਦੇ ਨੇ ਵੀ ਮੈਂ ਉਹਨਾਂ ਕੋਲ ਹੀ ਪੜ੍ਹਨ ਜਾਣਾ। ਮੈਨੂੰ ਜਾਣੀ ਕਿ ਫਿਰ ਸਾਨੂੰ ਥੋੜਾ ਜਿਹਾ ਇਹ ਵੀ ਹੋਇਆ ਵੀ ਉਹ ਸਕੂਲ ਦੇ ਵਿੱਚ ਕਿਤੇ ਇਸ ਤਰ੍ਹਾਂ ਨਾ ਹੋਵੇ ਵੀ ਉੱਥੇ ਕੋਈ ਪੋਸਟ ਖਰਾਬ ਹੋ ਜਾਵੇ, ਜਾਂ ਫਿਰ ਅਸੀਂ ਬੱਚਿਆਂ ਨੂੰ ਸਮਝਾਇਆ ਵੀ ਉੱਥੇ ਵੀ ਤੁਸੀਂ ਆਪਣਾ ਹੀ ਸਕੂਲ ਆ, ਵੀ ਇਸ ਤਰ੍ਹਾਂ ਦੀ ਕੋਈ ਸਾਡੇ ਸੈਂਟਰ 'ਚ ਉਹ ਸਕੂਲ ਪੈਂਦਾ ਜੀ। ਪਰ ਕਹਿੰਦੇ ਕੁਛ ਕੁ ਪੇਰੈਂਟਸ ਮੰਨੇ ਨਹੀਂ ਹੈਗੇ ਜੀ। ਉਹ ਕੁਛ ਕੁ ਬੱਚੇ ਅੱਜ ਵੀ ਆਟੋ ਕਰਕੇ ਮੇਰੇ ਕੋਲ ਇੱਥੇ ਉਸ ਪਿੰਡ ਦੇ ਵਿੱਚੋਂ ਮੇਰੇ ਕੋਲ ਹੀ ਪੜ੍ਹਨ ਆ ਰਹੇ ਨੇ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਬਾਕੀ ਮੈਂ ਅੰਤ ਦੇ ਵਿੱਚ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਜੀ। ਜਿਹੜੀਆਂ ਤੁਸੀਂ ਸਾਡੀਆਂ ਮਤਲਬ ਪਿਕਸ ਵਗੈਰਾ ਸ਼ੇਅਰ ਕਰਦੇ ਰਹਿੰਦੇ ਹੋ, ਇਹ ਵੀ ਇੱਕ ਹੱਲਾਸ਼ੇਰੀ ਦਾ ਹੀ ਸਾਨੂੰ ਗਰਵ ਮਹਿਸੂਸ ਹੁੰਦਾ ਜੀ। ਪੂਰੇ ਸਟਾਫ ਵਾਲੇ ਸਾਡੇ ਦੇਖਦੇ ਨੇ ਵੀ ਸਰ ਆਪਾਂ ਜਿਹੜੀ ਆਪਾਂ ਫੋਟੋਆਂ ਖਿੱਚੀਆਂ ਸੀ ਉਹ ਅੱਜ ਉੱਥੇ ਡੀਪੀ ਵੀ ਲੱਗੀ ਹੋਈ ਹੈ ਜੀ। ਮਤਲਬ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਬਾਕੀ ਜਿਹੜੇ ਸਾਡੇ ਸਟੇਟ ਅਵਾਰਡੀ ਟੀਚਰ ਇੱਥੇ ਬੈਠੇ ਨੇ ਜਾਂ ਬਾਕੀਆਂ ਨੂੰ ਵੀ ਮਿਲਿਆ ਜੀ, ਉਹਨਾਂ ਨੂੰ ਵੀ ਸਲੂਟ ਆ ਜੀ, ਕਿਉਂਕਿ ਕੰਮ ਸਾਰੇ ਹੀ ਕਰਦੇ ਨੇ ਜੀ, ਬਹੁਤ ਮਿਹਨਤ ਦਾ ਕੰਮ। ਬਹੁਤ ਅੱਛੇ ਵਿਕਾਸ ਜੀ, ਜਿਹੜੀ ਤੁਸੀਂ ਆਪਣੀ ਸਾਰੀ ਇਹ ਸਕਸੈਸ ਸਟੋਰੀ ਦੱਸੀ ਹੈ, ਇਹ ਇਕੱਲੇ ਤੁਹਾਡੇ ਲਈ ਨਹੀਂ, ਇਹ ਬਹੁਤ ਸਾਰੇ ਅਧਿਆਪਕਾਂ ਲਈ ਪ੍ਰੇਰਨਾ ਦਾ ਸਰੋਤ ਬਣੂਗੀ। ਅਸੀਂ ਸਾਨੂੰ ਮਿਲੀ ਹੱਲਾਸ਼ੇਰੀ ਦੂਜਿਆਂ ਲਈ ਹੱਲਾਸ਼ੇਰੀ ਬਣ ਜਾਂਦੀ ਹੈ, ਦੂਜਿਆਂ ਲਈ ਪ੍ਰੇਰਨਾ ਬਣ ਜਾਂਦੀ ਹੈ, ਤੇ ਅਸੀਂ ਅੱਗੇ ਦੀ ਅੱਗੇ ਇਹ ਚਾਨਣ ਫੈਲਾਉਂਦੇ ਰਹਿੰਦੇ ਹਾਂ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਬੁਲੰਦੀ ਨਾਲ ਕੰਮ ਕਰਦੇ ਰਹੋ। ਧੰਨਵਾਦ। ਦੋਸਤੋ ਅੱਗੇ ਵਧਦੇ ਹਾਂ ਆਪਾਂ। ਸਾਡੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਜੋ ਸਭ ਤੋਂ ਅਖੀਰਲੇ ਸਾਡੇ ਸਟੇਟ ਅਵਾਰਡੀ ਅਧਿਆਪਕ ਨੇ, ਇਹ ਸਿਲਸਿਲਾ ਚੱਲਦਾ ਰਹੂਗਾ, ਪਰ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਹੁਣ ਹਿਮਾਂਸ਼ੂ ਸਿੰਗਲਾ ਹੋਰਾਂ ਨੂੰ ਮਿਲਾਂਗੇ, ਤੇ ਹਿਮਾਂਸ਼ੂ ਸਿੰਗਲਾ ਹੋਰਾਂ ਬਾਰੇ ਸਾਡੇ ਐਡਮਿਨ ਮੈਡਮ ਰੁਪਿੰਦਰ ਰੂਪ ਸੰਧੂ ਇੰਟਰੋਡਕਸ਼ਨ ਕਰਾਉਣਗੇ, ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸੁਣਾਂਗੇ। ਰੁਪਿੰਦਰ ਸੰਧੂ। ਹਾਂਜੀ, ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਸਰ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਸਰਦਾਰ ਸੁਖਪਾਲ ਸਿੰਘ ਸਿੱਧੂ ਜੀ, ਸ੍ਰੀ ਪਰਮਿੰਦਰ ਤਾਂਗੜੀ ਜੀ, ਸਰਦਾਰ ਤਜਿੰਦਰ ਸਿੰਘ ਜੀ, ਸ੍ਰੀ ਵਿਕਾਸ ਕਪਿਲਾ ਜੀ ਤੇ ਸ੍ਰੀ ਹਿਮਾਂਸ਼ੂ ਸਿੰਗਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡੇ ਸਾਰਿਆਂ ਬਾਰੇ ਜਾਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਸਾਰੀ ਪ੍ਰੇਰਨਾ ਸਾਨੂੰ ਮਿਲੀ ਹੈ ਕਿ ਸਾਨੂੰ ਹੋਰ ਵੀ ਕੀ ਕੁਝ ਕਰ ਸਕਦੇ ਆ। ਸੋ ਅਸੀਂ ਬਹੁਤ ਧੰਨਵਾਦੀ ਹਾਂ। ਮੈਂ ਬਹੁਤਾ ਸਮਾਂ ਨਹੀਂ ਲੈਂਦੀ ਹੋਈ ਹਿਮਾਂਸ਼ੂ ਸਿੰਗਲਾ ਜੀ ਬਾਰੇ ਦੱਸਣਾ ਚਾਹਾਂਗੀ ਕਿ ਇਹਨਾਂ ਨੂੰ ਇੱਕ ਟਾਈਟਲ ਦਿੱਤਾ ਗਿਆ ਹੈ, ਅੱਖਰਾਂ ਤੋਂ ਟੁੱਟਿਆਂ ਨੂੰ ਵਰਨਮਾਲਾ ਨਾਲ ਜੋੜਨ ਵਾਲਾ ਅਧਿਆਪਕ। ਵਰਨਮਾਲਾ ਦੇ ਨਾਲ ਸੱਚਮੁੱਚ ਮਤਲਬ ਪੰਜਾਬੀ ਮਾਂ ਬੋਲੀ ਹੈ ਜਿਹੜੀ ਸਾਡੀ, ਉਹ ਕਾਫੀ ਜਿਹੜੀ ਆ ਉਹ ਪਿੱਛੇ ਤੱਕ ਦਿੱਤੀ ਗਈ ਹੋਇਆ ਹੈ, ਕਾਫੀ ਕੁਛ ਇੰਝ ਦਾ। ਤੇ ਪਰ ਕੁਛ ਅਧਿਆਪਕ ਇਹੋ ਜਿਹੇ ਆਏ ਜਿਨ੍ਹਾਂ ਨੇ ਇਸ ਮਾਂ ਬੋਲੀ ਨੂੰ ਮਾਣ ਦਿੱਤਾ, ਤੇ ਉਹ ਮਾਣ ਨੇ ਅੱਜ ਸ਼ਾਇਦ ਇਹਨਾਂ ਨੂੰ ਇੱਥੋਂ ਤੱਕ ਮਾਣ ਦੇ ਦਿੱਤਾ। ਜਿਹੜੀ ਸਕੂਲੀ ਵਿੱਦਿਆ, ਉਹਨਾਂ ਦੇ ਬਾਰੇ ਮੈਂ ਉਹਨਾਂ ਦੱਸਣਾ ਚਾਹੁੰਦੀ ਹਾਂ। ਅਧਿਆਪਕ ਹਿਮਾਂਸ਼ੂ ਸਿੰਗਲਾ ਜੀ ਬਤੌਰ ETT ਅਧਿਆਪਕ 2016 ਤੋਂ ਅਗਸਤ 2021 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਬੰਗਾ, ਬਲਾਕ ਮੂਨਕ, ਜ਼ਿਲ੍ਹਾ ਸੰਗਰੂਰ, ਅਤੇ ਉਸ ਤੋਂ ਬਾਅਦ ਬਦਲੀ ਹੋਣ ਉਪਰੰਤ ਅਗਸਤ 2021 ਤੋਂ ਹੁਣ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਗਾਗਾ ਕੰਨਿਆ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਕੂਲ ਗਤੀਵਿਧੀਆਂ ਵਿੱਚ ਇਹਨਾਂ ਦੀਆਂ ਵਧੀਆ ਪ੍ਰਾਪਤੀਆਂ ਹਨ। ਸਮੂਹ ਸਟਾਫ ਨਾਲ ਮਿਲਵਰਤਨ ਬਣਾ ਕੇ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਜਿੱਥੇ ਰਹਿੰਦੇ ਹੋ ਉੱਥੋਂ ਪਿਆਰ ਮਿਲਣਾ, ਉੱਥੋਂ ਇਕਜੁੱਟ ਹੋ ਕੇ ਰਹਿਣਾ ਬੜੀ ਵੱਡੀ ਗੱਲ ਹੁੰਦੀ ਹੈ। ਕੁਝ ਅਧਿਆਪਕ ਜਿਹੜੇ ਕੰਮ ਕਰਨ ਵਿੱਚ ਐਕਟਿਵ ਹੁੰਦੇ ਹਨ, ਕਈ ਵਾਰ ਤਾਂ ਸਕੂਲ ਦੇ ਵਿੱਚੋਂ ਹੀ ਉਹਨਾਂ ਦੀ ਥੋੜੀ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ, ਤੇ ਉੱਥੇ ਇਕੱਠੇ ਰਹਿਣਾ ਮਤਲਬ ਏਕਤਾ ਵਿੱਚ ਬਲ ਹੈ, ਸਭ ਤੋਂ ਵੱਡੀ ਗੱਲ ਹੁੰਦੀ ਹੈ। ਇੱਕ ਤੇ ਇੱਕ 11 ਹੋ ਜਾਂਦੇ ਆ। ਜਦੋਂ ਤੁਸੀਂ ਮਿਲ ਕੇ ਰਹਿੰਦੇ ਹੋ ਕਿਸੇ ਨਾਲ, ਤੇ ਤੁਹਾਡੇ ਲਈ ਕਾਮਯਾਬੀ ਨੂੰ ਹਾਸਲ ਕਰਨਾ ਕੋਈ ਔਖਾ ਨਹੀਂ ਹੁੰਦਾ। ਸੋ ਸਭ ਤੋਂ ਵੱਡੀ ਖਾਸੀਅਤ ਇਹਨਾਂ ਦੀ ਇਹ ਹੈ ਕਿ ਇਹ ਜਿਹੜੇ ਆ ਆਪਣੇ ਪੂਰੇ ਸਟਾਫ ਦੇ ਨਾਲ ਜਿਹੜੇ ਆ ਉਹ ਮਿਲ ਕੇ ਰਹਿੰਦੇ ਹਨ। ਇਹ ਕੰਮ ਕਰਨਾ ਬੱਚਿਆਂ ਦੀ ਭਲਾਈ ਲਈ, ਇਹਨਾਂ ਲਈ ਪਹਿਲਾ ਜਿਹੜਾ ਇਹਨਾਂ ਦਾ ਸੁਭਾਅ, ਇੱਕ ਅਧਿਆਪਕ ਚੰਗਾ ਉਹੀ ਹੈ ਜੋ ਬੱਚਿਆਂ ਦੀ ਭਲਾਈ ਲਈ ਪਹਿਲਾਂ ਉਹਦੀ ਸ਼ਰਤ ਇਹ ਹੁੰਦੀ ਹੈ ਕਿ ਮੈਂ ਜੋ ਵੀ ਕਰਨਾ ਹੈ ਆਪਣੇ ਬੱਚਿਆਂ ਦੇ ਲਈ ਕਰਨਾ ਹੈ। ਸੋ ਅਜਿਹੇ ਅਧਿਆਪਕ ਹਨ ਜੋ ਹਮੇਸ਼ਾ ਆਪਣੇ ਬੱਚਿਆਂ ਦੀ ਭਲਾਈ ਬਾਰੇ ਸੋਚਦੇ ਹਨ, ਅਤੇ ਸਕੂਲ ਦੀ ਜਿਹੜੀ ਆ ਕਾਮਯਾਬੀ ਹੈ, ਸਕੂਲ ਨੂੰ ਉੱਪਰ ਉੱਠਣ ਲਈ ਜਿਹੜੇ ਆ ਉਹਨਾਂ ਦੇ ਲਈ ਉਹ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਨੇ, ਯਾਨੀ ਕਿ ਤਤਪਰਤਾ ਹੁੰਦੀ ਹੈ ਕਿਸੇ ਚੀਜ਼ ਨੂੰ ਹਾਸਲ ਕਰਨ ਦੀ। ਤੇ ਜਿਸ ਵੀ ਇਨਸਾਨ ਵਿੱਚ ਇਹ ਹੁੰਦਾ ਹੈ ਕਿ ਮੈਂ ਆਪਣੇ ਸਕੂਲ ਨੂੰ ਉੱਚਾ ਚੁੱਕਣਾ, ਆਪਣੇ ਬੱਚਿਆਂ ਨੂੰ ਉੱਚਾ ਚੁੱਕਣਾ ਹੈ, ਉਹ ਸੱਚਮੁੱਚ ਇੱਕ ਸੱਚਾ ਅਧਿਆਪਕ ਹੁੰਦਾ ਹੈ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜਨਾ ਇਹਨਾਂ ਦੀ ਪ੍ਰਾਥਮਿਕਤਾ ਰਹੀ ਹੈ। ਸਵੇਰ ਦੀ ਸਭਾ ਦੌਰਾਨ ਸਟੇਟ ਸਲਾਈਡ
ਸਾਡੇ ਕੋਲ ਰੋਜ਼ਾਨਾ ਸਟੇਟ ਵੱਲੋਂ ਸਲਾਈਡ ਆਉਂਦੀ ਹੈ, ਰੋਜ਼ਾਨਾ ਜਿਹੜੀ ਰੋਜ਼ਾਨਾ ਦੀ ਸਲਾਈਡ ਹੁੰਦੀ ਹੈ, ਉਹਦੇ ਵਿੱਚ ਉਹ ਬਹੁਤ ਅੱਛੀ ਬਣਾਈ ਹੋਈ ਹੈ। ਉਹਦੇ ਵਿੱਚ ਅੱਜ ਦਾ ਵਿਚਾਰ ਕੁਐਸਚਨ, ਆਮ ਗਿਆਨ ਵਿਗਿਆਨ ਦੇ ਕੁਐਸਚਨ। ਜੇਕਰ ਇੱਕ ਅਧਿਆਪਕ ਉਹਨੂੰ ਪੂਰੇ ਮਨ ਦੇ ਨਾਲ, ਪੂਰੇ ਟਾਈਮ ਦੇ ਨਾਲ ਪੂਰੀ ਚੰਗੀ ਤਰ੍ਹਾਂ ਬੱਚਿਆਂ ਨੂੰ ਦੱਸੇ, ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਬੱਚੇ ਦੀ ਜੀਕੇ ਜਿਹੜੀ ਉਹ ਪਿੱਛੇ ਰਹਿ ਜਾਏਗੀ। ਸੋ ਹਿਮਾਂਸ਼ੂ ਜੀ ਨੇ ਇਸ ਦਾ ਪੂਰਾ ਫਾਇਦਾ ਉਠਾਇਆ ਤੇ ਆਪਣੇ ਬੱਚਿਆਂ ਨੂੰ ਇਸ ਬਾਰੇ ਜਿਹੜੀ ਆਮ ਜਾਣ ਪਹਿਚਾਣ ਜਾਂ ਆਮ ਵਿਗਿਆਨ ਦੇ ਜਾਂ ਜਿਹੜੇ ਅੱਜ ਦਾ ਵਿਚਾਰ ਹੈ, ਸੋ ਡੇਲੀ ਜੋ ਇੰਗਲਿਸ਼ ਵਰਡਸ ਆਉਂਦੇ ਨੇ, ਉਹਨਾਂ ਬਾਰੇ ਇਹਨਾਂ ਨੇ ਪੂਰੀ ਸ਼ਿੱਦਤ ਨਾਲ ਆਪਣੇ ਬੱਚਿਆਂ ਨੂੰ ਸਵੇਰ ਦੀ ਸਭਾ ਕਰਵਾਈ। ਇੰਗਲਿਸ਼ ਬੂਸਟਰ ਕਲੱਬ ਵੀ ਸਾਡੇ ਸਕੂਲ ਵਿੱਚ ਚੱਲਿਆ। ਸਰਕਾਰੀ ਸਕੂਲਾਂ ਦੇ ਵਿੱਚ ਮੇਰੀ ਖੁਦ ਦੀ ਸਟੱਡੀ ਸਰਕਾਰੀ ਗਵਰਨਮੈਂਟ ਸਕੂਲ ਦੀ ਹੈ ਸਾਰੀ ਦੀ ਸਾਰੀ। ਸੋ ਉਹ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਸਾਨੂੰ 6ਵੀਂ ਕਲਾਸ ਦੇ ਵਿੱਚ ਆ ਕੇ ਏ ਤੋਂ ਸ਼ੁਰੂ ਕੀਤਾ ਜਾਂਦਾ ਸੀ। ਸਭ ਤੋਂ ਮਤਲਬ ਜਿਹੜੀ ਮਾੜੀ ਗੱਲ ਹੁੰਦੀ ਇਹੀ ਹੁੰਦੀ ਸੀ, ਸ਼ਾਇਦ ਅਸੀਂ ਪਿੱਛੇ ਰਹਿ ਜਾਂਦੇ ਸੀ ਇਸੇ ਚੀਜ਼ ਦੇ ਵਿੱਚ, ਕਿ 6th ਕਲਾਸ ਤੋਂ ਜਿਹੜੀ ਹੈ ਉਹ ਸਾਨੂੰ ABC ਸਟਾਰਟ ਕੀਤੀ ਜਾਂਦੀ ਸੀ, ਤੇ ਮਗਰੋਂ ਹੀ ਉਹਨਾਂ ਸਾਥੀਆਂ ਨਾਲ ਰਲਣਾ ਹੁੰਦਾ ਸੀ ਜਿਹੜੇ LKG ਤੋਂ ਪੜ੍ਹ ਕੇ ਆਉਂਦੇ ਸੀ। ਸੋ ਸਰਕਾਰ ਨੇ ਇਸ ਬੱਚਿਆਂ ਨੂੰ ਅੱਗੇ ਲਿਆਉਣ ਵਾਸਤੇ ਇੰਗਲਿਸ਼ ਬੂਸਟਰ ਕਲੱਬ ਸ਼ੁਰੂ ਕੀਤਾ। ਇਹਦੇ ਵਿੱਚ ਵੀ ਹਿਮਾਂਸ਼ੂ ਜੀ ਨੇ ਆਪਣਾ ਇੱਕ ਜਿਹੜਾ ਵਾ ਬਹੁਤ ਵੱਡਾ ਸਹਿਯੋਗ ਦਿੱਤਾ ਬੱਚਿਆਂ ਨੂੰ ਇੰਗਲਿਸ਼ ਦੇ ਪ੍ਰੋਜੈਕਟ ਦੇ ਨਾਲ ਜੋੜਨ ਦੇ ਲਈ। ਸਮਾਰਟ ਕਲਾਸਰੂਮ ਦੇ ਜਿਸ ਵਿੱਚ ਪ੍ਰੋਜੈਕਟਰ ਲੱਗਾ ਹੈ, ਮਤਲਬ ਪ੍ਰੋਜੈਕਟਰ ਦੇ ਉੱਪਰੋਂ ਪੜ੍ਹਾਈ ਕਰਾਉਣੀ ਬੱਚਿਆਂ ਨੂੰ ਸ਼ੁਰੂ ਕੀਤੀ। ਕਰੋਨਾ ਮਹਾਮਾਰੀ ਦੌਰਾਨ ਸਭ ਤੋਂ ਪਹਿਲਾਂ, ਜਿਵੇਂ ਕਿ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੇ ਦੱਸਿਆ, ਕਿ ਜਿਹੜੇ ਅਧਿਆਪਕ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹਨ, ਖਾਸ ਤੌਰ ਤੇ ਇਹਨਾਂ ਨੇ ਕਰੋਨਾ ਦੇ ਵਿੱਚ ਕੁਝ ਵੱਖਰਾ ਕੀਤਾ, ਇਹਨਾਂ ਦੀ ਇੱਕ ਵੱਖਰੀ ਪਹਿਚਾਣ ਬਣੀ। ਇਹਨਾਂ ਵਿੱਚੋਂ ਹੀ ਹਿਮਾਂਸ਼ੂ ਜੀ ਹਨ। ਕਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਕਰਕੇ ਇਹਨਾਂ ਵੱਲੋਂ ਆਪਣੇ ਸਕੂਲ ਦੇ ਬੱਚਿਆਂ ਦੇ ਨਾਲ ਪੂਰੇ ਸਿਰਫ ਆਪਣੇ ਸਕੂਲ ਦੇ ਬੱਚਿਆਂ ਨਾਲ ਹੀ ਇਹਨਾਂ ਨੇ ਕੰਮ ਨਹੀਂ ਕੀਤਾ, ਪੂਰੇ ਪੰਜਾਬ ਦੇ ਬੱਚਿਆਂ ਲਈ ਸੈਲਫ ਮੇਡ ਹੋਮਵਰਕ ਟੀਮ ਗਠਿਤ ਕਰਕੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਲਈ ਉਹਨਾਂ ਤੱਕ ਕੰਮ ਪਹੁੰਚਾਇਆ। ਹਾਂ, ਇਹ ਚੀਜ਼ ਜਿਹੜੀ ਅਸੀਂ ਵੀ ਕਰਦੇ ਰਹੇ ਹਾਂ, ਇਹਨਾਂ ਦੀਆਂ ਬਣਾਈਆਂ ਹੋਈਆਂ ਸਲਾਈਡਸ ਜਿਹੜੀਆਂ ਬੱਚਿਆਂ ਵਾਸਤੇ ਬਣਦੀਆਂ ਸੀ, ਉਹੀ ਸਾਡੇ ਲਈ ਬਹੁਤ ਸੌਖਾ ਹੋ ਗਿਆ ਸੀ ਉਹ ਕੰਮ, ਕਿ ਅਸੀਂ ਆਰਾਮ ਦੇ ਨਾਲ ਉਹ ਚੀਜ਼ਾਂ ਨੂੰ ਜਿਹੜੀਆਂ ਬੱਚਿਆਂ ਤੱਕ ਪਹੁੰਚਾ ਦਿੰਦੇ ਸੀ। ਜਿਸ ਦੀ ਸ਼ਲਾਘਾ, ਇਸ ਕੰਮ ਦੀ ਸ਼ਲਾਘਾ ਜਿਹੜੀ ਹੈ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਜੀ, DO ਐਲੀਮੈਂਟਰੀ ਸਿੱਖਿਆ ਸ੍ਰੀਮਤੀ ਡਾਕਟਰ ਪ੍ਰਭ ਸਿਮਰਨ ਕੌਰ ਜੀ ਅਤੇ BPO ਮੁਨਕ ਸ੍ਰੀ ਪ੍ਰੇਮ ਕੁਮਾਰ ਜੀ ਵੱਲੋਂ ਕੀਤੀ ਗਈ। ਇਸ ਦੀ ਹੋਰ ਉਦਾਹਰਣ ਅੰਗਰੇਜ਼ੀ ਦੇ ਮਸ਼ਹੂਰ ਅਖਬਾਰ ਦੀ ਇੰਡੀਅਨ ਐਕਸਪ੍ਰੈਸ ਵਿੱਚ ਇਸ ਨੂੰ ਪਹਿਲੇ ਪੰਨੇ ਉੱਤੇ ਪ੍ਰਕਾਸ਼ਿਤ ਕੀਤਾ ਗਿਆ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਅਧਿਆਪਕ ਹਿਮਾਂਸ਼ੂ ਸਿੰਗਲਾ ਵੱਲੋਂ ਸਕੂਲੀ ਅਧਿਆਪਕ ਸੁਰਿੰਦਰ ਸਿੰਘ ਨਾਲ ਮਿਲ ਕੇ ਬੱਚਿਆਂ ਨੂੰ ਬਲਾਕ, ਜ਼ਿਲ੍ਹਾ ਅਤੇ ਸਟੇਟ ਪੱਧਰ ਉੱਪਰ ਲੈ ਕੇ ਗਏ ਅਤੇ ਵੱਖ-ਵੱਖ ਪੋਜੀਸ਼ਨਾਂ ਇਹਨਾਂ ਨੇ ਹਾਸਲ ਕੀਤੀਆਂ। ਇਸ ਦੇ ਉਪਰੰਤ ਸਟੇਟ ਖੇਡਾਂ 2019 ਦੌਰਾਨ ਮਾਨਯੋਗ DPI ਐਲੀਮੈਂਟਰੀ ਸਿੱਖਿਆ ਡਾਕਟਰ ਇੰਦਰਜੀਤ ਸਿੰਘ ਵੱਲੋਂ ਅਧਿਆਪਕ ਹਿਮਾਂਸ਼ੂ ਸਿੰਗਲਾ ਨੂੰ ਸਟੇਟ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬੇਟੀ ਬਚਾਓ ਬੇਟੀ ਪੜ੍ਹਾਓ ਮਿਸ਼ਨ ਤਹਿਤ ਅਧਿਆਪਕ ਹਿਮਾਂਸ਼ੂ ਸਿੰਗਲਾ ਨੇ ਬੇਮਿਸਾਲ ਕੰਮ ਕੀਤਾ ਹੈ। ਉਹਨਾਂ ਨੇ ਪਿੰਡ ਬਹਾਦਰਪੁਰ ਮਾਨਸਾ ਵਿੱਚ ਹੈ ਜੋ ਦੀਆਂ ਲੜਕੀਆਂ ਦੀ ਅਗਵਾਈ ਕਰਕੇ ਉਹਨਾਂ ਦਾ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਦਾਖਲਾ ਕਰਵਾਇਆ। ਇਸ ਦੇ ਸਿੱਟੇ ਵਜੋਂ 15 ਲੜਕੀਆਂ ਲੜਕੇ ਸੱਭਿਆਚਾਰਕ ਮੈਰੀਟੋਰੀਅਮ ਸਕੂਲ ਪਟਿਆਲਾ, ਬਠਿੰਡਾ, ਮੁਹਾਲੀ ਅਤੇ ਲੁਧਿਆਣਾ, 19 ਲੜਕੀਆਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਤੇ 10 ਬੱਚਿਆਂ ਨੇ NMMS ਦਾ ਪੇਪਰ ਪਾਸ ਕੀਤਾ। ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਿਆਂ, ਉਹਨਾਂ ਨੂੰ ਦੇਸ਼ ਦੀ ਸੇਵਾ ਨਾਲ ਜੋੜਦਿਆਂ, ਉਹਨਾਂ ਨੂੰ ਫੌਜ ਦੀ ਭਰਤੀ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਸਮਝ ਤੇ ਯੋਗਤਾ ਮੁਤਾਬਕ ਫੌਜ ਲਈ ਤਿਆਰੀ ਕਰਵਾਈ, ਜਿਸ ਦੇ ਨਤੀਜੇ ਵਜੋਂ 5 ਬੱਚੇ ਅੱਜ ਭਾਰਤੀ ਫੌਜ ਵਿੱਚ ਆਪਣੀ ਸ਼ਾਨਦਾਰ ਸੇਵਾ ਨਿਭਾ ਰਹੇ ਹਨ। ਬਹੁਤ ਹੀ ਵਧੀਆ, ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਇੱਕ ਅਧਿਆਪਕ ਹੁੰਦਿਆਂ ਹੋਇਆਂ ਉਹਨਾਂ ਨੂੰ ਮਿਲਿਆ ਹੈ ਯੰਗ ਸਟੇਟ ਅਵਾਰਡ। ਇੱਕ ਯੰਗ ਬਲੱਡ ਜਿਹੜਾ ਹੈ ਉਹਦੇ ਲਈ ਉਹ ਚੰਗੀ ਸੇਧ ਜਦੋਂ ਦਿੰਦਾ ਹੈ, ਜਦੋਂ ਯੰਗ ਬਲੱਡ ਜਦੋਂ ਸਹੀ ਰਸਤੇ ਚੱਲਦਾ ਹੈ ਤੇ ਸਾਡੇ ਦੇਸ਼ ਦਾ ਭਵਿੱਖ ਜਿਹੜਾ, ਸਾਡੇ ਦੇਸ਼ ਦਾ ਜਿਹੜਾ ਫਿਊਚਰ ਹੈ ਉਹ ਸੇਵ ਹੋ ਜਾਂਦਾ ਹੈ। ਸੋ ਅਜਿਹੀ ਹੀ ਉਦਾਹਰਣ ਨੇ ਹਿਮਾਂਸ਼ੂ ਜੀ, ਜਿਨ੍ਹਾਂ ਨੇ ਇਹਨਾਂ 5 ਬੱਚਿਆਂ ਨੂੰ ਭਾਰਤੀ ਫੌਜ ਵਿੱਚ ਭਰਤੀ ਕਰਵਾਇਆ, ਜਿਨ੍ਹਾਂ ਦੇ ਨਾਂ ਗੁਰਪਿਆਰ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਬੰਟੂ ਸਿੰਘ ਅਤੇ ਸਤਗੁਰ ਸਿੰਘ। ਉਹਨਾਂ ਨੇ ਨਾਂ ਵੀ ਦਿੱਤੇ ਹਨ, ਕਿਉਂਕਿ ਕਈ ਵਾਰ ਇੰਝ ਹੁੰਦਾ ਕਿ ਆਪਾਂ ਬੋਲ ਦਿੰਦੇ ਹਾਂ ਕਿ ਇੰਝ ਹੀ ਲਿਖ ਦਿੱਤਾ, ਸ਼ਾਇਦ ਇੰਝ ਹੀ ਬੋਲ ਦਿੱਤਾ ਸ਼ਾਇਦ। ਉਹਨਾਂ 5 ਬੱਚਿਆਂ ਦੇ ਨਾਂ ਵੀ ਦਿੱਤੇ ਹੋਏ ਹਨ ਕਿ ਉਹ ਬੱਚੇ ਵੀ ਦੱਸ ਸਕਦੇ ਆ ਤੁਹਾਨੂੰ ਕਿ ਉਹਨਾਂ ਹਿਮਾਂਸ਼ੂ ਜੀ ਦੀ ਪ੍ਰੇਰਨਾ ਦੇ ਨਾਲ ਇੱਥੋਂ ਤੱਕ ਕਾਮਯਾਬੀ ਹਾਸਲ ਕੀਤੀ। ਇਸ ਤੋਂ ਇਲਾਵਾ ਇੱਕ ETT ਪਾਸ ਗਰੀਬ ਘਰ ਦੀ ਲੜਕੀ ਮਨਦੀਪ ਕੌਰ
ਜਿਸ ਨੂੰ ਟੈਟ ਸੰਬੰਧੀ ਪ੍ਰੇਰਿਤ ਕੀਤਾ ਅਤੇ ਉਸ ਦੀ ਤਿਆਰੀ ਕਰਵਾਈ। ਉਸ ਦੀ ਜਿਹੜੀ ਹੈ 2364 ਵਿੱਚ ਸਿਲੈਕਸ਼ਨ ਹੋਈ ਹੈ ਉਸ ਬੱਚੇ ਦੀ, ਜਿਨ੍ਹਾਂ ਨੂੰ ਇਹਨਾਂ ਨੇ ਤਿਆਰੀ ਕਰਵਾਈ। ਬਹੁਤ ਵੱਡੀ ਗੱਲ ਹੈ ਜੀ। ਬੱਚੇ ਨੂੰ ਅਸੀਂ ਦੇਖਦੇ ਹਾਂ, ਬਟ ਕੇਵਲ ਅਸੀਂ ਉਹ ਚੀਜ਼ ਕਰ ਨਹੀਂ ਪਾਉਂਦੇ, ਕੇਵਲ ਸਾਨੂੰ ਸਮਝ ਹੀ ਨਹੀਂ ਕੀ ਕਰਨਾ ਹੈ। ਸੋ ਹਿਮਾਂਸ਼ੂ ਜੀ ਸਾਨੂੰ ਇੱਕ ਨਵੀਂ ਸੇਧ ਵੀ ਦੇ ਰਹੇ ਆ ਕਿ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਫੌਜ ਵਿੱਚ ਵੀ ਭਰਤੀ ਕਰਵਾ ਸਕਦੇ ਹਾਂ, ਟੀਚਰਸ ਲਈ ਕਰਵਾ ਸਕਦੇ ਹਾਂ। ਬਹੁਤ ਵਧੀਆ ਹਿਮਾਂਸ਼ੂ ਜੀ। ਇਹਨਾਂ ਸਾਰੇ ਕਾਰਜਾਂ ਨੂੰ ਵੱਖ-ਵੱਖ ਇਹਨਾਂ ਸਾਰੇ ਕਾਰਜਾਂ ਨੂੰ ਵੱਖ-ਵੱਖ ਸਾਲਾਂ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ, MLA ਬੁਢਲਾਡਾ, DC ਮਾਨਸਾ, ADC ਮਾਨਸਾ, ਸਹਾਇਕ ਕਮਿਸ਼ਨਰ ਮਾਨਸਾ, DC ਸੰਗਰੂਰ, ਡਾਇਰੈਕਟਰ ਯੁਕਤ ਸੇਵਾਵਾਂ ਵਿਭਾਗ ਮਾਨਸਾ, ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੁਨਕ ਜੀ ਦਾ ਵੀ ਵਿਲੱਖਣ ਯੋਗਦਾਨ ਰਿਹਾ ਹੈ। ਇਹਨਾਂ ਨੇ ਆਪਣੇ ਸਾਰੇ ਜਿਹੜੇ ਕਹਿੰਦੇ ਆ ਨਾ, ਇੱਕ ਰੇਲ ਗੱਡੀ ਜਿਹੜੀ ਹੁੰਦੀ ਆ ਇੰਜਨ ਤੇ, ਜੇਕਰ ਇੰਜਨ ਉਹਦਾ ਬਹੁਤ ਵਧੀਆ ਵਾ ਤੇ ਉਹ ਜਿਹੜੇ ਡੱਬੇ ਆ ਨਾ ਉਹ ਵੀ ਬਹੁਤ ਅੱਛੀ ਤਰ੍ਹਾਂ ਚੱਲਦੇ ਆ। ਸੋ ਇਹਨਾਂ ਦੇ ਜਿਹੜੇ ਸਾਰੇ ਆਫਿਸਰ ਆ ਉਹਨਾਂ ਨੇ ਇਹਨਾਂ ਨੂੰ ਇੱਕ ਨਵੀਂ ਹਿੰਮਤ ਵੀ ਦਿੱਤੀ, ਉਹਨਾਂ ਦਾ ਸਹਿਯੋਗ ਵੀ ਮਿਲਿਆ। ਇਹਨਾਂ ਵੱਲੋਂ ਬਹੁਤ ਹੀ ਇਹਨਾਂ ਦੀ ਜਿਹੜੀ ਸ਼ਲਾਘਾ ਆ ਉਹਨਾਂ ਅਫਸਰਾਂ ਵੱਲੋਂ ਬਹੁਤ ਕੀਤੀ ਜਾਂਦੀ ਹੈ ਤੇ ਪ੍ਰਸ਼ੰਸਾ ਪੱਤਰ ਵੀ ਇਹਨਾਂ ਨੂੰ ਸਮੇਂ-ਸਮੇਂ ਤੇ ਉਹਨਾਂ ਵੱਲੋਂ ਦਿੱਤੇ ਗਏ ਹਨ। ਇਹਨਾਂ ਸਾਰੇ ਕੰਮਾਂ ਨੂੰ ਸਮਾਜ ਤੱਕ ਪਹੁੰਚਾਉਣ ਲਈ ਮੀਡੀਆ ਦਾ ਅਹਿਮ ਰੋਲ ਰਿਹਾ ਹੈ। ਸਾਡੇ ਕੰਮ ਜਿਹੜੇ ਹਨ ਕਰੋਨਾ ਦੇ ਸਮੇਂ ਹੀ ਬਾਹਰ ਆਏ ਹਨ। ਸਾਰੇ ਅਧਿਆਪਕ ਸ਼ਾਇਦ ਬਹੁਤ ਕੰਮ ਕਰਦੇ ਸੀ, ਪਰ ਕਰੋਨਾ ਦੇ ਸਮੇਂ ਉਹਨਾਂ ਨੂੰ ਨਵੀਂ ਪਹਿਚਾਣ ਕਿਉਂ ਮਿਲੀ? ਕਿਉਂਕਿ ਉਹਨਾਂ ਦੇ ਕੰਮ ਮੀਡੀਆ ਉੱਤੇ ਸ਼ੇਅਰ ਹੋਏ। ਸੋ ਮੀਡੀਆ ਦਾ ਬਹੁਤ ਅਹਿਮ ਰੋਲ ਹੋਇਆ। ਇਸ ਦੇ ਨਤੀਜੇ ਵਜੋਂ ਜੀ ਪੰਜਾਬ, ਹਰਿਆਣਾ, ਹਿਮਾਚਲ ਵੱਲੋਂ ਸਪੈਸ਼ਲ ਕਵਰੇਜ ਜਿਹੜੀ ਇਹਨਾਂ ਦੀ ਕੀਤੀ ਗਈ ਸੀ। ਮੈਂ ਅੰਤ ਦੇ ਵਿੱਚ ਇਸ ਮਿਹਨਤੀ ਸਿਰੜੀ ਅਧਿਆਪਕ ਨੂੰ ਸਲਾਮ ਕਰਦੀ ਹਾਂ। ਤੇ ਬਹੁਤ ਵਧੀਆ ਲੱਗਾ ਸਰ ਤੁਹਾਡੇ ਬਾਰੇ ਦੱਸ ਕੇ। ਹੋ ਸਕਦਾ ਹੈ ਮੈਂ ਬਹੁਤ ਕੁਝ ਛੱਡ ਚੁੱਕੀ ਹੋਵਾਂ। ਸੋ ਮੈਂ ਤੁਹਾਨੂੰ ਸੱਦਾ ਦਿੰਦੀ ਹਾਂ ਕਿ ਹਿਮਾਂਸ਼ੂ ਜੀ ਖੁਦ ਸਾਡੇ ਰੂਬਰੂ ਹੋਣ ਤੇ ਆਪਣੇ ਬਾਰੇ ਜਾਣਕਾਰੀ ਦੇਣ। ਜੀ ਹਿਮਾਂਸ਼ੂ ਜੀ। ਅਨਮਿਊਟ ਕਰ ਲਓ ਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਹੈਲੋ, ਆਵਾਜ਼ ਆ ਰਹੀ ਸਰ? ਸਤਿ ਸ਼੍ਰੀ ਅਕਾਲ ਜੀ। हाँ बिल्कुल आ रही है सर, बिल्कुल आ रही है, बोलो। ਹਾਂਜੀ, ਮੈਡਮ ਰੁਪਿੰਦਰ ਜੀ ਨੇ ਜੋ ਮੇਰੀਆਂ ਉਪਲਬਧੀਆਂ ਨੇ ਉਹਨਾਂ ਬਾਰੇ ਬਹੁਤ ਵਿਸਥਾਰ ਦੇ ਵਿੱਚ ਬਿਆਨ ਕੀਤਾ ਹੈ, ਤਾਂ ਮੈਂ ਆਪਣਾ ਬਹੁਤਾ ਸਮਾਂ ਨਹੀਂ ਲੈਂਦਾ ਤੇ ਬਹੁਤ ਹੀ ਸੰਖੇਪ ਦੇ ਵਿੱਚ ਜੋ ਵੀ ਮੇਰੀਆਂ ਮੇਨ ਪ੍ਰਾਪਤੀਆਂ ਨੇ, ਜੋ ਅੱਜ ਦਾ ਵਿਸ਼ਾ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਹੱਲਾਸ਼ੇਰੀ ਦੀ ਮਹੱਤਤਾ, ਮੈਂ ਇਸ ਵਿਸ਼ੇ ਤੇ ਚੰਦ ਗੱਲਾਂ ਕਰਕੇ ਹੀ ਅੱਜ ਦਾ ਜੋ ਪ੍ਰੋਗਰਾਮ ਹੈ, ਮਤਲਬ ਜੋ ਮੇਰਾ ਇਹ ਹੈ ਉਹਨੂੰ ਸਮਾਪਤੀ ਕਰਾਂਗਾ। ਤਾਂ ਸਭ ਤੋਂ ਪਹਿਲਾਂ ਜੋ ਮੈਨੂੰ ਹੱਲਾਸ਼ੇਰੀ ਮਿਲੀ, ਮੈਂ ਇੱਕ ਕਿੱਸਾ ਦੱਸਣਾ ਚਾਹੁੰਦਾ। ਜਦੋਂ ਸਵੇਰੇ ਅਸੀਂ ਸੈਰ ਕਰਨ ਜਾਂਦੇ ਜਾਂ ਜਦੋਂ ਵੀ ਮੰਦਰ ਵਗੈਰਾ ਜਾਣਾ ਹੁੰਦਾ, ਤਾਂ ਇੱਕ ਸਰਕਾਰੀ ਸਕੂਲ ਦੀ ਛੋਟੀ ਜਿਹੀ ਲੜਕੀ ਕਵਿਤਾ, ਜਿਹਦਾ ਨਾਮ ਸੀ, ਮੇਰੀ ਬੇਸਿਕਲੀ ਮੈਂ ਰੈਜ਼ੀਡੈਂਸ ਬਰੇਟਾ ਮੰਡੀ ਦਾ ਹਾਂ, ਰਹਿਣ ਵਾਲਾ ਜ਼ਿਲ੍ਹਾ ਮਾਨਸਾ ਦਾ। ਡਿਊਟੀ ਮੇਰੀ ਸ਼ੁਰੂ ਤੋਂ ਹੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਰਹੀ ਹੈ। ਤੇ ਉਹ ਲੜਕੀ ਜਦੋਂ ਸਵੇਰੇ ਮੈਨੂੰ ਮਿਲਦੀ, ਮਤਲਬ ਮੈਂ ਉਹਨੂੰ ਪੁੱਛਦਾ, ਬੇਟੇ ਤੂੰ ਕਿਹੜੇ ਸਕੂਲ 'ਚ ਪੜ੍ਹਦੀ ਹੈ? ਤਾਂ ਉਹਨੇ ਦੱਸਿਆ, ਸਰ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਬਰੇਟਾ ਮੰਡੀ ਦੇ ਵਿੱਚ ਪੜ੍ਹਦੀ ਹਾਂ। ਤਾਂ ਉਹ ਲੜਕੀ ਸਰ ਉਹ ਕਾਗਜ਼ ਵਗੈਰਾ ਚੁਗ ਰਹੀ ਸੀ, ਤਾਂ ਬੜਾ ਮਨ ਦੁਖੀ ਹੋਇਆ। ਤਾਂ ਉਹਨੂੰ ਮਤਲਬ ਮੈਂ ਕਿਹਾ ਵੀ ਤੂੰ ਕੀ ਕਰਨਾ ਚਾਹੁੰਦੀ ਹੈ? ਕਹਿੰਦੀ ਸਰ ਮੈਂ ਪੜ੍ਹਨਾ ਚਾਹੁੰਦੀ ਹਾਂ, ਪਰੰਤੂ ਜਿਹੜੇ ਘਰ ਦੇ ਹਾਲਾਤ ਨੇ ਉਹ ਮਤਲਬ ਇੰਨੇ ਕੁ ਚੰਗੇ ਨਹੀਂ ਨੇ ਵੀ ਜੇ ਅਸੀਂ ਅੱਗੇ ਪੜ੍ਹ ਸਕੀਏ। ਤਾਂ ਉਸ ਲੜਕੀ ਨੂੰ ਮੈਂ ਮੇਰੇ ਜੋ ਸਾਥੀ ਸੀ ਹੈਪੀ ਸਿੰਗਲਾ, ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਇਹ ਲੜਕੀ ਹੈ ਕਿੱਥੋਂ ਦੀ। ਤੇ ਜਦੋਂ ਉਹਨਾਂ ਦੇ ਅਸੀਂ ਘਰ ਗਏ ਤਾਂ ਘਰੇ ਉਹਨਾਂ ਦੇ ਅਧਿਆਪਕ ਨੂੰ ਪੁੱਛਿਆ ਕਿ ਮਤਲਬ ਵੀ ਅਸੀਂ ਇਹਦੇ ਬਾਰੇ ਕੀ ਕਰ ਸਕਦੇ ਹਾਂ। ਤਾਂ ਉਹਦੇ ਟੀਚਰ ਨੇ ਸਾਨੂੰ ਬੜਾ ਵਧੀਆ ਕਿਹਾ, ਕਹਿੰਦੇ ਵੀ ਤੁਸੀਂ ਇਹਨੂੰ ਨਵੋਦਿਆ ਦੀ ਤਿਆਰੀ ਕਰਵਾਓ। ਤਾਂ ਸਰ ਅਸੀਂ ਸ਼ੁਰੂ ਤੋਂ ਹੀ ਮਤਲਬ ਜਦੋਂ ਸਾਡੀ ਇਹਦੀ ਟ੍ਰੇਨਿੰਗ ਲੱਗੀ ਸੀ, ਅਸੀਂ ਬੱਚਿਆਂ ਨੂੰ ਗਰੀਬ ਤੇ ਜਿਹੜੇ ਲੋੜਵੰਦ ਨੇ, ਝੁੱਗੀ ਝੋਪੜੀਆਂ ਵਾਲੇ ਬੱਚੇ ਨੇ, ਅਸੀਂ ਉਹਨਾਂ ਨੂੰ ਨਵੋਦਿਆ ਦੀ ਤਿਆਰੀ ਕਰਾਉਣੀ ਸ਼ੁਰੂ ਕਰਵਾਈ। ਤਾਂ ਹੌਲੀ ਹੌਲੀ ਬੱਚੇ ਜਿਹੜੇ ਸਾਡੇ ਕੋਲ ਉਸ ਤਿਆਰੀ ਦੇ ਵਿੱਚ ਵੱਧਦੇ ਗਏ। ਤਾਂ ਜਦੋਂ ਤਿਆਰੀ 'ਚ ਵੱਧਦੇ ਗਏ ਤਾਂ ਲੋੜਵੰਦ ਦੇ ਜਿਹੜੇ ਗਰੀਬ ਬੱਚੇ ਸੀ, ਝੁੱਗੀ ਝੋਪੜੀਆਂ ਵਾਲੇ, ਉਹ ਅੱਜ ਸਾਡੇ ਕੋਲ ਇਸ ਟਾਈਮ ਮੈਨੂੰ ਐਵੇਂ ਲੱਗਦਾ ਵੀ ਉਹਨਾਂ ਵਿੱਚੋਂ ਕੁਝ ਬੱਚੇ ਇਹ ਜਿਹੇ ਸੀ
ਮੈਨੂੰ ਲੱਗਦਾ ਉਹਨਾਂ ਦਾ ਆਪਣੇ ਨਾਲ ਲਿੰਕ ਟੁੱਟ ਗਿਆ, ਕਿਤੇ ਨੈਟਵਰਕ ਦੀ ਥੋੜੀ ਜਿਹੀ ਪ੍ਰੋਬਲਮ ਆਈ ਹੈ। ਹਾਂਜੀ ਚਲੋ ਇੱਕ ਅੱਧਾ ਮਿੰਟ ਵੇਟ ਕਰਦੇ ਹਾਂ, ਸ਼ਾਇਦ ਦੁਬਾਰਾ ਜੁੜ ਸਕਣ। ਵੈਸੇ ਜਿੱਥੇ ਹਿਮਾਂਸ਼ੂ ਹੋਰਾਂ ਨੇ ਜੌਬ ਕੀਤੀ ਹੈ ਉਹ ਲਗਭਗ ਸਾਡੇ ਮਾਨਸਾ ਦੇ ਨਾਲ ਜੁੜਿਆ ਹੋਇਆ ਏਰੀਆ ਹੈ, ਲਹਿਰਾ ਗਾਗਾ ਦਾ ਏਰੀਆ। ਜਿੱਥੋਂ ਇਹ ਬਿਲੋਂਗ ਕਰਦੇ ਨੇ ਬਰੇਟੇ, ਉਹ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਹੈ, ਤੇ ਗੁਰਨੈਬ ਨੇ, ਅਸੀਂ ਸਾਰਿਆਂ ਨੇ ਉੱਥੇ ਬਹੁਤ ਕੰਮ ਕੀਤਾ ਹੈ। ਉਸ ਇਲਾਕੇ 'ਚ ਕੰਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ, ਕਿਉਂਕਿ ਉਹ ਵੀ ਨਾ ਬਹੁਤ ਰਿਮੋਟ ਇਲਾਕਾ ਹੈ, ਬਹੁਤ ਪਛੜਿਆ ਹੋਇਆ ਇਲਾਕਾ ਹੈ। ਸੰਗਰੂਰ ਜ਼ਿਲ੍ਹਾ ਹੁਣ ਵਾਲੇ ਜ਼ਿਲ੍ਹਿਆਂ ਦੇ ਵਿੱਚੋਂ ਸਭ ਤੋਂ ਵੱਡੇ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਹੈ, ਤੇ ਸੰਗਰੂਰ ਜ਼ਿਲ੍ਹੇ ਦੀ ਬਿਲਕੁਲ ਗੁੱਠ ਦੇ ਵਿੱਚ ਹੈ ਇਹ ਇਲਾਕਾ ਸਾਰਾ, ਤੇ ਤਰੱਕੀ ਪੱਖੋਂ ਬਹੁਤ ਪਛੜਿਆ ਹੋਇਆ ਇਲਾਕਾ ਹੈ। ਇਹ ਸਮਝ ਲਓ ਕਿ ਟੇਲ ਤੇ ਹੈ, ਟੇਲ ਤੇ ਅਕਸਰ ਜਿਵੇਂ ਕਹਿੰਦੇ ਨੇ ਕਿ ਪਾਣੀ ਪਹੁੰਚਦਾ ਨਹੀਂ ਹੁੰਦਾ ਹੈਗਾ, ਉਸ ਰੂਪ ਦੇ ਵਿੱਚ ਇਸ ਇਲਾਕੇ ਦੇ ਵਿੱਚ ਵੀ ਬਹੁਤ ਰੇਅਰ ਤੋਂ ਰੇਅਰਸਟ ਜਿਹੜੀਆਂ ਹੈਗੀਆਂ ਨੇ, ਉਸ ਕਿਤੇ ਨਾ ਕਿਤੇ ਕੁਝ ਗੱਲਾਂ ਪਹੁੰਚਦੀਆਂ ਨੇ। ਅਦਰਵਾਈਜ਼ ਉਹੋ ਜਿਹੇ ਇਲਾਕੇ ਦੇ ਵਿੱਚ ਜਿੱਥੇ ਹਿਮਾਂਸ਼ੂ ਨੇ ਕੰਮ ਕੀਤਾ ਹੈ, ਉੱਥੇ ਕੰਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੁਣੌਤੀ ਵੀ ਹੈ। ਮੈਨੂੰ ਲੱਗਦਾ ਹੈ ਕਿ ਲਹਿਰਾ ਜਾਂ ਸੰਗਰੂਰ ਦਾ ਇਹ ਹਿੱਸਾ, ਉੱਥੇ ਇਹੋ ਜਿਹੇ ਲੋਕਾਂ ਦਾ ਕੰਮ ਕਰਨਾ ਤੇ ਉੱਥੋਂ ਰਹਿ ਕੇ ਇਹ ਇੰਨੀਆਂ ਵੱਡੀਆਂ ਪ੍ਰਾਪਤੀਆਂ ਕਰਨਾ, ਇਹ ਸੱਚਮੁੱਚ ਹੀ ਵੱਡੀ ਪ੍ਰਾਪਤੀ ਹੈ। ਬੇਸ਼ੱਕ ਆਪਣੇ ਸਾਰੇ ਟੀਚਰ ਹੀ ਜਿਵੇਂ ਬਠਿੰਡੇ ਵਾਲੇ ਸਰ ਨੇ, ਇਹਨਾਂ ਨੇ ਮਤਲਬ ਦੱਸਿਆ ਕਿ ਉਹ ਉਸ ਇਲਾਕੇ ਦੇ ਵਿੱਚ ਕੰਮ ਕਰਨਾ, ਇਹ ਵੱਡੀਆਂ ਪ੍ਰਾਪਤੀਆਂ ਨੇ, ਰਿਮੋਟ ਏਰੀਏ ਦੇ ਵਿੱਚ ਖਾਸ ਤੌਰ ਤੇ ਕੰਮ ਕਰਨਾ। ਤੇ ਹਿਮਾਂਸ਼ੂ ਨੇ ਉੱਥੇ ਕੰਮ ਕੀਤਾ, ਇਸ ਗੱਲ ਦੀਆਂ ਹਿਮਾਂਸ਼ੂ ਨੂੰ ਖੈਰ ਬਹੁਤ ਬਹੁਤ ਮੁਬਾਰਕਾਂ ਨੇ। ਮੈਨੂੰ ਅੱਜ ਪਹਿਲੀ ਵਾਰ ਪਤਾ ਲੱਗਿਆ ਕਿ ਹਿਮਾਂਸ਼ੂ ਉਸ ਇਲਾਕੇ ਨੂੰ ਬਿਲੋਂਗ ਕਰਦਾ ਹੈ, ਕਿਉਂਕਿ ਉਸ ਇਲਾਕੇ ਨਾਲ ਮੇਰਾ ਬਹੁਤ ਨੇੜੇ ਦਾ ਵਾਰ ਹੈ। ਬਰੇਟੇ ਮੇਰੇ ਸਹੁਰੇ ਪਿੰਡ ਵੀ ਨੇ, ਤੇ ਬਰੇਟੇ ਬਾਰੇ ਮੈਂ ਵੈਸੇ ਹੀ ਬਹੁਤ ਜਾਣਦਾ। ਮੈਂ ਪ੍ਰੋਜੈਕਟ ਦੇ ਵਿੱਚ ਵੀ ਬਰੇਟੇ 'ਚ ਬਹੁਤ ਕੰਮ ਕੀਤਾ ਹੈ, ਤੇ ਬਹਾਦਰਗੜ੍ਹ ਜਿੱਥੇ ਦੱਸਦੇ ਨੇ, ਜਿੱਥੋਂ ਜ਼ਿਕਰ ਕਰਦੇ ਨੇ, ਜਾਂ ਲਹਿਰਾ ਗਾਗਾ ਬਲਾਕ, ਉਹ ਬਲਾਕ ਵੀ ਇਹੋ ਜਿਹੀ ਆ ਲਗਭਗ ਜਿਹੋ ਜਿਹਾ ਮਾਨਸੇ ਜ਼ਿਲ੍ਹੇ ਦੇ ਉਹ ਪਿੰਡ ਨੇ ਜਿਨ੍ਹਾਂ 'ਚ ਮੈਂ ਜੌਬ ਕੀਤੀ ਹੈ। ਰਿਆਉਂਦ ਕਲਾਂ ਵਰਗੇ ਪਿੰਡ, ਬੋਹਾ ਵਰਗੇ ਪਿੰਡ, ਮੰਘਾਣੀਆਂ ਵਰਗੇ ਪਿੰਡ। ਸੋ ਆਪਾਂ ਵੇਟ ਕਰਦੇ ਹਾਂ ਇੱਕ ਅੱਧਾ ਮਿੰਟ, ਜੇ ਉਹ ਜੁੜ ਗਏ ਆਪਣੇ ਨਾਲ, ਅਦਰਵਾਈਜ਼ ਉਹਨਾਂ ਨੂੰ ਸਰ ਟਾਈਮ ਲੱਗ ਜਾਣਾ ਜੀ ਉਹਨਾਂ ਨੂੰ, ਨਹੀਂ ਜੁੜ ਸਕਣਗੇ। ਕਿਵੇਂ? ਮੈਂ ਗੱਲ ਕੀਤੀ ਸੀ, ਉਹ ਨੈਟਵਰਕ ਦੀ ਕੋਈ ਦਿੱਕਤ ਜ਼ਿਆਦਾ ਹੈ। ਅੱਛਾ, ਚਲੋ ਕੋਈ ਨਹੀਂ, ਫਿਰ ਆਪਾਂ ਉਹਨਾਂ ਨਾਲ ਕਦੇ ਫਿਰ ਗੱਲਾਂ ਕਰਾਂਗੇ। ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਰੁਪਿੰਦਰ ਹੋਰਾਂ ਨੇ ਆਪਣੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਉਮੀਦ ਕਰਦੇ ਹਾਂ ਕਿ ਹਿਮਾਂਸ਼ੂ ਸਿੰਗਲਾ ਵੀ ਇਸੇ ਤਰ੍ਹਾਂ ਇਸੇ ਬੁਲੰਦੀ ਨਾਲ ਉਸ ਇਲਾਕੇ ਦੇ ਵਿੱਚ ਸੇਵਾ ਕਰਦੇ ਰਹਿਣਗੇ ਜਿੱਥੇ ਇਹਨਾਂ ਦੀਆਂ ਸੇਵਾਵਾਂ ਦੀ ਬਹੁਤ ਜ਼ਰੂਰਤ ਹੈ। ਮੈਂ ਇੱਕ ਵਾਰ ਫਿਰ ਸਾਰੇ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਇਸ ਆਸ ਨਾਲ ਕਿ ਅਸੀਂ ਜੋ ਇਹਨਾਂ ਥਾਵਾਂ ਤੇ ਪੈੜਾਂ ਉਲੀਕ ਰਹੇ ਹਾਂ, ਇਹਨਾਂ ਪੈੜਾਂ ਨੇ ਸ਼ਾਹਰਾਹ ਬਣਨਾ ਹੈ। ਇਹਨਾਂ ਪੈੜਾਂ ਤੇ ਚੱਲ ਕੇ ਹੋਰ ਬਹੁਤ ਸਾਰੀਆਂ ਨਵੀਆਂ ਪੈੜਾਂ ਨੇ ਜ਼ਿੰਦਗੀ ਦੇ ਸਫ਼ਰ ਤੇ ਸਾਬਤ ਕਦਮੀ ਤੁਰਨਾ ਹੈ, ਤੇ ਉਹਨਾਂ ਨਵੀਆਂ ਪੈੜਾਂ ਨੂੰ ਤੁਸੀਂ ਰੋਸ਼ਨ ਮਨਾਰੇ ਬਣ ਕੇ ਰਾਹ ਦਿਖਾ ਰਹੇ ਹੋ। ਤੁਹਾਡੇ ਲਈ ਬਹੁਤ ਬਹੁਤ ਦੁਆਵਾਂ, ਤੇ ਆਸ ਹੈ ਤੁਹਾਡੇ ਤੋਂ ਕਿ ਤੁਸੀਂ ਇਸੇ ਤਰ੍ਹਾਂ ਸਾਬਤ ਕਦਮੀ ਤੁਰਦੇ ਰਹੋਗੇ ਤੇ ਰੋਸ਼ਨ ਮਨਾਰੇ ਬਣਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਮਿਲਦੇ ਹਾਂ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ, ਤੁਹਾਡੇ ਨਾਲ ਪੂਰੇ ਸੂਰੇ ਰੂਪ ਦੇ ਵਿੱਚ ਵੀ ਇੱਕ ਐਪੀਸੋਡ ਦੇ ਵਿੱਚ ਅਸੀਂ ਇਹ ਤੋਂ ਬਾਅਦ ਗੱਲ ਕਰਾਂਗੇ। ਬਹੁਤ ਧੰਨਵਾਦ।